ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ, ਸਭ ਸਤਿਕਾਰਜ ਸੱਜਣਾਂ ਨੂੰ ਜੋ ਇਸ ਵਕਤ ਜ਼ਿੰਦਗੀ ਦੇ ਰੰਗਾਂ ਤੇ ਆਵਾਜ਼ ਦੀਆਂ ਤਰੰਗਾਂ ਨੂੰ ਮਾਣਦੇ ਹੋਏ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਸਵਾਗਤ ਕਰਦਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ 13 ਅਗਸਤ ਸਨ 2021 ਸ਼ੁੱਕਰਵਾਰ ਦੀ ਸ਼ਾਮ, ਭਾਰਤੀ ਸਮਾਂ 6:32 ਹੋ ਗਏ ਨੇ। ਜੁਮਾ 9 ਦਿਨ ਨਾ ਦਿਨ ਚੰਗਾ ਹੋਵੇ, ਹਾਲਾਤ ਸੁਖਾਵੇ ਹੋਣ, ਪਤਾ ਹੀ ਨਹੀਂ ਲੱਗਦਾ ਕਦੋਂ ਜੁਮਾ ਫਟਾਫਟ ਆ ਜਾਂਦਾ ਹੈ। ਪਰ ਜਦੋਂ ਜ਼ਿੰਦਗੀ ਜ਼ਹਿਮਤਾਂ ਭਰੀ ਹੋਵੇ ਤੇ ਫਿਰ ਸੈਕਿੰਡ ਵੀ ਸਾਲਾਂ ਵਰਗੇ ਲੱਗਦੇ ਨੇ। ਚੰਗਾ ਸਮਾਂ ਨਿਕਲਦਿਆਂ ਦੇਰ ਨਹੀਂ ਲੱਗਦੀ ਤੇ ਮਾੜਾ ਵਕਤ ਹੈ ਫਿਰ ਸਦੀਆਂ ਵਾਂਗੂ ਬੀਤਦੇ ਨੇ ਸੈਕਿੰਡ ਵੀ। ਤੇ ਇਸ ਦੌਰਾਨ ਸੌਣ ਮਹੀਨਾ ਥੋੜਾ ਖੁਸ਼ਕੀ ਵੱਲੋਂ ਜਾ ਰਿਹਾ 2-4 ਦਿਨਾਂ ਤੋਂ। ਸੌਣ ਮਹੀਨਾ ਵੀ ਆਪਣੇ ਆਖਰੀ ਦਿਨਾਂ ਦੇ ਵਿੱਚ ਹੈ ਤੇ ਇਸ ਦੌਰਾਨ ਭਾਦੋਂ ਦੀ ਆਮਦ ਹੈ, ਪੜਦਾਇ ਹੋਈ ਹੈ। ਮੀਂਹ ਗੱਡਵਾ ਪਿਆ ਕਈ ਇਲਾਕਿਆਂ 'ਚ, ਪਰ ਫਿਰ ਵੀ ਜਿਵੇਂ ਅੱਜ 29 ਸੌਣ ਹੋ ਚੁੱਕਾ ਨਾਨਕਸ਼ਾਹੀ ਸੰਮਤ 553 ਦਾ। ਸੋ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ। ਸੋ ਇਸ ਤਰ੍ਹਾਂ ਸੋਹਣੀਆਂ ਸ਼ਾਮਾਂ ਨੇ ਪੰਜਾਬ ਦੇ ਵਿੱਚ ਮੌਸਮ ਦੇ ਮੁਤਲਕ। ਪਰ ਸਿਆਸਤ ਜੇ ਸੋਹਣੀ ਹੋਵੇ ਤੇ ਕਿਆ ਹੀ ਬਾਤ ਹੋ ਜੇ ਇਸ ਖਿੱਤੇ ਦੀ, ਅਫਸੋਸ ਜਿਹੜੀ ਕਿ ਹੁੰਦੀ ਨਹੀਂ। ਕਿਉਂਕਿ ਪੰਜਾਬ ਦੀ ਸਿਆਸਤ ਨੂੰ ਜੇ ਨੇੜਿਓਂ ਵੇਖੀਏ ਤਾਂ ਸਰਦਾਰੀਆਂ ਭਾਵੇਂ ਸਾਡੇ ਪੱਲੇ ਆ ਗਈਆਂ, ਪਰ ਕਰਦਾਰੀਆਂ ਦੇ ਪੱਖੋਂ ਅਸੀਂ ਕਰ ਗਏ ਹਾਂ। ਕਮੀਆਂ ਪੇਸ਼ੀਆਂ ਸਾਡੇ 'ਚ ਆ ਗਈਆਂ ਨੇ, ਕੋਝਾਂ ਆ ਗਈਆਂ ਨੇ, ਕਤਿੱਤਾਂ ਆ ਗਈਆਂ ਨੇ। ਸੋ ਜਿਸ ਕਰਕੇ ਅਸੀਂ ਸਰਦਾਰਾਂ ਦੇ ਮੁਲਕ ਵਾਲੇ ਵੀ ਜਿਹੜੇ ਸਿਕਦਾਰਾਂ ਦੇ ਪੱਲੇ ਪੈ ਜਾਂਦੇ ਆ, ਚੈਨ ਅਮਨ ਪੰਖ ਲਾ ਕੇ ਉੱਡ ਜਾਂਦਾ। ਐਡੀ ਸੋਹਣੀ ਧਰਤੀ ਲੋਕੀ ਛੱਡ ਭੱਜਣ ਨੂੰ ਤਿਆਰ ਨੇ। ਹਰ ਬੰਦਾ ਜੇਬ 'ਚ ਪਾਸਪੋਰਟ ਪਾਈ ਵਿਦੇਸ਼ਾਂ ਦੇ ਰਾਹ ਤੱਕਦਾ ਹੈ। ਅੱਜ ਸਵੇਰੇ ਵੀ ਇੱਕ ਬਜ਼ੁਰਗ ਦੀ ਵੀਡੀਓ ਵੇਖੀ ਸੀ, ਬੜਾ ਸਤਿਆ ਸੀ ਕੈਨੇਡਾ ਦੇ ਸਿਸਟਮ ਤੋਂ। ਕਿਉਂ ਪ੍ਰਵਾਸ ਹੋ ਰਿਹਾ? ਲਾ ਸੀਪ ਦੀ ਬਾਜੀ ਸੱਥਾਂ ਸੁੰਨੀਆਂ ਹੋ ਗਈਆਂ ਨੇ। ਨਾਜਰਾ ਲਾ ਸੀਪ ਦੀ ਬਾਜੀ ਸੱਥਾਂ ਸੁੰਨੀਆਂ ਹੋਈਆਂ ਪਈਆਂ ਨੇ। ਸੋ ਉਹ ਰੌਣਕਾਂ ਗਾਹੇ ਬਗਾਹੇ ਅਲੋਪ ਹੋ ਰਹੀਆਂ ਨੇ। ਹਾਂ, ਸੋਸ਼ਲ ਸਾਈਟਸ ਤੇ ਵੀ ਸੱਥਾਂ ਨੇ, ਪਰ ਉਹ ਸੱਥਾਂ ਵੀ ਸਾੜਾ, ਈਰਖਾ, ਸ਼ੋਰ ਸ਼ਰਾਬੇ ਦੀ ਭੇਂਟ ਚੜੀਆਂ ਨੇ। ਕਦੇ ਕਿਤੇ ਕੁਛ, ਕਦੇ ਕਿਤੇ ਕੁਛ। ਜਾਣੀ ਉਹ ਜਿਹੜੀ ਸਕੂਨ ਸੀ, ਜਿਹੜਾ ਦੇਖੇ ਮੁਲਕ ਬਥੇਰੇ ਕੋਈ ਦੇਸ਼ ਪੰਜਾਬੋਂ ਸੋਹਣਾ ਨਾ, ਉਹ ਕਿਤੇ ਕਿਤੇ ਨਜ਼ਰ ਆਉਂਦਾ ਹੈ। ਤੇ ਗੁਰਬਾਣੀ ਧਰਮ ਇਸ ਮਾਮਲੇ ਸਾਨੂੰ ਬੜੀ ਤਕੀਦ ਕਰਦਾ। ਧਰਮ ਭਾਵੇਂ ਕੋਈ ਵੀ ਹੈ, ਧਰਮ ਜਦੋਂ ਹੋਂਦ ਦੇ ਵਿੱਚ ਆਏ ਤਾਂ ਧਰਮਾਂ ਨੇ ਸਮਝਾਇਆ ਕਿ ਜ਼ਿੰਦਗੀ ਕੀ ਹੈ। ਜ਼ਿੰਦਗੀ ਇੱਕ ਸਮਝਣ ਦੀ ਕਹਾਣੀ ਹੈ। ਇੱਕ ਭੇਦ ਅਜਿਹਾ ਉਹ ਸ਼ਾਇਦ ਵਿਰਲਿਆਂ ਦੇ ਹੱਥ ਆਉਂਦਾ ਤੇ ਫਿਰ ਉਹਨੂੰ ਕਹਿੰਦੇ ਆ ਕਿ ਬੰਦਾ ਪਹੁੰਚਿਆ ਹੋਇਆ ਬਹੁਤ ਹੈ। ਜ਼ਿੰਦਗੀ ਦੇ ਸੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕੀ ਨੇ। ਖਾਲੀ ਹੱਥੀ ਗਿਆ ਸਿਕੰਦਰ, ਕਹਿੰਦਾ ਕੁਝ ਨਹੀਂ ਦੁਨੀਆ ਅੰਦਰ, ਮੇਲਾ 4 ਦਿਨਾਂ ਦਾ। ਪਰ ਫਿਰ ਵੀ ਅਸੀਂ ਅਜੇਤੂ ਬਣਨ ਦੇ ਚੱਕਰਾਂ ਦੇ ਵਿੱਚ ਹਰ ਉਹ ਪੁੱਠਾ ਸਿੱਧਾ ਕੰਮ ਕਰਦੇ ਹਾਂ ਜਿਸ ਦੇ ਨਾਲ ਸੁਸਾਇਟੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਭਾਵਿਤ ਹੁੰਦੀ ਹੈ। ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਦੂਰ ਹੁੰਦੇ ਹਾਂ, ਜਿਸ ਕਾਰਨ ਸਮੱਸਿਆਵਾਂ ਸਾਡੇ ਸਿਸਟਮ 'ਚ ਵੱਧਦੀਆਂ ਨੇ। ਜਦੋਂ ਹਰ ਬੰਦਾ, ਭਾਵੇਂ ਉਹ ਕਾਰਪੈਂਟਰ ਹੈ ਤੇ ਭਾਵੇਂ ਉਹ ਕੋਈ ਕਲਾਸ 1 ਹੈ, ਆਪਣੀ ਜੌਬ ਇਮਾਨਦਾਰੀ ਨਾਲ ਨਿਭਾਵੇ ਤੇ ਮੁਲਕ ਆਪੇ ਸੋਹਣੇ ਬਣ ਜਾਂਦੇ ਨੇ। ਮਨੁੱਖੀ ਸੁਭਾਅ ਦੇ ਵਿੱਚ ਇਹ ਵੀ ਗੱਲ ਸਪਸ਼ਟ ਹੈ ਕਿ ਵਿਸ਼ਵ ਪੱਧਰ ਤੇ, ਆਲਮੀ ਪੱਧਰ ਤੇ ਇਹ ਤਬਦੀਲੀਆਂ ਆ ਰਹੀਆਂ ਨੇ। ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਮਨੁੱਖੀ ਰਿਸ਼ਤਿਆਂ ਦੇ ਵਿੱਚ ਜਿਸ ਤਰ੍ਹਾਂ ਆਰਥਿਕਤਾ ਆ ਗਈ ਹੈ, ਮਾਇਆ ਆ ਗਈ ਹੈ ਮੁਹੱਬਤ ਦੀ ਜਗ੍ਹਾ, ਉਹਨੇ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਉਹ ਪੈਦਾ ਕੀਤੀਆਂ ਨੇ। ਧਰਮ ਇਸ ਦੇ ਵਿੱਚ ਬਹੁਤ ਵਧੀਆ ਰੋਲ ਨਿਭਾਉਂਦਾ, ਪਰ ਅਫਸੋਸ ਕਿ ਧਰਮ ਨੂੰ ਅਸੀਂ ਸਮਝ ਨਹੀਂ ਸਕੇ। ਵੈਦਿਕ ਕਾਲ ਦੇ ਵਿੱਚ, ਉੱਤਰ ਵੈਦਿਕ ਕਾਲ ਤੱਕ ਵੀ ਸਥਿਤੀ ਕਾਫੀ ਬਿਹਤਰ ਸੀ, ਪਰ ਜਿਉਂ-ਜਿਉਂ ਪੁਜਾਰੀਵਾਦ ਵਧਿਆ, ਧਰਮ ਵੀ ਭੰਗ ਕਰ ਉੜਿਆ। ਧਰਮਾਂ 'ਚ ਸੁਧਾਰਾਂ ਦੀਆਂ ਗੱਲਾਂ ਹੋਈਆਂ। ਉੱਤਰ ਵੈਦਿਕ ਕਾਲ ਤੋਂ ਬਾਅਦ ਜਦੋਂ ਕਥਿਤ ਪੁਜਾਰੀ ਜਾਂ ਬ੍ਰਾਹਮਣਵਾਦ ਨੇ ਪਰੇਸ਼ਾਨ ਕੀਤਾ ਤੇ ਉਸ ਤੋਂ ਬਾਅਦ ਫਿਰ ਕੁਝ ਸਿਆਣੇ ਮਹਾਂਪੁਰਖ ਜਿਹੜੇ ਲੋਕ ਆਏ, ਉਹਨਾਂ ਨੇ 63 ਦੇ ਕਰੀਬ ਮੱਤ ਇੰਡੀਆ 'ਚ ਪੈਦਾ ਹੋਏ ਸੀ। ਉਹਨਾਂ ਦੇ ਵਿੱਚੋਂ ਬਾਕੀ ਮੱਤ ਕਿਹੜੇ ਸੀ ਕਿਸੇ ਨੂੰ ਚੇਤੇ ਤੱਕ ਨਹੀਂ ਹੈ। ਸਿਰਫ ਬੁੱਧ ਤੇ ਜੈਨ ਮੱਤ ਜਿਹੜੇ ਨੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਨੇ, ਜਿਹੜੇ ਅੱਜ ਮੁੜ ਕੇ ਘਿਰ ਹੀ ਗਏ ਨੇ। ਉਸ ਤੋਂ ਬਾਅਦ 550 ਸਾਲ ਪਾਲ ਗੁਰੂ ਨਾਨਕ ਸਾਹਿਬ ਨੇ ਜਦੋਂ ਤਰਕ ਦੇ ਆਧਾਰ ਤੇ ਪੁੱਛਿਆ ਕਿ ਇਹ ਜਨੇਊ ਜੀ ਕਾ ਹੈ ਤਾਂ ਭਾਂਡੇ ਘੱਤ, ਦਾਇਆ ਕਪਾਹ ਸੰਤੋਖ ਸੂਦ ਦਾ ਜਨੇਊ ਹੋਣਾ ਚਾਹੀਦਾ, ਵਕਤੀ ਤੌਰ ਤੇ ਧਾਗੇ ਦਾ ਜਨੇਊ ਨਹੀਂ ਹੋਣਾ ਚਾਹੀਦਾ। ਇਸੇ ਤਰ੍ਹਾਂ ਅੱਜ ਕੱਲ੍ਹ ਸਿੱਖਾਂ ਦੇ ਕਕਾਰਾਂ 'ਚ ਵੇਖ ਲਓ। ਆਪਾਂ ਕਹਿੰਦੇ ਹਾਂ ਕਕਾਰ ਇੱਕ ਬੰਦਿਸ਼ ਸੀ, ਕੜਾ ਇੱਕ ਬੰਦਿਸ਼ ਹੈ, ਇੱਕ ਕੜੀ ਹੈ, ਹੱਥ ਕੜੀ ਹੈ ਜਿਹੜੀ ਵਰਜਦੀ ਹੈ ਤੁਹਾਨੂੰ ਕੋਤਾਹੀਆਂ ਤੋਂ, ਲਾਪਰਵਾਹੀਆਂ ਤੋਂ, ਕੁਚੱਜੇ ਕੰਮਾਂ ਤੋਂ। ਪਰ ਉਸ ਨੂੰ ਅਸੀਂ ਇੱਕ ਸਿੰਬਲ ਦੇ ਤੌਰ ਤੇ, ਇੱਕ ਨਿਸ਼ਾਨੀ ਦੇ ਤੌਰ ਤੇ ਪਾਉਣ ਤੱਕ ਸੀਮਤ ਹਾਂ। ਇਸ ਕਰਕੇ ਬਹੁਤ ਸਾਰੇ ਵਰਤਾਰੇ ਨੇ ਜਿਨ੍ਹਾਂ ਕਰਕੇ ਅੱਜ ਸਭ ਕੁਝ ਹੁੰਦਿਆਂ ਸੁਣਦਿਆਂ ਮਰੂ ਬਿਲੂ ਕਰਦੀ ਫਿਰਦੀ ਹੈ ਦੁਨੀਆ। ਇਹ ਸਾਨੂੰ ਸਮਝਣ ਦੀ ਜ਼ਰੂਰਤ ਹੈ।
ਸੋ ਇਸ ਸਿਲਸਿਲੇ ਵਿੱਚ ਕੁਝ ਸੋਚਿਆ ਕਿ ਕੁਝ ਖਾਸ ਬੰਦਿਆਂ ਨਾਲ ਮੁਲਾਕਾਤਾਂ ਕੀਤੀਆਂ ਜਾਣ ਜਿਨ੍ਹਾਂ ਨੇ ਸੁਸਾਇਟੀ ਦੇ ਹਰ ਪੱਖ ਨੂੰ ਵੇਖਿਆ ਵਾਚਿਆ। ਉਸ ਸਿਲਸਿਲੇ ਦੇ ਵਿੱਚ ਆਪਾਂ ਪਹਿਲਾਂ ਵੀ ਜਿਹੜੀ ਇਹ ਮੁਲਾਕਾਤਾਂ ਦੀ ਲੜੀ ਸ਼ੁਰੂ ਕੀਤੀ ਸੀ, ਜਿਸ ਦੇ ਵਿੱਚ ਕਈ ਮਾਇਆਨਾਜ਼ ਸ਼ਖਸੀਅਤਾਂ ਆਪਣੇ ਨਾਲ ਪਹਿਲਾਂ ਵੀ ਜੁੜਦੀਆਂ ਨੇ। ਉਹਨਾਂ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਕੀ ਹੈ, ਸੋ ਇਹ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਅਕਸਰ ਸਾਂਝਾ ਕਰਦੇ ਹਾਂ, ਪਰ ਪਿਛਲੇ ਕਾਫੀ ਦਿਨਾਂ ਤੋਂ ਇਹ ਲੜੀ ਟੁੱਟੀ ਸੀ। ਸੋ ਅੱਜ ਮੈਂ ਸੋਚਿਆ ਕਿ ਸਾਬਕਾ ਪੁਲਿਸ ਅਧਿਕਾਰੀ ਨੇ, SP ਬਰਨਾਲਾ, ਲੰਮਾ ਸਮਾਂ ਸੇਵਾਵਾਂ ਨਿਭਾ ਕੇ ਸੇਵਾ ਮੁਕਤ ਹੋਏ ਨੇ, ਸੁਖਦੇਵ ਸਿੰਘ ਵਿਰਕ, ਬਠਿੰਡਾ ਦੇ ਲਾਗੇ ਵਿਰਕਾਂ ਪਿੰਡ ਤੋਂ ਨੇ, ਜਿੱਥੇ ਏਅਰਪੋਰਟ ਵੀ ਬਣਿਆ। ਉਹ ਸੈਰ ਕਰਦੇ ਕਈ ਵਾਰੀ ਹੱਸਦੇ ਹੁੰਦੇ ਆ ਕਿ ਦੇਖੋ ਕਦੇ ਸੋਚਿਆ ਨਹੀਂ ਸੀ ਕਿ ਸਾਡੇ ਪਿੰਡ ਵੀ ਏਅਰਪੋਰਟ ਬਣੇਗਾ। ਜਹਾਜ਼ ਜਦੋਂ ਉੱਡਦਾ ਵੇਖਦੇ ਸੀ ਤੇ ਮਹਿਸੂਸ ਹੁੰਦਾ ਸੀ ਕਿ ਉਹ ਮਤਲਬ ਘਰਾਂ 'ਚੋਂ ਭੱਜ ਕੇ ਆ ਕੇ ਜਹਾਜ਼ ਦੀ ਗੂੰਜ ਸੁਣ ਕੇ ਵੇਖਣਾ ਕਿ ਅੱਛਾ ਉਹ ਜਹਾਜ਼ ਉਡਿਆ ਜਾਂਦਾ। ਇਹ ਅਸੀਂ ਵੀ ਵੇਖਿਆ ਹੈ ਨਾ। 35-40 ਸਾਲ ਤੱਕ ਦੀ ਉਮਰ ਦੇ ਬੰਦੇ ਨੇ ਜਹਾਜ਼ ਨੂੰ ਦਿਲਚਸਪੀ ਨਾਲ ਵੇਖਿਆ। ਜਹਾਜ਼ ਨੂੰ ਅਸੀਂ ਹੁਣ ਵੀ ਦਿਲਚਸਪੀ ਨਾਲ ਵੇਖਦੇ ਹਾਂ। ਉਹ ਕਿਸੇ ਨੇ ਬਹੁਤ ਸੋਹਣਾ ਲਿਖਿਆ ਕਿ ਉਹ ਇੱਦਾਂ ਹੈ ਕਿ ਇੰਡੀਆ ਨੂੰ ਜਦੋਂ ਵੇਖ ਲਾ, ਵਿਦੇਸ਼ 'ਚ ਗਿਆ ਕੋਈ ਬੰਦਾ, ਜਿਵੇਂ ਅੱਗੇ ਅਸੀਂ ਜਹਾਜ਼ ਵੇਖ ਕੇ ਖੁਸ਼ ਹੁੰਦੇ ਸੀ ਨਾ, ਫਿਰ ਕਾਗਜ਼ ਦੇ ਜਹਾਜ਼ ਬਣਾਉਂਦੇ ਸੀ, ਕਿਸ਼ਤੀਆਂ ਬਣਾਉਂਦੇ ਸੀ। ਉਹ ਕਿਸੇ ਨੇ ਪਰਦੇਸੀ ਨੇ ਲਿਖਿਆ ਆਪਣੀ ਪੀੜ ਨੂੰ ਅੱਗੇ ਸੀ ਕਿ ਅਸੀਂ ਜਹਾਜ਼ ਉੱਡ ਕੇ ਵਿਦੇਸ਼ਾਂ ਨੂੰ ਜਾਈਏ। ਜਿਵੇਂ ਉਹ ਸਿਕੰਦਰ ਕਹਿੰਦਾ ਹੁੰਦਾ ਨਾ ਆਪਣਾ, ਕਹਿੰਦਾ ਅੱਗੇ ਤਾਂ ਮਾਂ ਸੁੱਖਦੀ ਸੀ ਕਿ ਪੁੱਤ ਬਾਹਰ ਚਲਾ ਜਾਵੇ, ਹੁਣ ਮਾਂ ਸੁੱਖਾਂ ਸੁੱਖਦੀ ਹੈ ਕਿ ਪੁੱਤ ਕਦੋਂ ਕਲਾਹੇ ਆਵੇ। ਸੋ ਇਹ ਵਰਤਾਰੇ ਬਦਲੇ ਨੇ। ਉਹ ਕਿਸੇ ਵਿਦੇਸ਼ੀ ਵੀਰ ਦੀ ਜਿਹੜੀ ਭਾਵਨਾ ਸੀ, ਜਿਹਨੂੰ ਐ ਹੁੰਦਾ ਕਿ ਉਹ ਇਦਾਂ ਸੀ, ਮੇਰੇ ਯਕਦਮ ਯਾਦ ਨਹੀਂ ਆ ਰਿਹਾ, ਕਿ ਇੰਡੀਆ ਨੂੰ ਜਦੋਂ ਵੇਖ ਲਿਆ ਉੱਡਿਆ ਜਾਂਦਾ ਜਹਾਜ਼, ਇੰਡੀਆ ਨੂੰ ਜਦੋਂ ਵੇਖਦਾ ਉੱਡਿਆ ਜਾਂਦਾ ਜਹਾਜ਼, ਮਨ ਮੇਰੇ ਵਿੱਚ ਹੋਂਬਦੀ ਫਿਰ ਮਿੱਠੀ ਮਿੱਠੀ ਖਾਜ। ਕਿ ਨਾਲ ਦੇ ਇੰਡੀਆ ਜਾ ਰਹੇ ਨੇ, ਖਾਸ ਕਰਕੇ ਮਿਡਲ ਈਸਟ ਦੇ ਜਿਹੜੇ ਮੁਲਕ ਨੇ, ਜਿਹੜੇ ਪਰਿਵਾਰਾਂ ਤੋਂ ਬਿਨਾਂ ਇਕੱਲੇ ਰਹਿ ਰਹੇ ਲੋਕ ਨੇ, ਜਿਹੜੇ ਤਾਂ ਪਰਿਵਾਰ ਨਾਲ ਨੇ ਉਹਨਾਂ ਨੂੰ ਤਾਂ ਫੇਰ ਉਨੀ ਸਿੱਕ ਨਹੀਂ ਹੁੰਦੀ ਵਤਨ ਦੀ, ਉਨੀ ਖਿੱਚ ਨਹੀਂ ਹੁੰਦੀ, ਪਰ ਜਿਹੜੇ ਇਕੱਲੇ ਰਹਿੰਦੇ ਲੋਕ ਨੇ ਉਹਨਾਂ ਨੂੰ ਵਤਨ ਦੀ ਬਹੁਤ ਖਿੱਚ ਹੁੰਦੀ ਹੈ। ਧਨੀ ਰਾਮ ਚਾਤਰਿਕ ਨੇ ਸ਼ਾਇਦ ਕਿਸੇ ਹੋਰ ਸ਼ਾਇਰ ਨੇ ਲਿਖਿਆ ਕਿ ਦੇਸੋਂ ਆਉਂਦੇ ਰਾਹੀਆ ਦੱਸੀ ਕਹਾਣੀ ਆਪਣੇ ਪਿੰਡ ਦੀ। ਸੋ ਇਸ ਕਰਕੇ ਇਹ ਵਰਤਾਰਾ ਅੱਜ ਜਿਸ ਤਰ੍ਹਾਂ ਤਬਦੀਲੀਆਂ ਆ ਰਹੀਆਂ ਨੇ ਮਨੁੱਖੀ ਸਮਾਜ ਦੇ ਵਿੱਚ, ਇਹ ਨਹੀਂ ਕਿ ਸਿਰਫ ਪੰਜਾਬ ਦੇ ਵਿੱਚ ਹੀ, ਇਹ ਜਿਹੜੀਆਂ ਤਬਦੀਲੀਆਂ ਆਈਆਂ ਨੇ, ਆ ਜਿਹੜੀਆਂ ਹਿਮ ਕਹਿ ਲਈਏ, ਜਿਹਨੂੰ ਹਿਮ ਏਰੀਆ ਕਹਿ ਲਈਏ, ਜਿਹੜਾ ਪਰਬਤਾਂ ਦਾ ਏਰੀਆ ਕਹਿ ਲਈਏ, ਪਹਾੜੀ ਪ੍ਰਦੇਸ਼ ਕਹਿ ਲਈਏ, ਹਿਮਾਚਲ ਤੋਂ ਲੈ ਕੇ ਲੇਹ ਲਦਾਖ ਤੋਂ ਲੈ ਕੇ ਕਸ਼ਮੀਰ ਤੋਂ ਲੈ ਕੇ 7 ਸਿਸਟਰ ਸਟੇਟ ਤੱਕ, ਜਿਹੜਾ ਹਿਮਾਚਲ ਦੇ ਪ੍ਰਭਾਵਿਤ ਜਿਹੜੇ ਨੇ ਹਿਮਾਲਾ ਪਰਬਤ ਦੇ ਅਧੀਨ ਆਉਂਦੇ ਜਿੰਨੇ ਵੀ ਸੂਬੇ ਨੇ, ਉਹਨਾਂ 'ਚ ਪ੍ਰਵਾਸ ਬਹੁਤ ਵੱਡੇ ਪੱਧਰ ਤੇ ਹੋਇਆ। ਪਿੱਛੇ ਜੇ ਪੰਜਾਬ ਦੇ ਪ੍ਰਵਾਸ ਨੂੰ ਤਾਂ ਪਰ ਉਹ ਨਹੀਂ ਹੈ, ਹਿਮਾਚਲ ਪ੍ਰਦੇਸ਼ ਨੇ ਆਪਣੇ ਪਿੰਡਾਂ ਦੇ ਵਿੱਚ ਲੋਕਾਂ ਦੇ ਕੰਮ ਧੰਦੇ ਸ਼ੁਰੂ ਕਰਨ ਦੀ ਲਹਿਰ ਚਲਾਈ ਤਾਂ ਜੋ ਪਿੰਡਾਂ 'ਚੋਂ ਹੋ ਰਹੇ ਪ੍ਰਵਾਸ ਨੂੰ ਕਿਵੇਂ ਨਾ ਕਿਵੇਂ ਠੱਲਿਆ ਜਾਵੇ। ਜਿਹੜੇ ਸੁਚੇਤ ਲੋਕ ਸੀ, ਮਸਲਨ ਤੁਸੀਂ ਜੀਵਨੀ ਪੜ੍ਹੋ, ਉਹ ਇਤਫਾਕਨ ਉਹ ਕਿਤਾਬ ਜਿਹੜੀ ਸੀ ਬੜੀ ਇੰਟਰਸਟਿੰਗ ਸੀ, ਸਾਬਕਾ ਰਾਸ਼ਟਰਪਤੀ ਕਲਾਮ ਸਾਹਿਬ ਦੀ, ਉੱਡਦੇ ਪੰਖਾਂ ਦੀ ਪਰਵਾਜ਼, ਇਸ ਤਰ੍ਹਾਂ ਦਾ ਟਾਈਟਲ ਸੀ ਉਹਦਾ। ਉਹਦੇ ਵਿੱਚ ਵੀ ਉਹਨਾਂ ਨੇ ਤੌਖਲਾ ਜ਼ਾਹਰ ਕੀਤਾ ਸੀ ਕਿ ਇਹ ਜਿਹੜਾ ਬ੍ਰੇਨ ਡਰੇਨ ਹੋ ਰਿਹਾ, ਇਹਦਾ ਸਭ ਤੋਂ ਵੱਧ ਖਮਿਆਜਾ ਸਾਡੀ ਬਜ਼ੁਰਗੀ ਝੱਲਦੀ ਹੈ। ਤੇ ਇਸ ਕਰਕੇ ਇਹ ਜਿਹੜਾ ਬ੍ਰੇਨ ਡਰੇਨ ਹੋ ਰਿਹਾ, ਵਿਦੇਸ਼ਾਂ ਨੂੰ ਜਾਣ ਦਾ ਜਿਹੜਾ ਚਲਨ ਹੈ, ਇਹਨੇ ਜੋ ਤਰਾਸਦੀਆਂ ਪੈਦਾ ਕੀਤੀਆਂ ਨੇ ਉਹ ਸ਼ਾਇਦ ਪੰਜਾਬ ਆਉਣ ਵਾਲੇ ਸਮੇਂ 'ਚ ਸਮਝੇਗਾ। ਸੋ ਇਸ ਤਰ੍ਹਾਂ ਸਾਦੀਆਂ ਮਰਾਦੀਆਂ ਗੱਲਾਂ ਕਰਨ ਦੇ ਵਾਸਤੇ, ਕਿਉਂਕਿ ਜਦੋਂ ਵਿਰਕ ਸਾਹਿਬ ਪਾਰਕ 'ਚ ਕਈ ਵਾਰੀ ਸੈਰ ਕਰਦੇ ਹੁੰਦੇ ਆ, ਐਨਵਾਇਰਨਮੈਂਟ ਪਾਰਕ 'ਚ, ਉਹ ਆਪਣੇ ਆਪ ਤੇ ਵੀ ਹੱਸ ਲੈਂਦੇ ਨੇ। ਪਿੱਛੇ ਜੇ ਸੈਰ ਕਰਦੇ ਆ ਨਾ, ਉਹਨਾਂ ਨੇ ਵਿਰਕਾਂ ਤੇ ਵਿਰਕਨਾਮੇ ਸੁਣਾਏ। ਮੈਂ ਉਹਨਾਂ ਨੂੰ ਆਖਿਆ ਤੁਸੀਂ ਕਿਤਾਬ ਲਿਖੋ ਵਿਰਕਨਾਮਾ, ਕਿਉਂਕਿ ਵਿਰਕਾਂ ਨਾਲ ਸੰਬੰਧਿਤ ਹਸਾਉਣੀਆਂ ਬਹੁਤ ਨੇ। ਸੋ ਵਿਰਕਾਂ ਨੂੰ ਬਹੁਤ ਸਾਰੇ ਮਾਮਲਿਆਂ 'ਚ ਲੋਕ ਭੰਡਦੇ ਵੀ ਬਹੁਤ ਨੇ, ਪਰ ਉਹ ਕਈ ਵਾਰੀ ਹੁੰਦਾ ਹੈ, ਇਹ ਸਾਡੀ ਖਾਸੀਅਤ ਹੈ ਕਿ ਆਪਣੇ ਆਪ ਤੇ ਵੀ ਜਿਹੜਾ ਅਸੀਂ ਲੋਕ ਹੱਸ ਸਕਦੇ ਹਾਂ। ਆਪਣਾ ਆਪ ਮਜ਼ਾਕ ਉਡਾਉਣਾ ਜਿਸ ਨੂੰ ਆਉਂਦਾ ਹੈ, ਉਹ ਦੂਜੇ ਦੀ ਖਿੱਲੀ ਸੱਜਣਾ ਕਦੋਂ ਉਡਾਉਂਦਾ ਹੈ। ਬੇਸ਼ੱਕ ਚੁਟਕਲਿਆਂ ਦਾ ਵੀ ਸਰਦਾਰ ਪੰਜਾਬੀ ਏ, ਪਿਆਰ ਪੰਜਾਬੀ ਏ, ਗੁਰਦਾਸ ਨੇ ਵੀ ਲਿਖਿਆ। ਸੋ ਆਪਣੇ ਆਪ ਤੇ, ਈਵਨ ਤੁਸੀਂ ਨਰਿੰਦਰ ਸਿੰਘ ਕਪੂਰ ਨੂੰ ਪੜ੍ਹੋ, ਉਹ ਆਪਣੇ ਆਪ ਤੇ ਮਜ਼ਾਕ ਕਰਦੇ ਨੇ, ਹੈ ਨਾ। ਸੋ ਇਸ ਕਰਕੇ ਇਹ ਵੀ ਮਨੁੱਖੀ ਮਨ ਦੀ ਫਿਤਰਤ ਹੈ। ਖੈਰ, ਇਸ ਤਰ੍ਹਾਂ ਦੀਆਂ ਪੰਜਾਬ ਦੀਆਂ, ਭਾਰਤ ਦੀਆਂ ਸਿਆਸਤ ਦੀਆਂ, ਵਿਰਾਸਤ ਦੀਆਂ, ਧਰਮ ਕਰਮ ਦੀਆਂ ਗੱਲਾਂ ਕਰਨ ਦੇ ਲਈ ਆਪਣੇ ਨਾਲ ਜੁੜੇ ਨੇ ਰਿਟਾਇਰਡ ਪੁਲਿਸ ਅਧਿਕਾਰੀ ਸੁਖਦੇਵ ਸਿੰਘ ਵਿਰਕ। ਵਿਰਕ ਸਾਹਿਬ ਸਵਾਗਤ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਧੰਨਵਾਦ ਟਵਾਣਾ ਸਾਹਿਬ, ਥੈਂਕ ਯੂ। ਮਿਹਰਬਾਨੀ। ਵਿਰਕ ਸਾਹਿਬ, ਕਿੱਦਾਂ ਚੱਲਦੀ ਹੈ ਸੈਰ ਸਪੱਟਾ, ਫਿਰ ਵਾਲੀਬਾਲ ਚੱਲਦੀ ਹੈ? ਪੂਰੀ ਵਧੀਆ ਜੀ, ਪੂਰੀ ਵਧੀਆ। ਮੈਂ ਹੁਣ ਵੀ ਐਨਵਾਇਰਨਮੈਂਟ ਪਾਰਕ ਸੀਗਾ ਬਾਈ ਜੀ।
ਅੱਛਾ ਅੱਛਾ, ਪਾਰਕ ਚੋਂ ਸੈਰ ਕਰਦੇ ਹੋ, ਉਹਨਾਂ ਅਸੀਂ ਇੱਕ ਬੜੀ ਰੇਡੀਓ ਵਧੀਆ, ਚ। ਹਾਂਜੀ ਹਾਂ ਬੜੀ ਇੱਕ ਇਹੋ ਜਿਹੀ ਘਟਨਾ ਹੋਈ, ਮੈਂ ਤੈਨੂੰ ਹੁਣੇ ਸੁਣਾਉਣਾ। ਇਤਨਾ এনवायरमेंट ਪਾਰਕ 'ਚ ਇੱਕ ਪਾਸੇ ਖੱਡਾਂ ਸੀ ਚੂਹਿਆਂ ਦੀਆਂ, ਅੱਛਾ ਤੇ ਜੀ। ਉੱਥੇ ਇੱਕ ਸੱਜਣ ਨਾ ਉਹਨਾਂ ਨੂੰ ਬਿਸਕੁਟ ਪਾ ਰਿਹਾ ਚੂਹਿਆਂ ਨੂੰ। ਉਹ ਮੈਂ ਉਹਨੂੰ ਬੇਨਤੀ ਕੀਤੀ, ਮੈਂ ਆਖਿਆ ਯਾਰ ਵੀ ਇਹਨਾਂ ਨੂੰ ਬਿਸਕੁਟ ਕਿਉਂ ਪਾ ਰਹੇ ਆ, ਵੀ ਇਹ ਤਾਂ ਬੱਚੇ ਜਦੋਂ ਡਰਦੇ ਜਾਏ ਇਹ ਤਾਂ ਮਾੜੇ ਆ ਇੱਥੇ। ਕਹਿੰਦਾ ਬਾਈ ਹਾਂ ਜੀ ਰੱਬ ਨੇ ਜੀਵ ਨੂੰ ਅੰਨ ਦੇਣਾ, ਉਹ ਤਾਂ ਦੇਣਾ ਹੀ ਆ ਨਾ। ਹਾਂ ਹਾਂ। ਮੈਂ ਆਖਿਆ ਤੇ ਚੂਹਿਆਂ ਨੂੰ ਇਹਨੂੰ ਘਰੇ ਲੈ ਜਾਓ ਜਾਂ ਤਾਂ ਉੱਥੇ ਜਾ ਕੇ ਪਾ ਦਿਓ ਮੈਨੂੰ। ਮੈਨੂੰ ਨਾ ਉਹ ਅਖੀਰ ਨੂੰ ਮਤਲਬ ਮੈਂ ਕਨਵਿੰਸ ਨਹੀਂ ਕਰ ਸਕਿਆ ਉਹਨੂੰ। ਤੇ ਮੈਂ ਉਹਨੂੰ ਬੇਨਤੀ ਕੀਤੀ, ਬਾਈ ਜੀ ਸ਼ਾਇਦ ਨਾ ਵੀ ਮੈਂ ਤੁਹਾਨੂੰ ਸਮਝ ਨਹੀਂ ਸਕਿਆ ਜਾਂ ਤੁਸੀਂ ਮੈਨੂੰ ਨਹੀਂ ਸਮਝ ਸਕੇ, ਸੋ ਸੌਰੀ ਜੇ ਮੇਰੀ ਕੋਈ ਗੱਲ ਤੁਹਾਡਾ ਮਤਲਬ ਬੁਰੀ ਲੱਗੀ ਹੋਵੇ, ਪਰ ਇਹ ਆਪਾਂ ਗਲਤ ਕਰ ਰਹੇ ਹਾਂ। ਬਹੁਤ ਗਲਤ ਵਿਰਕ ਸਾਹਿਬ। ਤੁਸੀਂ ਵੇਖੋ ਕਿ এনवायरमेंट ਪਾਰਕ ਚੋਂ 2-3 ਮਣ ਦਾਣੇ ਜਦੋਂ ਮਰਜ਼ੀ ਇਕੱਠੇ ਕਰ ਲਓ, ਇੰਨੇ ਵਾਧੂ ਦਾਣੇ ਨੇ। ਹੁਣ ਚੂਹੇ ਬਾਈ ਜੀ ਬਾਂਦਰਾਂ ਨੂੰ ਪਾ ਦਿੰਦੇ ਆ ਉੱਥੇ, ਉਹ ਬੱਚਿਆਂ ਦੇ ਨਾ ਹਰ ਟਾਈਮ ਜ਼ਖਮੀ ਕਰਨ ਦਾ ਡਰ। ਮਤਲਬ ਆਪਣੇ ਲੋਕਾਂ ਨੂੰ ਨਾ ਜਦੋਂ ਤੱਕ ਸਾਡੇ ਸਮਾਜ ਤੇ ਹਰ ਖੇਤਰ 'ਚ ਅਸੀਂ ਧਰਮ ਵਾਲੀ ਗੱਲ ਨਹੀਂ ਲਿਆਉਣੋਂ ਹਟਾਂਗੇ, ਸਾਡਾ ਦਿਮਾਗ ਸਾਫ਼ ਹੋ ਹੀ ਨਹੀਂ ਸਕਦਾ ਬਾਈ ਜੀ। ਅਸੀਂ ਖੇਡਾਂ ਦੇ ਵਿੱਚ ਵੀ ਧਰਮ ਵਾਲੀ ਗੱਲ ਲਿਆਉਣੇ, ਪਹਿਲਾਂ ਆਹ ਮੱਥਾ ਟੇਕੋ ਫੇਰ ਉਧਰ ਨੂੰ ਜਾਓ, ਪਹਿਲਾਂ ਫੇਰ ਆਪਾਂ ਇੱਥੇ ਵੀ ਉਹੀ ਲਿਆਉਣੇ ਆ ਵੀ ਚੂਹਿਆਂ ਨੂੰ ਪਾਰਕ ਦੇ ਵਿੱਚ ਚੂਹਿਆਂ ਨੂੰ ਲਈ ਫਿਰਦੇ, ਕਿਤੇ ਬੇਇੱਜ਼ਤੀ ਆ ਹਨਾ। ਇੱਕ ਦਿਨ ਇੱਕ ਬਾਂਦਰਾਂ ਨੂੰ ਪਾ ਰਿਹਾ ਸੀ ਕੇਲੇ, ਪਿੱਛੇ ਜੇ ਦੇਖੋ ਤੁਸੀਂ এনवायरमेंट ਪਾਰਕ ਬਾਂਦਰ ਆਉਣ ਲੱਗੇ ਸੀ, ਅਟੈਕ ਕਰਨ ਲੱਗੇ ਸੀ, ਫਿਰ ਉਹ ਮਸਾਂ ਬਾਂਦਰਾਂ ਨੇ ਹਟਾਇਆ। ਮਸਾਂ ਬਾਂਦਰ ਮਤਲਬ ਬਾਂਦਰ ਆਉਣੋਂ ਹਟ ਗਏ, ਬਾਂਦਰਾਂ ਨੂੰ ਬੁਲਾਉਣ ਵਾਲੇ ਨਹੀਂ ਅਜੇ ਆਉਣੋਂ ਹਟੇ। ਤੁਸੀਂ ਨਾ ਵਿਰਕਾਂ ਦੀ ਗੱਲ ਕਰ ਰਹੇ ਸੀ ਨਾ। ਹਾਂਜੀ ਤੁਸੀਂ ਵਿਰਕਾਂ ਦੀ ਗੱਲ ਕਰ ਰਹੇ ਸੀ ਨਾ, ਮੈਂ ਉਹ ਜੋ ਮੈਂ ਵਿਰਕਾਂ ਦੇ ਮੈਂ ਨਾ ਨਵਾਂ ਭਰਤੀ ਹੋਇਆ। ਅੱਛਾ ਜੀ। ਕਾਰ ਦੇ ਪਿੱਛੇ ਨਾ ਮਤਲਬ ਤੁਸੀਂ ਜਿਵੇਂ ਗੱਡੀਆਂ ਜਾਂਦੀਆਂ ਉਹਨਾਂ 'ਚ ਜੇ ਸਾਰਿਆਂ ਤੋਂ ਵੱਧ ਗੋਤ ਲਿਖਦੇ ਆ ਤੇ ਵਿਰਕ ਲਿਖਦੇ, ਬਹੁਤ ਸ਼ੌਕ ਨਾਲ ਲਿਖਦੇ ਆ ਵਿਰਕ ਗੋਤ। ਅੱਛਾ ਜੀ। ਤੇ ਮੈਂ ਵੀ ਲਿਖਿਆ ਹੋਇਆ, ਸੋ ਮਤਲਬ ਮੈਂ ਵੀ ਆਪਦੀ ਕੌਮ ਦਾ ਜਾਂ ਆਪਦੇ ਸਬ ਕਾਸਟ ਦਾ ਮਾਨ ਰੱਖਣਾ। ਮੇਰੇ ਨਾ ਅਸੀਂ ਪ੍ਰਧਾਨ ਮੰਤਰੀ ਨੇ ਆਉਣਾ ਸੀ, ਉੱਥੇ ਡਿਊਟੀ ਲੱਗੀ, ਇੱਕ ਹੌਲਦਾਰ ਕੋਲ ਦੀ ਲੰਘ ਜੇ, ਉਹਨੂੰ ਪਤਾ ਸੀ ਮੈਂ ਜਾਣ ਕੇ ਸ਼ਰਾਰਤ ਕਰਨ ਦੇ ਲਈ ਨੇ। ਕਹਿੰਦਾ ਯਾ ਵਿਰਕ ਅਫਸਰ ਕਿਹੜਾ ਹੈ? ਉਹ ਦੂਜਾ ਕਹਿੰਦਾ ਵੀ ਉਹ ਨਵੇਂ ਭਰਤੀ ਹੋਏ ਆ। ਕਹਿੰਦਾ ਬਾਈ ਇਹਨਾਂ ਦਾ ਕਰੈਕਟਰ ਪੁਰਾਣਾ, ਜਿਹੜਾ ਥਾਣੇ ਤੋਂ ਰਿਪੋਰਟ ਕਰਾ ਲਈ ਸੀ, ਕੋਈ ਚੋਰੀ ਦਾ ਪਰਚਾ ਤਾਂ ਨਹੀਂ ਦਰਜ ਹੋਇਆ? ਮੈਨੂੰ ਗੁੱਸਾ ਆਇਆ ਹੈਨਾ। ਉਹਨੇ ਮੁੜ ਕੇ ਮਜ਼ਾਕ ਕਰਨ ਵਾਲੇ ਨੇ ਦੱਸਿਆ, ਕਹਿੰਦਾ ਬਾਈ ਜੀ ਮੈਂ ਵੀ ਵਿਰਕੀ ਆ। ਬੜੀਆਂ ਹਸਾਉਣੀਆਂ ਬਣ ਗਈਆਂ ਜਦੋਂ ਆਪਣੇ ਸੁਧੀਰ ਡਾਕਟਰ ਬਹੁਤ ਵਧੀਆ ਨੇ, ਹਾਰਟ ਵਾਲੇ, ਸਦਭਾਵਨਾ ਵਾਲੇ, ਉਹਨਾਂ ਦੇ ਕੋਈ ਮਰੀਜ਼ ਆਇਆ ਤੇ ਉਹਨਾਂ ਨੂੰ ਕਾਫੀ ਚੋਰੀ ਕਰ ਗਿਆ ਸੀ ਨਾ। ਉਦੋਂ ਦਲਜੀਤ ਵਿਰਕ ਮੇਰੇ ਖਿਆਲ ਇੰਸਪੈਕਟਰ ਸੀ, ਤੁਸੀਂ DSP ਸੀ, ਤੇ ਮੇਰੇ ਖਿਆਲ SP ਵੀ ਵਿਰਕ ਸੀ ਉਦੋਂ ਕੋਈ। ਹਾਂਜੀ ਹਾਂਜੀ ਹਾਂਜੀ। ਉਦੋਂ ਵੀ ਤੁਸੀਂ ਆਖਿਆ ਕਹਿੰਦੇ ਅਸੀਂ 3 ਵਿਰਕ ਇਕੱਠੇ ਹੋ ਗਏ, ਫਿਰ ਚੋਰ ਕਿਵੇਂ ਨਾ ਲੱਭਦੇ। ਉਹ ਡਾਕਟਰ ਸਾਹਿਬ ਨਾਲ ਨਾ ਵਧੀਆ ਪਿਆਰੇ ਇਨਸਾਨ ਹੈ, ਪਰ ਮੈਨੂੰ ਦੱਸਿਆ ਲੱਭ ਗਈ ਚੋਰੀ। ਚਲੋ ਜਿਹੜੇ ਨਾ ਮੈਨੂੰ ਕਹਿੰਦਾ ਜੀ ਧੰਨਵਾਦ ਪੁਲਿਸ ਦਾ ਵੀ ਆ, ਲੱਭ ਗਈ ਜੀ। ਮੈਂ ਕਿਹਾ 3 ਵਿਰਕਾਂ ਤੋਂ ਬਾਅਦ ਵੀ ਇਹ ਚੋਰ ਨਾ ਲੱਭਿਆ ਫਿਰ ਤਾਂ ਮਾੜੀ। ਇੱਕ ਵਿਰਕ ਸਾਹਿਬ, ਚਲੋ ਆਪਾਂ ਵਿਰਾਸਤ ਦੀਆਂ ਗੱਲਾਂ ਕਰਦੇ ਹਾਂ, ਖਾਸੀਅਤ ਹੁੰਦੀ ਹੈ ਇੱਥੇ। ਆਪਣੇ ਨਾ ਸ਼ਾਇਰ ਸੀ ਬਹੁਤ ਵੱਡੇ, ਉਹ ਫੌਤ ਹੋ ਗਏ, ਚਲੋ ਨਾਂ ਨਹੀਂ ਮੈਂ ਲਵਾਂਗਾ। ਉਹਨਾਂ ਦੇ ਮੁੰਡੇ ਆਸਟ੍ਰੇਲੀਆ ਵੀ ਪੜ੍ਹ ਕੇ ਆਏ, ਅਸੀਂ ਬੈਠੇ, ਬਹੁਤ ਵਧੀਆ ਸ਼ਾਇਰ ਸੀ ਪੰਜਾਬ ਦੇ ਉਹ ਯੂਨੀਵਰਸਿਟੀ। ਉਹ ਕਹਿੰਦੇ ਵੀ ਮੇਰੇ ਮੁੰਡੇ ਆਸਟ੍ਰੇਲੀਆ ਪੜ੍ਹ ਕੇ ਆਏ ਨੇ, ਵੀ ਸਿਰੇ ਦਾ ਕੁੱਤਾ ਜਾਨ ਹੀ ਵਾਰ ਦਿੰਦੇ ਨੇ, ਕਿ ਕੁੱਤਾ ਉਹਨਾਂ ਨੇ ਚੋਰੀ ਕਰਨਾ ਹੀ ਕਰਨਾ, ਫਿਰ ਰੱਖਣਾ ਘਰੇ, ਐ ਨਹੀਂ ਕਿ ਵੇਚਣਾ। ਫਿਰ ਉਹਨਾਂ ਨੇ ਉਹਨਾਂ ਦੀ ਕਤਿਤ ਦੱਸੀ, ਕਹਿੰਦੇ ਵੀ ਕਰਦੇ ਕਿਵੇਂ ਆ? ਕਹਿੰਦੇ ਉਹ ਕੁੱਤੀ ਦਾ ਪਿਸ਼ਾਬ ਲੈਂਦੇ ਨੇ ਜਦੋਂ ਬਹਾਰ ਚ ਹੁੰਦੀ ਹੈ, ਉਹ ਪਤਾ ਨਹੀਂ ਕਿੱਥੋਂ ਉਹਨਾਂ ਨੇ ਸਟੱਡੀ ਕੀਤਾ। ਕਹਿੰਦੇ ਉਹ ਅਗਲੇ ਦੇ ਘਰ ਮੂਹਰੇ ਡੋਹ ਲਿਆਉਂਦੇ ਨੇ, ਕੁੱਤਾ ਕਹਿੰਦੇ ਆਪੇ ਸਾਡੇ ਘਰ ਆ ਜਾਂਦਾ ਸੁੰਘਦਾ। ਇਹ ਜਿਹੜਾ ਪਸ਼ੂਆਂ ਦੇ ਬਾਰੇ ਤੁਹਾਡੇ ਭਾਈਚਾਰੇ ਨੂੰ, ਕਿਉਂਕਿ ਦੇਖੋ ਜੇ ਤਾਂ ਮੈਂ ਹੁਣ ਫਾਇਦਾ ਲਵਾਂਗਾ ਪੱਤਰਕਾਰ ਦੇ ਤੌਰ ਤੇ, ਜੇ ਤਾਂ ਮੈਂ ਕਿਸੇ ਗਿੱਲ ਨੂੰ ਜਾਂ ਹੋਰ ਨੂੰ ਪੁੱਛਦਾ ਤਾਂ ਵਿਰਕਾਂ ਨੇ ਕੇਸ ਕਰ ਦੇਣਾ ਸੀਗਾ। ਇਹ ਜਿਹੜਾ ਮਤਲਬ ਦੇਖੋ ਪਸ਼ੂ ਧਨ ਵੱਡਾ ਧਨ ਸੀ। ਹੁਣ ਬਾਦਲ ਸਾਹਿਬ ਵੀ ਕਈ ਵਾਰੀ ਇਲਾਕੇ 'ਚ ਤੁਹਾਡੇ ਪਿੰਡਾਂ ਦੇ ਕਹਿੰਦੇ ਘੁੰਮਦੇ ਹੁੰਦੇ ਆ, ਉਹ ਕਹਿਣਗੇ ਵੀ ਫਲਾਣਾ ਸਿਆ ਆਹ ਮੱਝ ਤਾਂ ਨਾ ਤੇਰੀ ਚੋਰੀ ਕਰਕੇ ਲਿਜਾਣ ਵਾਲੀ ਹੈ। ਬੰਦਾ ਖੁਸ਼ ਹੋ ਜਾਂਦਾ ਵੀ ਬਾਦਲ ਸਾਹਿਬ ਨੇ ਇਹਦੀ ਕਿਹਾ ਵੀ ਚੋਰੀ ਕਰਕੇ ਲਿਜਾਣ ਵਾਲੀ ਹੈ। ਤੇ ਇਦਾਂ ਹੀ ਮਤਲਬ ਇਹ ਪਸ਼ੂ ਧਨ ਦੀ ਚੋਰੀ ਵਿਰਕਾਂ ਦੇ ਸਿਰ ਕਿਉਂ ਪੈਂਦੀ ਹੈ? ਕਿ ਵਿਰਕ ਯਾਰ ਪਸ਼ੂਆਂ ਦੇ ਚੋਰ ਹੁੰਦੇ ਸੀਗੇ, ਕੀ ਲੌਜਿਕ ਹੈ? ਵਿਰਕ ਵੈਸੇ ਮਾਈਂਡ ਨਹੀਂ ਕਰਦੇ ਇਸ ਗੱਲ ਦਾ ਬਹੁਤੇ। ਜਿਹੜਾ ਬਾਹਰ ਦਾ ਇਲਾਕਾ ਸੀ ਨਾ ਬਾਈ ਜੀ, ਬਾਹਰ ਦਾ ਇਲਾਕਾ ਸੀ, ਦੁੱਲੇ ਹੋਣਾ ਦਾ ਇਲਾਕਾ ਸੀ, ਦੁੱਲੇ ਭੱਟੀ ਹੋਣਾ ਦਾ, ਸੋਹਣੇ ਕੱਦ ਕਾਠ, ਡਾਂਗ ਵਾਹੁਣ ਵਾਲੇ, ਲੇਜਾ ਵਾਹੁਣ ਵਾਲੇ, ਸੋਹਣੀ ਘੋੜੀ, ਸੋਹਣਾ ਜਵਾਨ, ਉਹ ਮਤਲਬ ਇੱਕ ਸ਼ੌਕ ਹੁੰਦਾ ਸੀ ਹਨਾ। ਅੱਛਾ ਜਿਹੜੇ ਜਿਵੇਂ ਹੁਣ ਮੁੰਡੇ ਦੇਖੀ ਜਾਂਦੇ, ਜਿਵੇਂ ਥਾਰ ਨਹੀਂ ਸਾਰਿਆਂ ਨੇ ਸ਼ਕੀਨਾਂ ਨੇ ਲੈ ਲਈ, ਉਦੋਂ ਹੁੰਦਾ ਸੀ, ਉਦੋਂ ਥਾਰ ਮੰਨ ਸਮਝ ਲਓ ਵੀ ਘੋੜੀਆਂ ਥਾਰ ਹੁੰਦੀਆਂ ਸੀ, ਸੋਹਣੀ ਮੱਝ ਬੰਦੇ ਦਾ ਸਰਮਾਇਆ ਹੁੰਦਾ ਸੀ ਹਨਾ, ਵੀ ਸੋਹਣਾ ਡੰਗਰ ਕਿੱਲੇ ਵੱਝਿਆ ਤੇ ਉਹਦੀ ਟੌਰ ਹੁੰਦੇ ਸੀ।
ਅੱਛਾ, ਇੱਕ ਇਸ ਬਾਰ ਦੇ ਇਲਾਕੇ ਦੇ ਜਿੰਨੇ ਗੱਭਰੂ ਸੀ ਉਹਨਾਂ ਨੂੰ ਆਪਦੀ ਤਾਕਤ ਤੇ ਬੜਾ ਤਾਕਤ ਪ੍ਰੂਵ ਕਰਨ ਦਾ ਤਰੀਕਾ ਹੁੰਦਾ ਸੀ ਵੀ ਜੇ ਉਹਨਾਂ ਨੇ ਕੋਈ ਇਹੋ ਜਿਹੀ ਇਲਤ ਨਾ ਕੀਤੀ। ਉਹ ਦੇਖੋ ਤੁਹਾਡੀ ਗੱਲ ਵਿਚਾਲੇ ਵਿਰਕ ਸਾਹਿਬ, ਜਦੋਂ ਮਿਰਜ਼ਾ ਆਪਣਾ ਜਾ ਰਿਹਾ ਸੀ ਲੈਣ ਆਪਣੀ ਮਹਿਬੂਬਾ ਨੂੰ ਤੇ ਉਹਦੇ ਨੂੰ ਚੰਦੜਾਂ ਦੀ ਜੰਜ ਟੱਕਰ ਗਈ। ਉਹ ਕਹਿੰਦੇ ਆ ਕਿੱਧਰ ਖੋਲੀ ਲਈ ਫਿਰਦਾ, ਉਹ ਕਹਿੰਦਾ ਮੇਰੀ ਬੱਕੀ ਨਾਲ ਆਪਣੀਆਂ ਘੋੜੀਆਂ ਭਜਾ ਲਓ, ਹੈਨਾ। ਫਿਰ ਸ਼ਰਤ ਲੱਗੀ। ਮਤਲਬ ਇਹ ਇੱਕ ਪ੍ਰਾਪਤੀ ਸੀ ਬਹੁਤ ਵੱਡੀ। ਹੁਣ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਲੈਲੀ ਘੋੜੀ ਦਾ ਜ਼ਿਕਰ ਹੈ, ਮਤਲਬ ਹੋਰ ਵੀ ਆਉਂਦਾ ਕਿ ਭਾਈ ਜਾਂ ਤਾਂ ਘੋੜਾ ਦੇ ਦੇ, ਨਹੀਂ ਚੋਰੀ ਕਰਕੇ ਲੈ ਜਾਣਾ। ਹਾਂਜੀ 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 ਹਾਂਜੀ। ਜਿਹੜੀ ਇਹ ਨਾ ਜੀ ਜਿਹੜਾ ਸ਼ੌਕ ਸੀ, ਸ਼ੌਕ ਨਾਲ ਰੱਖਣਾ ਤੇ ਹੰਡਾਉਣਾ, ਉਦੋਂ ਗੱਭਰੂਆਂ ਦਾ ਵੀ ਇਹ ਹੁੰਦਾ ਸੀ। ਉਦੋਂ ਬਜ਼ੁਰਗ ਵੀ ਜਿਹੜੇ ਡਾਂਟਦੇ ਸੀ ਉਹ ਲਾਡ ਨਾਲ ਡਾਂਟਦੇ ਸੀ। ਉਹ ਚਾਹੁੰਦੇ ਇਹ ਸੀ ਕਿ ਮੁੰਡੇ ਗੱਭਰੂ ਹੋਣ ਤੇ ਪੂਰੇ ਮਤਲਬ ਆਪਦੇ ਮੁਜ਼ਾਹਰਾ ਕਰਨ, ਆਪਦੇ ਫਨ ਦਾ ਹੱਸਣ ਖੇਡਣ। ਉਦੋਂ ਹਨਾ ਖਾਣ ਪੀਣ ਦਾ ਵੀ ਢੰਗ ਇਹ ਵੀ ਬੱਕਰਾ ਇਕੱਠਾ ਬਣਾ ਲਿਆ ਤੇ ਖੁੱਲਾ ਖਾਣਾ, ਖੁੱਲਾ ਹੱਸਣਾ ਖੇਡਣਾ ਹੋਣਾ ਨੂੰ ਆਪਾਂ ਇਹ ਥੋੜਾ ਵੀ ਮੁਸਕਰਾਹਟ ਬਸ ਇਕੱਲੀ ਬੁੱਲਾਂ ਬੁੱਲਾਂ 'ਚ ਰਹਿ ਗਈ ਹਨਾ। ਉਦੋਂ ਚਾਰ ਜਵਾਨ ਬਹਿੰਦੇ ਉਹ ਹੱਸਦੇ ਤਾਂ ਉਹਨਾਂ ਦਾ ਹਾਸਾ 2 ਕਿੱਲਿਆਂ ਤੱਕ ਸੁਣਦਾ ਸੀ ਹਨਾ। ਤਾਂ ਉਹ ਚਲੋ ਆਪਾਂ ਵੱਡੇ ਹੋ ਗਏ ਆ, ਸਾਨੂੰ ਟਵਾਣਿਆਂ ਨੂੰ ਵੀ ਕਹਿੰਦੇ ਹੁੰਦੇ ਨੇ। ਸਾਡੇ ਪਿੰਡ ਨੇੜੇ ਨਾ ਲਾਹੌਰੀਆਂ ਦੇ ਪਿੰਡ ਸੀਗੇ ਡਕੌਂਦਾ, ਉਹਨਾਂ ਨੇ ਕਹਿਣਾ ਸਾਨੂੰ ਪਤਾ ਨਹੀਂ ਸੀ, ਅਸੀਂ ਉਦੋਂ ਗੁੱਸਾ ਕਰਦੇ ਸੀਗੇ। ਉਹ ਸੁੱਖੀ ਹੋ ਰਹੀ ਸੀ, ਡੈਥ ਹੋ ਗਈ। ਉਹ ਕਹਿੰਦੇ ਸੀ ਟਵਾਣੇ ਦੇ ਗਦਾਰ ਹੁੰਦੇ ਆ। ਉਹ ਪਤਾ ਨਹੀਂ ਕੀ ਕਾਰਨ ਸੀ, ਕੋਈ ਪਿਛਲੀਆਂ ਹਿਸਟਰੀਆਂ ਨੇ। ਕਮਿਊਨਿਟੀ 'ਚ ਸਾਰੇ ਚੰਗੇ ਮੰਦੇ ਨਹੀਂ ਹੁੰਦੇ। ਸੋ ਇਸ ਕਰਕੇ ਮੇਰਾ ਖਿਆਲ ਹਰ ਜਾਤ ਗੋਤ ਨਾਲ ਸੰਬੰਧਿਤ ਹਸਾਉਣੀਆਂ ਜਾਂ ਮਿੱਥਾਂ ਬਣੀਆਂ ਨੇ ਕਿਤੇ ਨਾ ਕਿਤੇ, ਕੋਈ ਮਾੜੀ ਮੋਟੀ ਅਟੱਲ ਸੱਚਾਈ। ਈਵਨ ਇਹ ਵੀ ਨਹੀਂ, ਤੁਸੀਂ ਸਵੀਡਨ ਦੇ ਲੋਕ ਵੇਖ ਲਓ, ਨਾਰਵੇਜ਼ੀਅਨ ਵੇਖ ਲਓ, ਇਹ ਮਤਲਬ ਸਕੈਂਡੀਨੇਵੀਅਨ ਤੇ ਹਰ ਖਿੱਤੇ ਦੇ ਲੋਕਾਂ ਦੀ, ਫਰਾਂਸ ਦੇ ਲੋਕਾਂ ਦੀ ਆਪਣੀ ਫਿਤਰਤ ਆ। ਇਹ ਮਨੁੱਖੀ ਸੁਭਾਅ ਦੀਆਂ ਫਿਤਰਤਾਂ ਨੇ, ਇਹ ਤੋਂ ਜਿਹੜਾ ਮੁਨਕਰ ਨਹੀਂ ਹੋਇਆ ਜਾ ਸਕਦਾ। ਉਹ ਜਿਵੇਂ ਆਰੀ ਬਾਹਮਣਾ ਦੀ ਦਾਲ ਕਰਾਰੀ। ਹੁਣ ਸਾਡੇ ਤਾਂ ਜੱਟਾਂ ਦੇ ਕਦੇ ਗੰਢਾ ਨਹੀਂ ਹੁੰਦਾ, ਪਿਆਜ਼ ਨਹੀਂ ਹੁੰਦਾ, ਮਿਰਚਾਂ ਨਹੀਂ ਹੁੰਦਾ, ਉਹਨਾਂ ਦੇ 36 ਪਦਾਰਥ ਹੁੰਦੇ, ਆਪੇ ਕਰਾਰੀ ਹੋਣੀ ਆ, ਹਨਾ। ਸੋ ਇਹ ਇੱਕ ਮਨੁੱਖੀ ਸੁਭਾਅ ਦੀਆਂ ਫਿਤਰਤਾਂ ਨੇ। ਹੁਣ ਯੰਗ ਜਨਰੇਸ਼ਨ 'ਚ ਵੀ ਮੇਰਾ ਖਿਆਲ ਇਹ ਫਿਤਰਤਾਂ ਚੇਂਜ ਹੋ ਰਹੀਆਂ ਨੇ, ਜਾਂ ਐਜ਼ ਇਟ ਇਜ਼ ਉਹ ਜੈਨੇਟਿਕਲੀ ਤੁਸੀਂ ਕੀ ਮਹਿਸੂਸ ਕਰਦੇ ਹੋ? ਜਾਂ ਇੱਕ ਮੇਰਾ ਹੋਰ ਸਵਾਲ ਸੀਗਾ ਕਿ ਜਿਵੇਂ ਕੋਈ ਕੌਮ ਕਮਿਊਨਿਟੀ ਹੁਣ ਟਵਾਣਿਆਂ ਨਾਲ ਜਾਂ ਵਿਰਕਾਂ ਨਾਲ ਇਦਾਂ ਦੀਆਂ ਹਸਾਉਣੀਆਂ ਨੇ, ਜਿਵੇਂ ਪਹਿਲਾਂ ਤੁਸੀਂ ਵੀ ਮਾਈਂਡ ਕਰਦੇ ਹੋਵੋਗੇ, ਕੀ ਹੁਣ ਈਵਨ ਜੱਟਾਂ ਨੂੰ ਆਪਾਂ ਕਹਿ ਦਿੰਦੇ ਕਿ ਜੱਟ, ਅਗਲਾ ਕਹਿੰਦਾ ਜੱਟਾਂ ਦੇ ਖਿਲਾਫ ਜਿੰਨੇ ਨੈਗੇਟਿਵ ਅਖਾਣਾ ਮੁਹਾਵਰੇ ਨੇ, ਮੀਆਂ ਵਾਰਿਸ ਸ਼ਾਹ ਨੇ ਤਾਂ ਗਾਲਾਂ ਕੱਢਣ ਦੀ ਕੋਈ ਹੱਦ ਨਹੀਂ ਰੱਖੀ। ਹਾਲਾਂਕਿ ਜੱਟ ਹੀ ਮੀਆਂ ਵਾਰਿਸ ਸ਼ਾਹ ਨੂੰ ਸਭ ਤੋਂ ਵੱਧ ਪੜ੍ਹਦੇ ਸਤਿਕਾਰਦੇ ਆ, ਭਾਵੇਂ ਉਹ ਮੁਸਲਿਮ ਜੱਟ ਹੈ, ਭਾਵੇਂ ਹਿੰਦੂ ਹੈ ਜਾਂ ਸਿੱਖ ਜੱਟ ਨੇ। ਸੋ ਪਹਿਲਾਂ ਜਦੋਂ ਮਹਿਸੂਸ ਕਰਦੇ ਕਿ ਸਾਡੀ ਕਮਿਊਨਿਟੀ ਤੇ ਆ ਯਾਰ ਐਲੀਗੇਸ਼ਨ ਜਿਹਾ ਲੱਗਦਾ, ਸਾਨੂੰ ਇਹ ਮਜ਼ਾਕ ਕੀਤਾ ਜਾਂਦਾ ਹਸਾਉਣੀਆਂ 'ਚ, ਕੀ ਮਹਿਸੂਸ ਕਰਦੇ ਸੀ ਉਦੋਂ? ਅੱਜ ਕੱਲ੍ਹ ਫਖਰ ਨਾਲ ਬੰਦਾ ਉਹਨੂੰ ਮਤਲਬ ਪ੍ਰਵਾਨ ਕਰਦਾ। ਜੀ ਬਾਈ ਜੀ, ਜਿਹੜੀ ਗੱਲ ਉਹੀ ਗੱਲ ਹੁਣ, ਉਦੋਂ ਡਾਂਗ ਨਾਲ ਰਾਖੀ ਕਰਨ ਵਾਲੇ ਸੀ ਤਾਂ ਡਾਂਗ ਨਾਲ ਰਾਖੀ ਕਰਨ ਵਾਲਿਆਂ 'ਚ ਵਿਰਕ ਅੱਗੇ ਸੀਗੇ। ਹੁਣ ਤੁਸੀਂ ਪੁਲਿਸ ਅਫਸਰ ਦੇਖੋ ਵੀ ਕਿੰਨੇ ਵਿਰਕ ਹੈ, ਤੇ ਉਹ ਆਪਣੇ ਫੀਲਡ ਦੇ ਵਿੱਚ ਪੂਰੀ ਮਤਲਬ ਉਹਨਾਂ ਨੇ ਵਧੀਆ ਜੌਬ ਕੀਤੀ ਹੈ। ਕਿਸੇ ਵੀ ਜੌਬ ਦੇ ਮਤਲਬ ਅਸੀਂ 15-20 ਪੁਲਿਸ ਅਫਸਰਾਂ ਨੂੰ ਤਾਂ ਮੈਂ ਜਾਣਦਾ ਵਿਰਕਾਂ ਨੂੰ। ਤਾਂ ਦੇਖੋ ਹੁਣ ਚੇਂਜ ਆਇਆ ਜਦੋਂ ਕਾਨੂੰਨ ਦੇ ਸਿਸਟਮ ਦੇ ਵਿੱਚ ਆਏ, ਤਾਂ ਉਹਨਾਂ ਨੇ ਕਾਨੂੰਨ ਨਾਲ ਸਾਰਿਆਂ ਤੋਂ ਅੱਗੇ ਕੀਤਾ, ਮਤਲਬ ਰੱਖਿਆ ਉਹੀ ਵੀ ਜਿਹੜਾ ਦਬਦਬੇ ਵਾਲਾ ਕਿਤਾ ਹੀ ਉਹਨਾਂ ਨੂੰ ਅਟਰੈਕਟ ਕਰਦਾ। ਉਦੋਂ ਡਾਂਗ ਵਾਲਾ ਤੇ ਘੋੜੀ ਵਾਲਾ ਕਿਤਾ ਸੀ ਜਿਹੜਾ ਕਬੀਲਿਆਂ ਦਾ ਕਿੱਤਾ ਸੀਗਾ, ਉਹਨੇ ਅਟਰੈਕਟ ਕਰਦਾ ਸੀ, ਉਹ ਰੱਖਿਆ ਸੀ। ਹੁਣ ਕਾਨੂੰਨ ਦੇ ਤਰੀਕੇ ਨਾਲ ਹੁਣ ਵਿਰਕ ਮਤਲਬ ਫੇਰ ਪੁਲਿਸ ਅਫਸਰ ਬਹੁਤ ਨੇ ਵਿਰਕ, ਔਰ ਫੋਰਸ ਹੁਣ ਵੀ ਵਿਰਕਾਂ ਨੂੰ ਬਹੁਤ ਅਟਰੈਕਟ ਕਰਦੀ ਹੈ, ਚਾਹੇ ਆਰਮੀ ਹੋਵੇ ਚਾਹੇ ਪੁਲਿਸ ਹੋਵੇ। ਮਤਲਬ ਇਹਦੇ 'ਚ ਵਿਰਕਾਂ ਦੇ ਮੁੰਡੇ ਕਾਫੀ ਦਿਲਚਸਪੀ ਨਾਲ ਜਾਂਦੇ। ਦੂਜੀ ਜਿਹੜੀ ਹੈਗੀ ਹੈ ਕਾਮਨ ਦੀ, ਤੁਸੀਂ ਨਾ ਹੁਣ ਇੱਕ ਇਰਤੁਗਲ ਆ ਰਿਹਾ ਕੋਈ ਤੁਰਕਸ਼ ਹੈਗਾ, ਇਰਤੁਗਲ ਗਾਜੀ ਸ਼ੋਅ ਆ ਰਿਹਾ ਡਰਾਮਾ ਇਹਦੇ ਤੇ ਟੀਵੀ, ਬੜਾ ਕਮਾਲ। ਉਹਦੇ 'ਚ ਨਾ ਸੇਮ ਹਨਾ ਗੱਲ, ਉਹਦੇ 'ਚ ਵੀ ਜਿਹੜੀ ਉਹਨਾਂ ਦੀ ਖੇਡ ਦਿਖਾ ਰਹੀ ਹੈ, ਉਹ ਨਾ ਮੋਢਿਆਂ ਤੇ ਰੱਖ ਕੇ ਭੇਡ ਨੂੰ ਮੋਢਿਆਂ ਤੇ ਰੱਖ ਕੇ ਭੱਜਦੇ ਆ, ਰੇਸ ਹੁੰਦੀ ਆ ਉਹਨਾਂ ਦੀ। ਉਹਦੇ ਪਿੱਛੇ ਹੈ ਤਾਂ ਭੇਡ ਨੂੰ ਚੱਕ ਕੇ ਚੋਰੀ ਕਰਨ ਵਾਲਾ ਹੀ ਮਾਈਂਡ ਤਾਂ। ਜੀ ਬਿਲਕੁਲ ਹਨਾ। ਉਦੋਂ ਸਾਰੀਆਂ ਕੌਮਾਂ 'ਚ ਇਹਨਾਂ ਚੀਜ਼ਾਂ ਨੂੰ, ਕਿਉਂਕਿ ਖਾਣ ਵਾਲੀਆਂ ਮੀਟ ਪਲਾਨ ਇਹਨਾਂ ਚੀਜ਼ਾਂ ਦਾ ਉਹ ਸਾਰਾ ਹੀ ਕੁਛ ਇਹੋ ਜਿਹਾ ਸੀ, ਕਿਉਂਕਿ ਉਦੋਂ ਕਬੀਲਾ ਸਿਸਟਮ ਸੀ ਜਿਹੜਾ ਕਬੀਲੇ ਦੀ ਰਾਖੀ ਕਰਨ ਦਾ। ਹੋਰ ਕਈ ਭਾਈਚਾਰਿਆਂ 'ਚ ਹੁੰਦਾ ਕਿ ਜੇ ਤੂੰ ਚੋਰੀ ਕਰਕੇ ਲਿਆ ਕੇ ਪਹਿਲੀ ਕਮਾਈ ਦੇ ਤਾਂ ਜਾਣਾਂਗੇ। ਜਿਹੜੇ ਹੁਣ ਵਿਮੁਕਤ ਜਾਤੀਆਂ ਨੇ, ਜਿਹਨਾਂ ਨੂੰ 5 ਸਾਲ ਬਾਅਦ ਆਜ਼ਾਦੀ ਮਿਲੀ,
ਹੁਣ ਅੱਗੇ ਤਾਂ ਚਲੋ ਤੁਹਾਡੇ ਤਾਂ ਪੁਲਿਸ ਡਿਪਾਰਟਮੈਂਟ 'ਚ ਜਾਤ ਵਿਸ਼ੇਸ਼ ਤਾਂ ਹੀ ਸ਼ਾਇਦ ਲਿਖੀ ਜਾਂਦੀ ਹੈ ਕਿਉਂਕਿ ਇਹ ਸਿਸਟਮ ਮੇਰੇ ਖਿਆਲ ਮੁਗਲਾਂ ਵੇਲੇ ਵੀ ਚੱਲਦਾ ਹੋਣਾ, ਕਿਉਂਕਿ ਕਮਿਊਨਿਟੀ ਤੋਂ ਪਤਾ ਲੱਗ ਜਾਂਦਾ ਸੀਗਾ। ਜਿਵੇਂ ਵਿਮੁਕਤ ਜਾਤੀਆਂ ਨੇ, ਦੇਸ਼ ਆਜ਼ਾਦ ਹੁੰਦਾ 15 ਅਗਸਤ ਨੂੰ, ਇਹਨਾਂ ਨੂੰ 47 ਦੀ ਬਜਾਏ 52 'ਚ ਇਹ 150 ਜਾਤੀਆਂ, ਜਿਨ੍ਹਾਂ 'ਚ ਭੇਡਕੁੱਟ, ਛੱਜ ਘਾੜੇ, ਬੌਰੀਏ, ਜਿਹੜਾ ਗੈਂਗ ਅੱਜ ਕੱਲ੍ਹ ਵੀ ਕਹਿੰਦੇ ਬੌਰੀਆ ਗੈਂਗ ਫੜਿਆ ਗਿਆ, ਹੁਣ ਤਾਂ ਚਲੋ ਉਹ ਵੀ ਅਵੋਇਡ ਕਰਦੇ ਆ ਲੋਕੀ। ਸੋ ਇਸੇ ਕਰਕੇ ਸਾਡੇ ਕਾਨੂੰਨ 'ਚ ਜਾਤੀ ਪ੍ਰਥਾ ਜਿਹੜੀ ਆਈ, ਕਿਉਂਕਿ ਉਹ ਤੁਸੀਂ ਪੁਲਿਸ ਡਿਪਾਰਟਮੈਂਟ ਨਾਲ ਸੰਬੰਧਿਤ ਰਹੇ ਹੋ, ਕੀ ਇਹ ਅੰਗਰੇਜ਼ਾਂ ਦੇ ਵਕਤ ਜਾਤੀ ਵਿਸ਼ੇਸ਼ ਦੀਆਂ ਫਿਤਰਤਾਂ ਇਸੇ ਕਰਕੇ ਜਾਤ ਕਾਸਟ ਲਿਖਿਆ ਜਾਂਦਾ, ਜਾਂ ਅੰਗਰੇਜ਼ਾਂ ਤੋਂ ਪਹਿਲਾਂ ਮੁਗਲਾਂ ਵੇਲੇ ਵੀ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਸੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਕਿ ਬੰਦੇ ਦੀ ਸ਼ਨਾਖਤ, ਉਹਦਾ ਰੈਕਡ ਜਾਤ ਵਿਸ਼ੇਸ਼ ਦੇ ਨਾਂ ਨਾਲ ਜਾਣਿਆ ਜਾਵੇ? ਜੀ, ਜਿਹੜਾ ਬਾਈ ਜੀ ਮੁਗਲਾਂ ਦੇ ਟਾਈਮ ਦਾ ਤਾਂ ਮੈਨੂੰ ਨਹੀਂ ਪਤਾ ਵੀ ਉਹਨਾਂ ਦਾ ਕੀ ਸਿਸਟਮ ਸੀਗਾ ਪੁਲਿਸਿੰਗ ਦਾ, ਵੀ ਉਹਨਾਂ ਦਾ ਤਾਂ ਸਾਰਾ ਸੇਮ ਫੌਜ ਵੀ ਉਹ ਹੁੰਦੀ ਸੀ, ਕੋਤਵਾਲ ਵੀ ਉਹ ਹੁੰਦਾ ਸੀ। ਜਿਹੜਾ ਅੰਗਰੇਜ਼ਾਂ ਦੇ ਟਾਈਮ ਜਿਹੜਾ SHO ਦਾ ਰਜਿਸਟਰ ਹੁੰਦਾ ਸੀਗਾ, ਉਹਦੇ ਵਿੱਚ ਬਕਾਇਦਾ ਦਰਜ ਹੁੰਦਾ ਸੀ ਇਹ ਕਿ ਜਿਹੜੀਆਂ ਕ੍ਰਿਮੀਨਲ ਕਾਸਟ ਜਾਂ ਕ੍ਰਿਮੀਨਲ ਕਬੀਲੇ ਕਿਹੜੇ ਕਿਹੜੇ ਰਹਿੰਦੇ, ਕਿਹੜੇ ਕਿਹੜੇ ਥਾਂ ਤੇ। ਹੁਣ ਪਿੱਛੇ ਜੇ ਮਾਨਯੋਗ ਸੁਪਰੀਮ ਕੋਰਟ ਨੇ ਇਹ ਕਲੀਅਰ ਕੀਤਾ ਕਿ ਕਿਸੇ ਦੀ ਪੁਲਿਸ ਦੇ ਕਿਸੇ FIR 'ਚ ਜਾਂ ਕਿਸੇ ਉਹਦੇ 'ਚ ਜਾਤ ਨਾ ਲਿਖੀ ਜਾਵੇ। ਹੁਣ ਪੁਲਿਸ ਮਤਲਬ ਲਿਖਣੋਂ ਹਟ ਗਈ ਪਿਛਲੇ 5-7 ਸਾਲ 'ਚ, ਮੇਰੇ ਖਿਆਲ 4-5 ਸਾਲ। ਤੇ ਉਦੋਂ ਪਹਿਲਾਂ ਜਾਤ ਸਾਨੂੰ ਲਿਖਦੇ ਸੀ। ਜਿਹੜੀਆਂ ਕ੍ਰਿਮੀਨਲ ਕਾਸਟ ਜਿਹੜੀ SHO ਨੋਟ ਦਿੰਦਾ ਸੀ, ਉਹ ਬਕਾਇਦਾ ਆਪਦੀ ਜਿਹੜੀ ਸੀਕ੍ਰੇਟ ਡਾਇਰੀਆ ਵਿੱਚ ਨੋਟ ਲਿਖ ਜਾਂਦਾ ਸੀ, ਆਹ ਪਿੰਡ ਦੇ ਵਿੱਚ ਆਹ ਜਾਤਾਂ ਦੇ ਲੋਕ ਰਹਿੰਦੇ ਜਿਨ੍ਹਾਂ 'ਚੋਂ ਆਹ ਬੰਦੇ ਕ੍ਰਿਮੀਨਲ। ਅੱਛਾ ਵਿਰਕ ਸਾਹਿਬ, ਇਹ ਖਤਮ ਹੋ ਗਿਆ। ਪੁਲਿਸ ਡਿਪਾਰਟਮੈਂਟ ਸਾਈਕੀ ਨੂੰ ਬਹੁਤ ਕੈਚ ਕਰਦੀ ਹੈ। ਮਤਲਬ ਜਿਵੇਂ ਉਹ ਕਹਿੰਦੇ ਆ ਨਾ, ਪੁਲਿਸ ਵਾਲਾ ਤੁਰੇ ਜਾਂਦੇ ਬੰਦੇ ਨੂੰ ਵੇਖ ਕੇ ਦੱਸ ਦਿੰਦਾ ਵੀ ਇਹਦਾ ਕਿੱਦਾਂ ਦਾ ਹੈ, ਜਿਹੜਾ ਮਤਲਬ ਫੇਸ ਰੀਡਿੰਗ ਕਰਨੀ, ਜਿਵੇਂ ਡਾਕਟਰ ਮਰੀਜ਼ ਨੂੰ ਦੇਖ ਕੇ ਦੱਸ ਦਿੰਦਾ। ਇਹ ਪ੍ਰੋਫੈਸ਼ਨਲ ਅਪਰੋਚ ਹੁੰਦੀ ਹੈ ਬੰਦੇ ਦੀ, ਪ੍ਰੋਫੈਸ਼ਨਲਿਜ਼ਮ ਵੀ ਹੁੰਦਾ। ਤੇ ਹੁਣ ਜੇ ਹੁਣ ਬਾਣੀਆਂ ਦਾ ਮੁੰਡਾ, ਜਿਵੇਂ ਮਾਨਕ ਸਾਹਿਬ ਨੇ ਗਾਇਆ, ਘਰ ਪੰਡਤਾਂ ਦੇ ਮੁਰਗੇ ਰਿੱਝਦੇ ਨੇ, ਮੁੰਡੇ ਕਾਜ਼ੀਆਂ ਦੇ ਦਾਰੂ ਪੀਣ ਗਿੱਝ ਗਏ ਨੇ, ਉਹ ਬੰਦਿਸ਼ਾਂ ਸੀ। ਇਸ ਕਰਕੇ ਹਰ ਕਮਿਊਨਿਟੀ ਦੇ ਵਿੱਚ ਬੁਰਾਈਆਂ ਚੰਗਿਆਈਆਂ ਦੀਆਂ ਇੱਕ ਕੈਟਾਗਰੀ ਸੀਗੀਆਂ। ਹੁਣ ਜਿਹੜੀ ਕਮਿਊਨਿਟੀ 'ਚ ਚੋਰੀ ਕਰਨ ਨੂੰ ਜਾਂ ਲੜਾਈ ਝਗੜੇ ਨੂੰ ਕੋਈ ਬਹੁਤਾ ਨਹੀਂ ਮਾੜਿਆ ਸਮਝਿਆ ਜਾਂਦਾ, ਉੱਥੇ ਇਹ ਚੀਜ਼ਾਂ ਸੀਨਾ ਬਸੀਨਾ ਜ਼ਿਆਦਾ ਵੱਧਦੀਆਂ ਨੇ, ਉੱਥੇ ਕੋਈ ਬੌਦਰ ਨਹੀਂ ਕਰਦਾ। ਹੁਣ ਪੰਡਤਾਂ ਦਾ ਮੁਰਗਾ ਜਿਹੜੀ ਕਮਿਊਨਿਟੀ 'ਚ ਜਿਹੜੀ ਚੀਜ਼ ਬੈਨ ਹੈ, ਟੈਟੋ ਹੈ, ਟੋਟਮ ਹੈ, ਉਹ ਜੇ ਬੈਨ ਹੈ ਤੇ ਉਹ ਨਹੀਂ ਵਧੇਗੀ। ਜੇ ਉਹ ਚੀਜ਼ ਬੈਨ ਨਹੀਂ ਹੈ ਤੇ ਉਹ ਹੋਰ ਪਿਓਰ ਹੁੰਦਾ ਜਾਏਗਾ। ਮਤਲਬ ਉਹਨੂੰ ਜਿਵੇਂ ਰਿਫਾਈਨ ਕਰ ਦਿਓ ਕਿਸੇ ਚੀਜ਼ ਨੂੰ, ਪ੍ਰੋਫੈਸ਼ਨ ਨੂੰ। ਜਿਵੇਂ ਹੁਣ ਕਾਰੀਗਰ ਹੈ, ਜਿਹੜਾ ਕਹਿੰਦੇ ਹੁੰਦੇ ਆ ਨਾ ਵੀ ਜਿਹੜਾ ਕਾਰੀਗਰ ਹੈ, ਜਿਹੜਾ ਮਿਸਤਰੀਆਂ ਦਾ ਮੁੰਡਾ, ਜਿੰਨਾ ਪ੍ਰੋਫੈਸ਼ਨਲ ਤਰੀਕੇ ਨਾਲ ਜੇ ਉਹ ਬਚਪਨ 'ਚ ਰਿਹਾ ਆਪਣੇ ਕਾਰਖਾਨੇ, ਉਹ ਇੱਕ ਆਮ ਬਾਅਦ 'ਚ ਬਣੇ ਕਿਸੇ ਨੌਨ ਮਿਸਤਰੀ ਨਾਲੋਂ ਜ਼ਿਆਦਾ ਬਿਹਤਰ ਕੰਮ ਕਰ ਸਕੇਗਾ। ਹੁਣ ਜਿਹੜਾ ਜੱਟ ਦਾ ਪੁੱਤ ਹੈ, ਉਹ ਮਤਲਬ ਜ਼ਿਆਦਾ ਖੇਤੀ ਨਾਲ ਜੁੜਿਆ ਸ਼ੁਰੂ ਤੋਂ, ਜੇ ਉਹਦੇ 'ਚ ਰਿਹਾ, ਸ਼ਹਿਰੀ ਜੱਟ ਨਹੀਂ, ਉਹ ਜ਼ਿਆਦਾ ਉਹਦੇ 'ਚ ਪਰਫੈਕਟ ਹੋਏਗਾ। ਸੁਨਿਆਰਾਂ ਦਾ ਮੁੰਡਾ, ਉਹ ਆਪਣੇ ਕਿਉਂਕਿ ਛੋਟੇ ਛੋਟੇ ਉਹਨੂੰ ਬਚਪਨ 'ਚ ਪਤਾ ਲੱਗ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਓਵਰਆਲ ਥਿਓਰੀਜ਼ ਕੰਮ ਕਰਦੀਆਂ, ਤੁਸੀਂ ਵਿਦੇਸ਼ ਦੇ ਵਿੱਚ ਵੀ ਕਈ ਪੁਲਿਸ ਡਿਪਾਰਟਮੈਂਟਾਂ ਨਾਲ ਕੰਮ ਕੀਤਾ, ਕਿ ਜਿਹੜੀਆਂ ਇਹ ਕ੍ਰਿਮੀਨਲ ਹੈਬਿਟ ਨੇ, ਆਦਤਾਂ ਨੇ, ਕੀ ਇਹ ਕਮਿਊਨਿਟੀ ਵਿਸ਼ੇਸ਼ ਦੇ ਵਿੱਚ ਜਾਂ ਕਿਸੇ, ਜਿੱਥੇ ਹੁਣ ਹੜ੍ਹ ਆ ਗਏ, ਸੋਕਾ ਪੈ ਗਿਆ, ਉਹ ਮਰਦਾ ਚੋਰੀ ਨਹੀਂ ਕਰੂ ਤੇ ਹੋਰ ਕੀ ਕਰੂਗਾ? ਕਿਉਂਕਿ ਧਰਮ ਵੀ ਕਿਸੇ ਹੱਦ ਤੱਕ ਚੋਰੀ ਨੂੰ ਜਿਹੜਾ ਹੈਗਾ, ਹੁਣ ਸੰਮਣ ਮੂਸਣ ਦੀ ਕਥਾ, ਇਹ ਸਿਰਫ ਸਿੱਖੀ ਜਾਂ ਹਿੰਦੂਆਂ 'ਚ ਹੀ ਨਹੀਂ, ਇਹ ਯੂਰਪ 'ਚ ਵੀ ਆਉਂਦੀ ਹੈ ਕਿ ਧਰਮ ਲਈ ਕੀਤੀ ਹੋਈ ਚੋਰੀ ਜਾਇਜ਼ ਹੈ। ਸੋ ਇਸ ਕਰਕੇ ਇਹਨਾਂ ਕਮਿਊਨਿਟੀ ਦੇ ਵਿੱਚ ਇਹ ਜਿਹੜਾ ਇੱਕ ਲੈਵਲ ਲੱਗਿਆ ਸੀ, ਕਾਫੀ ਹੱਦ ਤੱਕ ਮੇਰਾ ਖਿਆਲ ਆ ਇਹ ਸਾਇੰਟੀਫਿਕ ਆਧਾਰ ਤੇ ਵੀ ਜਾਂ ਸਾਈਕੋਲੋਜੀਕਲੀ ਆਧਾਰ ਤੇ ਵੀ ਸਟੀਕ ਹੁੰਦਾ ਸੀ ਕਿ ਯਾਰ ਬੰਦਾ ਇਹ ਕਰ ਸਕਦਾ। ਜੀ, ਇੱਕ ਨਾ ਜੀ ਜਿਹੜਾ ਕ੍ਰਾਈਮ 'ਚ ਜਾਂਦਾ ਬੰਦਾ, ਵੈਸੇ ਹੁਣ ਦਾ ਜਿਹੜਾ ਮਾਹੌਲ ਹੈ, ਹੁਣ ਤਾਂ ਮੌਕੇ ਸਾਰਿਆਂ ਨੂੰ ਵਧੀਆ ਮਿਲ ਰਹੇ ਆ, ਹਨਾ, ਸਾਧਨਾਂ ਦੇ, ਪੜ੍ਹਾਈ ਦੇ, ਖਾਸ ਤੌਰ ਤੇ ਜਿੰਨੇ, ਜਿਵੇਂ ਤੁਸੀਂ ਹੁਣ ਦੇਖੋ ਕਿ ਆ ਜਿਵੇਂ ਸਪੋਰਟਸ ਦੇ ਵਿੱਚ ਬੱਚੇ ਆਏ ਆ, ਇਹ ਸਾਰੇ ਪਿੰਡਾਂ 'ਚੋਂ, ਇੰਟੀਰੀਅਰ 'ਚੋਂ ਆਏ ਆ, ਆਮ ਗਰੀਬ ਘਰਾਂ 'ਚੋਂ ਆਏ ਆ, ਤੇ ਕਿਸੇ ਸਾਹਿਬ ਦਾ ਜਵਾਕ ਨਹੀਂ ਆਇਆ। ਠੀਕ ਹੈ, ਜਿਹੜੇ ਇਟ ਮੀਨਸ ਵੀ ਮੌਕੇ ਜਿਹੜੇ ਮਿਲ ਰਹੇ ਆ, ਤੇ ਜਿਹੜੇ ਮਿਹਨਤੀ ਬੱਚੇ ਆ ਉਹਨਾਂ ਨੂੰ ਆਉਣ ਦਾ ਮੌਕਾ ਮਿਲ ਰਿਹਾ। ਤੇ ਦੂਜੀ ਗੱਲ ਹੈ ਮਾਹੌਲ, ਜਿਹੜਾ ਮਾਹੌਲ, ਜੇ ਕ੍ਰਾਈਮ ਕਰਨ ਵਾਲਾ ਮਿਲਦਾ ਤਾਂ ਕ੍ਰਾਈਮ ਵਾਲੇ ਪਾਸੇ ਝੁਕ ਜਾਂਦਾ ਹੈ, ਜੇ ਸਪੋਰਟਸ ਕਰਨ ਵਾਲਾ ਮਿਲਦਾ ਤਾਂ ਸਪੋਰਟਸ ਵਾਲੇ ਪਾਸੇ ਝੁਕ ਜਾਂਦਾ। ਜਿਹੜੀ ਹੈਗੀ ਵੀ ਗੱਲ ਵਡਿਆਈ ਜਾਂਦੀ ਹੈ, ਜਿਵੇਂ ਕਿਸੇ ਥਾਂ ਤੇ ਮਤਲਬ ਜੇ ਕ੍ਰਾਈਮ ਨੂੰ ਵਡਿਆਇਆ ਜਾਂਦਾ ਤਾਂ ਨੈਚੁਰਲੀ, ਜਿਵੇਂ ਹੁਣ ਆਪਣੇ ਗੈਂਗਸਟਰ ਕ੍ਰਾਈਮ ਹੀ ਹੈ, ਆਪਣੇ ਗੈਂਗਸਟਰ ਕ੍ਰਾਈਮ ਨੂੰ ਚਾਹੇ ਗਾਇਕ ਵਡਿਆਉਣ, ਚਾਹੇ ਸਮਾਜਿਕ ਤੌਰ ਤੇ ਵਡਿਆਇਆ ਜਾਵੇ, ਚਾਹੇ ਉਹਨਾਂ ਦੀ ਪੋਲੀਟੀਕਲ ਖੇਤਰ ਦੇ ਵਿੱਚ ਦਿੱਖ ਵੱਖਰੀ ਹੋਵੇ,
ਵੀ ਉਹ ਧੜੇਬਾਜ਼ ਕਰਕੇ ਉਹਨਾਂ ਨੂੰ ਵਡਿਆਉਂਦੇ ਹੋਣ, ਤਾਂ ਉਸ ਗੱਲ ਨੂੰ ਅਟਰੈਕਟ ਹੁੰਦੇ ਆ ਵੀ ਉਹਨਾਂ ਦੇ ਕੰਮ ਦੇ ਲੱਗਦੇ, ਉਹਨਾਂ ਨੂੰ ਲੱਗਦਾ ਵੀ ਸਾਡੇ ਕੰਮ ਦੇ ਆ, ਤਾਂ ਹੀ ਬਣਦੇ ਆ ਨਾ, ਤਾਂ ਹੀ ਫੇਸਬੁੱਕ ਤੇ ਪਾਉਂਦੇ ਆ ਵੀ ਆਹ ਕਰਤਾ ਜੀ ਅਸੀਂ, ਆਹ ਕਰਤਾ ਜੀ, ਹਨਾ, ਵਡਿਆਏ ਜਾਂਦੇ ਆ। ਤਾਂ ਇਹ ਜਿਹੜਾ ਵਡਿਆਇਆ ਜਾਣਾ ਉਹ ਵੀ ਕ੍ਰਾਈਮ ਨੂੰ ਵਾਧਾ ਕਰਦਾ। ਮੈਂ ਨਾ ਇੱਕ ਗੱਲ ਜਦੋਂ ਕਿਤੇ ਮੀਟਿੰਗ ਹੁੰਦੀ ਹੈ ਗੱਲ ਕਹਿੰਦਾ ਸੀ ਕਿ ਅਸਲ ਸੁਸਾਇਟੀ ਦੇ ਨਾ 4 ਧੁਰੇ ਹੁੰਦੇ ਆ ਜਦੋਂ ਸੁਸਾਇਟੀ ਬਣਦੀ ਹੈ। ਨੰਬਰ 1 ਹੁੰਦੀ ਹੈ ਸਭ ਤੋਂ ਪੇਰੈਂਟਸ। ਜੇ ਮੈਂ ਆਪਦੇ ਬੱਚੇ ਨੂੰ ਨੀ ਨਾ ਸਮਝਾਇਆ ਤਾਂ ਸਭ ਤੋਂ ਪਹਿਲੀ ਰਿਸਪੌਂਸਿਬਿਲਿਟੀ ਤੇ ਪਹਿਲੀ ਸਮਾਜਿਕ ਜ਼ਿੰਮੇਵਾਰੀ ਮੇਰੀ ਆ। ਦੂਜੀ ਜ਼ਿੰਮੇਵਾਰੀ ਬਣਦੀ ਹੈ ਟੀਚਰ ਦੀ, ਜਿਹਦੇ ਕੋਲੇ ਉਹ ਸਕੂਲ 'ਚ ਜਾਂਦਾ, ਵੀ ਉਹ ਉਹਨੂੰ ਅਬਜ਼ਰਵ ਕਰੇ, ਉਹਦੇ ਤੇ ਜੋ ਟਾਈਮ ਲਾਉਣ ਵਾਲਾ ਉਹਦੇ ਤੇ ਲਾਵੇ, ਆਪਦੇ ਪੇਰੈਂਟਸ ਦੀ ਹੈਲਪ ਲਵੇ, ਉਹਦੀ ਹੋ ਗਈ। ਤੀਜੀ ਜ਼ਿੰਮੇਵਾਰੀ ਹੈ ਧਾਰਮਿਕ ਅਕੀਦਾ, ਜਿੱਥੇ ਉਹਦਾ ਰੱਖਿਆ, ਉਹ ਬਾਬੇ ਨੂੰ ਮੰਨਦਾ, ਕਿਸੇ ਨੂੰ ਜਿੱਥੇ ਵੀ ਮੰਨਦਾ, ਮੰਦਿਰ ਗੁਰਦੁਆਰਾ ਸਾਹਿਬ ਜਿੱਥੇ ਵੀ ਮੰਨਦਾ, ਉਹਨਾਂ ਬੰਦਿਆਂ ਦੀ, ਮਹਾਂਪੁਰਸ਼ਾਂ ਦੀ ਵੀ ਉਹਨਾਂ ਨੂੰ ਪ੍ਰੋਪਰਲੀ ਗਾਈਡ ਕਰਨ। ਚੌਥੀ ਜ਼ਿੰਮੇਵਾਰੀ ਹੈ ਸਮਾਜ ਦੀ, ਜਿਹੜੇ ਚਾਚੇ ਤਾਇਆ। ਮੈਂ ਇੱਕ ਵਾਰੀ 10ਵੀਂ ਦੇ ਵਿੱਚ ਮੋੜ ਤੇ ਖੜਾ ਤੇ ਸਾਡੇ ਤਾਇਆ ਭਾਗ ਹੁੰਦਾ ਸੀ, ਮੇਰੇ ਗਲ 'ਚ ਖੁੰਡਾ ਪਾ ਕੇ ਘਰੇ ਲੈ ਤੇ ਮੇਰੀ ਮਦਰ ਨੂੰ ਮਤਲਬ ਜਿਵੇਂ ਲੱਗਦੀ ਸੀ, ਛੋਟੀ ਭਰਜਾਈ ਲੱਗਦੀ ਸੀ, ਤੇ ਕਹੇ ਨਾ ਵੀ ਇਹ ਫਿਰ ਗੱਭਰੂ ਹੋ ਗਏ, ਹੁਣ ਤੁਹਾਡੇ ਮੁੰਡੇ ਮੋੜਾਂ ਤੇ ਖੜਨਗੇ। ਤਾਂ ਉਹ ਸਮਝ ਲਓ ਸਮਾਜਿਕ ਅੱਖ ਸੀ ਜਿਹੜੀ ਮੇਰੇ ਤੇ ਨਿਗਾਹ ਰੱਖ ਰਹੀ ਸੀ, ਉਹ ਆਪਦੀ ਡਿਊਟੀ ਪਰਫਾਰਮ ਕਰਕੇ। ਹੁਣ ਸਮਾਜਿਕ ਤੌਰ ਤੇ ਵੀ ਸਮਾਜ ਵੀ ਸਾਡਾ ਡਿਊਟੀ ਤੋਂ ਵੀ ਕਿਸੇ ਦਾ ਮੁੰਡਾ ਨਸ਼ਾ ਕਰੀ ਜਾਂਦਾ। ਮੈਂ ਕਿਹਾ ਵੀ 4 ਧਿਰਾਂ ਸੀ ਜਿਹੜੀਆਂ ਨੇ ਸਮਾਜਿਕ ਤੌਰ ਤੇ ਇੱਕ ਬੱਚੇ ਨੂੰ ਪਾਲਣ ਦੇ ਵਿੱਚ ਤੇ ਉਹਦੇ ਚੰਗੇ ਗੁਣਾਂ ਦੀ ਜ਼ਿੰਮੇਵਾਰੀ ਲੈਣੀ ਸੀ, ਉਹ ਚਾਰੇ ਫੇਲ ਹੋ ਗਈਆਂ। ਜਦੋਂ ਆਪਾਂ ਕਹਿੰਦੇ ਨਸ਼ਾ ਕਰਨ ਲੱਗ ਗਿਆ ਜੀ, ਇਹ ਕ੍ਰਾਈਮ 'ਚ ਪੈ ਗਿਆ, ਉਦੋਂ ਬਾਅਦ ਉਹ ਵਿਗੜਿਆ 25 ਸਾਲਾਂ ਦਾ ਮੁੰਡਾ ਆ ਕੇ ਪੁਲਿਸ 18 ਸਾਲਾਂ ਤੱਕ ਤਾਂ ਫੜਦੀ ਨਹੀਂ ਪੁਲਿਸ, 18 ਸਾਲਾਂ ਤੋਂ ਬਾਅਦ ਮਤਲਬ ਪੁਲਿਸ ਕੋਲੇ ਆ ਗਿਆ ਜਾਂ 25 ਸਾਲਾਂ ਦਾ, ਇਹ ਨਸ਼ਾ ਕਰਦਾ ਜੀ, ਇਹ ਤਾਂ ਹੁਣ ਜੀ। ਅੱਛਾ ਪੁੱਛੋ ਚਾਰੇ ਰਹੇ ਆ ਸਾਨੂੰ, ਪੁਲਿਸ ਨੂੰ ਉਹ ਚਾਰੇ ਤਰ੍ਹਾਂ ਪੁੱਛ ਰਹੀਆਂ ਕਿ ਪੁਲਿਸ ਕੀ ਕਰਦੀ ਹੈ, ਤਾਂ ਉਹ ਚਾਰੇ ਤਰ੍ਹਾਂ ਕੀ ਕਰਦੀਆਂ ਰਹੀਆਂ। ਜਿਹਦੀ ਡਿਊਟੀ ਸੀ, ਜੇ ਮੇਰਾ ਬੱਚੇ ਨੂੰ ਮੈਂ ਨਹੀਂ ਸੰਭਾਲ ਸਕਦਾ, ਮੈਂ ਉਹਨੂੰ ਨਹੀਂ ਧਿਆਨ ਰੱਖਿਆ, ਤਾਂ ਮੇਰਾ ਦੂਜੇ ਨੂੰ ਤਾਂ ਬਾਅਦ 'ਚ ਪੁੱਛਾਂ ਨਾ। ਅੱਛਾ, ਇੱਕ ਜਿਹੜਾ ਵਿਰਕ ਸਾਹਿਬ ਤੁਹਾਡੀ ਗੱਲ ਨੂੰ ਮੈਂ ਵਾਧਾ ਕਰਦਿਆਂ, ਜਿਹੜਾ ਅੱਗੇ ਹੁੰਦਾ ਸੀ ਨਾ, ਤੁਸੀਂ ਆਪਣੇ ਫਾਦਰ ਸਾਹਿਬ ਦੇ ਭੋਗ ਤੇ ਵੀ ਇਹ ਗੱਲ ਕਹੀ ਸੀ ਕਿ ਅੱਗੇ ਜੇ ਕੋਈ ਕਹਿੰਦਾ ਸੀ ਨਾ ਕਿ ਤੁਹਾਡਾ ਮੁੰਡੇ ਦਾ ਬੜਾ ਵਧੀਆ ਕੰਮ ਕਰਦਾ ਜੀ, ਉਹ ਕਹਿੰਦੇ ਫਿਰ ਕੀ ਉਹਦੀ ਜੌਬ ਹੈ। ਹੁਣ ਅਸੀਂ ਬਚਪਨ ਤੋਂ ਹੀ ਬੱਚਿਆਂ ਨੂੰ ਬਗਾਉਣ ਲੱਗ ਗਏ, ਹਨਾ। ਅੱਗੇ ਤਾਇਆ ਚਾਚਾ ਕੀ ਜੇ ਕੋਈ ਮਤਲਬ ਕਹਿੰਦੇ ਸੀ, ਆਪ ਗੀਤ ਵੀ ਸੀਗੇ, ਲੋਕ ਗੀਤ, ਮੋੜੀ ਬਾਬਾ ਡਾਂਗ ਵਾਲਿਆ ਮੇਰੀ ਰੁੱਸ ਗਈ ਝਾਂਜਰਾਂ ਵਾਲੀ, ਜਿਹੜਾ ਡਾਂਗ ਵਾਲੇ ਬਾਬੇ ਬਹਿੰਦੇ ਸੀਗੇ, ਉਹ ਇੱਕ ਅੱਖ ਦੀ ਸ਼ਰਮ ਸੀਗੀ। ਹੁਣ ਜਿਵੇਂ ਮਾਪਿਆਂ ਨੇ ਬੱਚੇ ਲਾਡਲੇ, ਮੈਂ ਕਹਿੰਦਾ ਹੁਣ ਅਕਸਰ ਕਿ ਆਪਣਾ ਮੁੰਡਾ ਤੇ ਆਪਣਾ ਮਜ਼ਹਬ ਹਰੇਕ ਨੂੰ ਬਾਹਲਾ ਹੀ ਮੁਕੱਦਸ ਤੇ ਮਿੱਠਾ ਲੱਗਦਾ, ਜਿਹੜਾ ਉਹ ਸੁਸਾਇਟੀ ਦਾ ਡਰ ਚੁੱਕਿਆ ਗਿਆ, ਜਿਹੜਾ ਪੇਰੈਂਟ ਟੀਚਰ ਮੀਟਿੰਗਾਂ ਸਿਰਫ ਇਹ ਹੋ ਗਈਆਂ ਕਿ ਮੇਰਾ ਬੱਚਾ ਹੀ, ਮੈਂ ਤਾਂ ਜੰਮਿਆ ਬਾਅਦ 'ਚ ਤਾਂ ਰੱਬ ਖੱਡ 'ਚ ਵੜ ਗਿਆ ਮੇਰਾ ਬੱਚਾ ਜੰਮ ਕੇ। ਅੱਗੇ ਪੇਰੈਂਟ ਟੀਚਰ ਮੀਟਿੰਗ ਭਾਵੇਂ ਹੁੰਦੀਆਂ ਨਹੀਂ ਸੀ, ਪਰ ਫਿਰ ਵੀ ਟੀਚਰ ਦੀ ਐਡੀ ਜ਼ਰੂਰਤ ਹੁੰਦੀ ਸੀ ਕਿ ਮਾਪੇ ਚੂੰ ਨਹੀਂ ਸੀ ਕਰਦੇ, ਭਾਵੇਂ ਉਹ ਕੁੱਟ ਕੇ ਉਹਦੇ ਤੇ ਨੀਲ ਪਾ ਦਿੰਦਾ ਸੀਗਾ। ਹੁਣ ਤੇ ਜੇ ਮਾਪੇ ਤਾਂ ਕੀ, ਜੇ ਬੱਚੇ ਨੂੰ ਕੋਈ ਹੱਥ ਤੱਕ ਲਾ ਦੇ ਮੀਡੀਆ ਕੈਮਰੇ ਲੈ ਕੇ ਆ ਜਾਂਦਾ, ਜੇ ਬੱਚੇ ਸਕੂਲ 'ਚ ਕਿਤੇ ਕੋਈ ਗਾਰਡਨਿੰਗ ਕਰਨ ਲੱਗ ਜਾਂਦੇ ਆ, ਕੋਈ ਕਿਆਰੀ ਸਾਂਭਣ ਲੱਗ ਜਾਂਦੇ ਆ, ਜਾਂ ਲੈਂਟਰ ਪੈਂਦਾ ਇੱਟਾਂ ਫੜਾਉਣ ਲੱਗ ਜਾਂਦੇ, ਕਹਿੰਦੇ ਚਾਈਲਡ ਲੇਬਰ ਹੋ ਰਹੀ ਹੈ। ਕੀ ਅਸੀਂ ਆਪਣੀ ਜਨਰੇਸ਼ਨ ਨੂੰ ਲੋੜ ਤੋਂ ਵੱਧ ਲੋਲੇ ਨਹੀਂ ਬਣਾ ਲਿਆ, ਜ਼ਿਆਦਾ ਲਾਡ ਲੜਾ ਕੇ? ਇਹ ਵੀ ਇੱਕ ਕਾਰਨ ਹੈ ਭਾਈ ਜੀ। ਜਿਹੜਾ ਬੱਚਿਆਂ ਦਾ ਨਾ ਮਤਲਬ, ਜਿੰਨੀ ਦੇਰ ਅਸੀਂ ਸਕੂਲ 'ਚ ਪੜ੍ਹਦੇ ਸੀ, ਸੰਡੇ ਨੂੰ ਸਾਨੂੰ ਬਾਪੂ ਜੀ ਖੇਤ ਲੈ ਕੇ ਜਾਂਦੇ ਸੀ, ਤੇ ਜਿਹੜਾ ਖੇਤ ਦਾ ਕੰਮ ਉਹ ਕਰਾਉਂਦੇ, ਉਹਦੇ 2 ਫਾਇਦੇ ਹੋਏ। ਇੱਕ ਤਾਂ ਇਹ ਵੀ ਮੈਨੂੰ ਹੁਣ ਵੀ ਆਮ ਜੱਟਾਂ ਦੇ ਮੁੰਡੇ ਨਾਲੋਂ ਖੇਤੀਬਾੜੀ ਦਾ ਵੱਧ ਪਤਾ ਹੈ। ਜੇ ਨਾ ਨੌਕਰੀ ਮਿਲਦੀ ਤਾਂ 100% ਮੈਂ ਖੇਤੀ ਕਰਨ ਜੋਗਾ ਸੀਗਾ, ਹੁਣ ਮੇਰਾ ਮੁੰਡਾ ਨਹੀਂ ਕਰਨ ਜੋਗਾ। ਬਿਲਕੁਲ। ਨੰਬਰ 2 ਤੇ ਜਿਹੜੀ ਖੇਤੀਬਾੜੀ ਦਾ ਕੰਮ ਸਖਤ ਸੀ, ਉਹਦੇ ਤੋਂ ਡਰ ਇੰਨੇ ਜਾਂਦੇ ਸੀ, ਪੜ੍ਹਦੀ ਵੀ ਨਹੀਂ ਤਾਂ ਫਿਰ ਸਾਰਾ ਦਿਨ ਆਹ ਕੰਮ ਕਰਾਉਣਗੇ। ਉਹਦਾ ਮਤਲਬ ਇੱਕ ਤਰੀਕੇ ਨਾਲ ਹੈ, ਠੀਕ ਹੈ। ਫਿਜ਼ੀਕਲ ਵਰਕ ਹੀ ਲਾ ਲਓ, ਫਿਜ਼ੀਕਲੀ ਫਿਟਨੈਸ ਲਈ ਲਾ ਲਓ। ਚੌਥਾ, ਉਹਨੂੰ ਮਤਲਬ ਪਰਿਵਾਰ ਦੇ ਨਾਲ ਜਿਹੜੇ ਬਜ਼ੁਰਗ ਕੰਮ ਕਰਦੇ ਸੀ, ਉਹਨਾਂ ਦੀ ਤਕਲੀਫ ਦਾ ਪਤਾ ਲੱਗਦਾ ਸੀ, ਇਹ ਇੰਨਾ ਔਖਾ ਕੰਮ ਕਰ ਰਹੇ ਆ। ਉਹਦਾ ਕਿਤੇ ਨਾ ਕਿਤੇ ਜਾ ਕੇ ਜਦੋਂ ਪੈਸੇ ਖਰਚਦੇ ਸੀ, ਉਹ ਮਿਹਨਤ ਜਾਂ ਪਸੀਨਾ ਯਾਦ ਹੁੰਦਾ ਸੀ ਵੀ ਬਜ਼ੁਰਗਾਂ ਦੀ ਮਿਹਨਤ ਇੰਨੀ ਹੋਈ ਹੈ ਇਹਦੇ, ਹਨਾ। ਉਹ ਸਾਰੀਆਂ ਚੀਜ਼ਾਂ ਇਮੋਸ਼ਨਲੀ, ਫਿਜ਼ੀਕਲੀ, ਆਰਥਿਕ ਤੌਰ ਤੇ ਤੁਹਾਨੂੰ ਸਾਰੀਆਂ ਚੀਜ਼ਾਂ ਬੱਚੇ ਨੂੰ ਸੈਂਸਿਟਾਈਜ਼ ਕਰਦੀਆਂ ਸੀ।
ਹੁਣ ਆਪਾਂ ਬੱਚਿਆਂ ਨੂੰ ਮਤਲਬ ਲਾੜ 'ਚ ਵੀ ਉੱਥੋਂ ਪੀਜ਼ਾ ਮੰਗਾ ਕੇ ਆਹ ਕਰ ਦਿਓ, ਆਪਣੇ ਆਪ ਨੂੰ ਅਮੀਰ ਦਿਖਾਉਣ ਦੀ ਦੱਸਣ ਦੀ ਕੋਸ਼ਿਸ਼ ਕਰਦੇ ਆ ਵੀ ਤੇਰੇ ਪਿਓ ਕੋਲੇ ਬਹੁਤ ਪੈਸਾ ਹੈ ਜੀ। ਪਖੰਡ ਫੇਕ ਡਰਾਮਾ ਹੁੰਦਾ ਕੁਛ ਨਹੀਂਗਾ, ਡਰਾਮੇ ਦਿਖਾਈ ਜਾਂਦੇ। ਸੋ ਮਤਲਬ ਅਲਟੀਮੇਟਲੀ ਅਸੀਂ ਆਪਦੇ ਬੱਚਿਆਂ ਨੂੰ ਕੱਚੇ ਕਰ ਰਹੇ ਹਾਂ, ਘੜੇ ਘੜਾ ਕੱਚਾ ਰੱਖ ਲਈਏ, ਉਹ ਕੱਚੇ ਰੱਖ ਰਹੇ ਹਾਂ ਜੀ। ਵਿਰਕ ਸਾਹਿਬ, ਜਿਸ ਤਰ੍ਹਾਂ ਹੁਣ ਕੱਚੇ ਵੀ ਰੱਖ ਰਹੇ ਆ ਤੇ ਦੂਸਰਾ ਜਿਹੜਾ ਬੱਚੇ ਟੁੱਟ ਵੀ ਰਹੇ ਆ, ਇਹਦੇ ਕਈ ਸਾਰੇ ਕਾਰਨ ਸਾਨੂੰ ਸਮਝਣੇ ਹੋਣਗੇ। ਦੂਸਰਾ ਜਿਹੜੀ ਸਥਿਤੀ ਹੈ, ਉਸ ਸਥਿਤੀ ਦੇ ਮੱਦੇਨਜ਼ਰ ਜਿਹੜੇ ਹਾਲਾਤ ਬਣੀ ਜਾ ਰਹੇ ਨੇ, ਥੋੜੇ ਜਿਹੇ ਪੋਲੀਟੀਕਲ ਸੀਨ ਤੇ ਆਪਾਂ ਵੀ ਗੱਲ ਕਰਾਂਗੇ ਬਾਅਦ ਦੇ ਵਿੱਚ। ਪ੍ਰਵਾਸ ਜਾਂ ਪੰਜਾਬ ਦੀ ਸਥਿਤੀ ਆਉਣ ਵਾਲੇ ਸਮੇਂ 'ਚ ਤੁਸੀਂ ਕੀ ਵੇਖਦੇ ਹੋ? ਤੁਸੀਂ ਇਹ ਗੈਂਗ ਕਲਚਰ ਦੇ ਕਾਰਨ ਕੀ ਨੇ, ਖੇਤੀਪੱਤੀ ਦੇ ਨੁਕਸਾਨ ਦੇ ਕਾਰਨ ਕੀ ਨੇ? ਜਿਹੜਾ ਇਹ ਕਿਸਾਨ ਅੰਦੋਲਨ ਹੈ, ਬਹੁਤ ਸਾਰੇ ਰਿਟਾਇਰਡ ਅਧਿਕਾਰੀ ਵੀ ਉੱਥੇ ਜਾ ਰਹੇ ਨੇ, ਬਹੁਤ ਸਾਰੇ ਰਿਟਾਇਰਡ ਅਧਿਕਾਰੀ ਵੱਖ-ਵੱਖ ਪਾਰਟੀਆਂ 'ਚ ਵੀ ਸ਼ਾਮਲ ਹੋ ਰਹੇ ਨੇ, ਤੇ ਕੀ ਮਹਿਸੂਸ ਕਰਦੇ ਹੋ ਇਹ ਜਿਹੜਾ ਕਿਸਾਨ ਅੰਦੋਲਨ ਹੈ ਇਹਨੂੰ? ਕਿਉਂਕਿ ਤੁਸੀਂ ਜਿਸ ਇਲਾਕੇ 'ਚ ਰਹੇ ਹੋ, ਬਰਨਾਲਾ ਇਲਾਕਾ, ਸਮਾਣਾ ਇਲਾਕਾ, ਇਹ ਬਰਨਾਲਾ ਖਾਸ ਕਰਕੇ ਸਭ ਤੋਂ ਵੱਧ ਲਿਟਰੇਚਰ ਬਰਨਾਲੇ 'ਚ ਪੜ੍ਹਿਆ ਜਾਂਦਾ ਹੈ। ਸਭ ਤੋਂ ਵੱਧ ਜਿਹੜੀਆਂ ਲਹਿਰਾਂ ਨੇ, ਭਾਵੇਂ ਪਰਜਾ ਮੰਡਲ ਲਹਿਰ ਹੈ ਜਾਂ ਹੋਰ ਲਹਿਰਾਂ ਨੇ, ਇਹ ਇੱਥੋਂ ਉਪਜੀਆਂ ਨੇ। ਇਹ ਅੰਦੋਲਨ ਵੀ ਇੱਥੋਂ ਇਸ ਖਿੱਤੇ 'ਚ ਉਪਜਿਆ, ਭਾਵੇਂ ਉਹ ਗਰਾਹਾਂ ਗਰੁੱਪ ਹੋਵੇ ਜਾਂ ਦੂਸਰਾ ਹੋਵੇ। ਇਸ ਅੰਦੋਲਨ ਦੀ ਜੜ ਭੂਮੀ, ਜਨਮ ਭੂਮੀ, ਤੇ ਇਸ ਅੰਦੋਲਨ ਦਾ ਭਵਿੱਖ ਕੀ ਵੇਖਦੇ ਹੋ ਕਿਸਾਨ ਅੰਦੋਲਨ ਦਾ? ਜੀ ਵਿਰਕ ਸਾਹਿਬ। ਇੱਕ ਤਾਂ ਇਹ ਚੀਜ਼ ਹੈ, ਦੋ ਚੀਜ਼ਾਂ ਦਾ ਹੈ। ਇੱਕ ਤਾਂ ਇਸ ਅੰਦੋਲਨ ਦਾ, ਕਿਉਂਕਿ ਮਾਲਵਾ ਹਮੇਸ਼ਾ ਜਿਹੜਾ ਸੰਘਰਸ਼ਾਂ ਦਾ ਜਨਮ ਸਥਾਨ ਰਿਹਾ। ਨੰਬਰ 2 ਤੇ ਇਹ ਜਿਹੜਾ ਕਿਸਾਨ ਅੰਦੋਲਨ ਹੈ, ਇਹ ਕਿਸੇ ਤਰ੍ਹਾਂ ਕਦੋਂ ਵੀ ਲੱਗੇ, ਇਹ ਸਿਰੇ ਤੇ ਲੱਗੇਗਾ ਹੀ, ਕਿਉਂਕਿ ਪੰਜਾਬ ਦੀ ਇਹ ਤੋਂ ਬਿਨਾਂ ਐਗਜ਼ਿਸਟੈਂਸ ਰਹਿਣੀ ਕਿਸਾਨੀ ਦੀ ਬਹੁਤ ਮੁਸ਼ਕਲ ਹੈ। ਨੰਬਰ 3 ਤੇ ਇੱਕ ਚੀਜ਼ ਦਾ ਇਹਦਾ ਹੋਰ ਬੜਾ ਚੰਗਾ ਪ੍ਰਭਾਵ ਪਿਆ, ਜਿਹੜਾ ਯੂਥ ਸੁੱਤਾ ਪਿਆ ਸੀ ਨਾ, ਵੀ ਠੇਕਾ ਆ ਗਿਆ, 65,000 ਨੂੰ ਜ਼ਮੀਨ ਲੱਗ ਗਈ ਤੇ ਘਰੇ ਬੈਠੇ ਆ ਤੇ ਚਿੱਟੇ ਕੁੜਤੇ ਪਜਾਮੇ ਪਾ ਕੇ ਨਿਕਲ ਗਏ। ਉਹਨੂੰ ਪਤਾ ਲੱਗ ਗਿਆ ਵੀ ਇਹ ਜ਼ਮੀਨ ਤੁਹਾਡੀ ਖੁੱਸ ਸਕਦੀ ਹੈ ਤੇ ਕੁਛ ਨਾ ਕੁਛ ਕਰ ਲਓ, ਮਿਹਨਤ ਕਰ ਲਓ। ਉਹ ਖੇਤੀਬਾੜੀ 'ਚ ਥੋੜਾ ਜਿਹਾ ਦਿਲਚਸਪੀ ਲੈਣ ਲੱਗ ਗਿਆ। ਮੈਂ ਪਿਛਲੇ 4-5 ਗਰੁੱਪਾਂ ਨਾਲ ਜੁੜਿਆ ਹੋਇਆ, ਜਿਹੜੇ ਆਰਗੈਨਿਕ ਖੇਤੀ ਨੂੰ, ਇੱਕ ਫਗਵਾੜਾ ਗਰੁੱਪ ਹੈ, ਨਰਮੀ ਦੀ ਤਿਆਰੀ ਫਗਵਾੜਾ ਗਰੁੱਪ, ਉਹ ਬੜੇ ਵਧੀਆ ਨੇ। ਉਹਦੇ 'ਚ ਬੜੇ ਇੰਟਰਸਟ ਨਾਲ ਵਧੀਆ ਯੂਥ ਜੁੜ ਰਿਹਾ। ਉਹਦੇ 'ਚ ਇਟ ਮੀਨਸ ਇਹ ਲੈ ਵੀ ਖੇਤੀਬਾੜੀ 'ਚ ਨਾ ਜਿਹੜੀ ਸਾਨੂੰ ਆਪਣੇ ਅੰਦਰੋਂ ਤਬਦੀਲੀਆਂ ਕਰਨ ਦੀ ਲੋੜ ਹੈ, ਉਹ ਵੀ ਕਰ ਰਹੇ ਆ। ਜਿਹੜੀਆਂ ਸਰਕਾਰ ਨਾਲ ਤੋਂ ਮਨਵਾਉਣੀਆਂ ਉਹ ਤਾਂ ਹਾਈ ਹੈ, ਜਿਹੜੀਆਂ ਸਾਨੂੰ ਵੀ ਆਪਦੀਆਂ ਤਿਆਰੀ ਆ ਉਹਦੀ ਵੀ ਉਹ ਤਿਆਰੀ ਕਰ ਰਹੇ ਨਾਲ ਦੀ ਨਾਲ ਯੂਥ ਇਸ ਗੱਲ ਤੇ ਜੁੜ ਰਿਹਾ। ਸੋ ਪੰਜਾਬ ਦਾ ਤੁਸੀਂ ਸਭ ਤੋਂ ਵਧੀਆ ਖਿੱਤਾ, ਕਿਤੇ 1 ਇੰਚ ਖਾਲੀ ਨਹੀਂ, ਉਪਜਾਊ ਜ਼ਮੀਨ ਹੈ। ਉੱਥੋਂ ਦੇ ਬੱਚੇ ਉੱਥੇ ਜਾ ਕੇ ਸੈਟਲ ਹੋਣਾ ਪਸੰਦ ਕਰਦੇ ਜਿੱਥੇ 6 ਮਹੀਨੇ ਬਰਫ਼ ਪੈਂਦੀ ਹੈ। ਤਾਂ ਇਹ ਤਾਂ ਸਾਨੂੰ ਕਰਨਾ ਹੀ ਪਾਉਣਾ ਵੀ ਅਸੀਂ ਇੱਥੇ ਕੀ ਚੇਂਜ ਕਰੀਏ, ਜਿੱਥੇ ਸਾਡੇ ਬੱਚਿਆਂ ਨੂੰ ਜਾਂ ਤਾਂ ਬੱਚੇ ਮਤਲਬ ਜੇ ਆਪਾਂ ਕਹੀਏ 16-17 ਸਾਲਾਂ ਦੀ ਕੁੜੀ ਗਲੀ 'ਚ ਨਹੀਂ ਜਾਣ ਦਿੰਦੇ ਗੇ, ਵੀ ਗੁਆਂਢ 'ਚ ਇਕੱਲੀ ਕੁੜੀ ਨਹੀਂ ਭੇਜਣੀ, ਤੇ ਕੈਨੇਡਾ ਨੂੰ ਅਸੀਂ ਚੜਾ ਦਿੰਦੇ। ਇੱਕ ਪਖੰਡੀ ਹੈ ਨਾ, ਜਿਹੜੀ ਗੁਆਂਢ 'ਚ ਤਾਂ ਆਪਾਂ ਕਹਿੰਦੇ ਵੀ ਕੁੜੀ ਦੀ ਇੱਜ਼ਤ ਨੂੰ ਖਤਰਾ ਜਾਂ ਡਰ ਹੈ, ਤੇ ਕੈਨੇਡਾ ਕੱਲੀ ਜਾਂਦੀ ਨੂੰ ਜਾਂ ਬਾਹਰਲੇ ਮੁਲਕ ਜਾਂਦੀ ਨੂੰ ਉਹਨੂੰ ਕਰਨੀ ਜਾਂ ਉਹਦੇ ਵਾਸਤੇ ਉਹ ਵਿਚਾਰੀ ਨੂੰ ਕੱਲੀ ਨੂੰ ਤੋਰ ਦੇਣੀ ਹੈ ਨਾ। ਤਾਂ ਕਿਹੜੀ ਮਜਬੂਰੀ 'ਚ ਪੇਰੈਂਟਸ ਭੇਜ ਰਹੇ ਆ। ਇਸੇ ਤਰ੍ਹਾਂ ਜਦੋਂ ਬੱਚੇ ਉੱਥੇ ਜਾ ਕੇ ਸੰਘਰਸ਼ ਕਰਕੇ ਸੈੱਟ ਹੁੰਦੇ ਆ ਤੇ ਪੇਰੈਂਟਸ ਇੱਥੇ, ਜਦੋਂ ਬਾਈ ਜੀ ਅਜੇ 10 ਸਾਲ ਬਾਅਦ ਤੁਸੀਂ ਦੇਖਿਓ, ਜਦੋਂ ਨਾ ਰੱਬ ਨਾ ਕਰੇ ਦੋਹਾਂ ਜੀਆਂ 'ਚੋਂ ਇੱਕ ਜੀ ਰਹਿ ਗਿਆ, ਤਾਂ ਜਿਵੇਂ ਅਮਰੀਕਨ ਬਲਦ ਨਹੀਂ ਤੁਰੇ ਫਿਰਦੇ ਸੜਕਾਂ ਤੇ ਵੱਜਦੇ, ਇਹ ਬਜ਼ੁਰਗ ਇਉਂ ਵੱਜਦੇ ਤੁਰੇ ਫਿਰਿਆ ਕਰਨਗੇ, ਮਤਲਬ ਇਕੱਲਤਾ ਦੇ ਸ਼ਿਕਾਰ ਹੋ ਜਾਣਗੇ ਜੀ। ਮੇਰਾ ਖਿਆਲ ਹੈ ਵੀ ਮਤਲਬ ਜਿਸ ਤਰ੍ਹਾਂ ਦਾ ਪ੍ਰਵਾਸ ਹੋ ਰਿਹਾ, ਬੱਚੇ ਉਧਰ ਹੋ ਨਹੀਂ ਸਕਦੇ ਐਡਜਸਟ, ਪੇਰੈਂਟਸ ਤਾਂ ਉਧਰ ਹੋ ਨਹੀਂ ਸਕਦੇ, ਉਹ ਮਜਬੂਰੀ ਹੈ, ਜਾਂ ਇੱਥੇ ਵੀ ਰਹਿਣ ਦੀ ਖਿੱਚ ਕਰਦੇ ਹੈ ਨਾ। ਤਾਂ ਆਉਣ ਵਾਲੇ ਸਮੇਂ 'ਚ ਜਿਹੜਾ ਸਭ ਤੋਂ ਹਾਲਤ ਜਿਹੜੀ ਇਕੱਲਤਾ ਦੀ ਹੈ ਨਾ ਬਜ਼ੁਰਗਾਂ ਦੀ, ਉਹ ਬਹੁਤ ਮਾੜੀ ਹਾਲਤ ਹੈ। ਇਹ ਤਾਂ ਹੁਣ ਤੋਂ ਜੇ ਸੋਚਣ ਲੱਗੇ, ਹੁਣ ਤੋਂ ਜੇ ਸਮਾਜ ਸੋਚਣ ਲੱਗੇ ਵੀ ਮੰਨ ਲਓ ਜੇ 4 ਜਾਣਿਆਂ ਦੇ ਬੱਚੇ ਚਲੇ ਗਏ, ਆਪਾਂ ਹੀ ਇਕੱਠੇ ਰਹਿ ਪੋ, ਇੱਕ ਦੂਜੇ ਦੇ ਦੁੱਖ ਸੁੱਖ ਦਾ ਤਾਂ ਪੁੱਛ ਲਈਏ, ਜੇ ਰਾਤ ਨੂੰ ਕੋਈ ਸੁੱਤਾ ਰਹਿ ਗਿਆ, ਸਵੇਰੇ ਕੋਈ ਇਨਫੋਰਮੇਸ਼ਨ ਦੇਣ ਵਾਲਾ ਤਾਂ ਹੋਵੇ ਨਾ, ਪਤਾ ਤਾਂ ਲੱਗ ਜਾਂਦਾ ਵੀ ਹੈ ਨਹੀਂ ਅੱਜ, ਹਨਾ। ਤੇ ਪਰ ਨਾਲ ਦੀ ਨਾਲ ਇਹ ਵੀ ਹੈ ਵੀ ਇੱਕ ਜਿਹੜੇ ਬੱਚੇ ਜਾ ਰਹੇ ਆ, ਇਹਨਾਂ ਚੋਂ ਘੱਟੋ ਘੱਟ ਜਿਹੜੀ ਇੱਥੇ ਪੰਜਾਬ ਵਾਲੀ ਹਿਊਮਾ
ਜਿਹੜਾ ਹੰਕਾਰ ਜਾਂ ਕੰਮ ਤੋਂ ਥੋੜਾ ਜਿਹਾ ਟਲਣਾ, ਉਹ ਸਾਰੇ ਇੱਥੇ ਆ ਕੇ ਵਧੀਆ ਇਨਸਾਨ ਲਾ ਐਂਡ ਆਰਡਰ ਨੂੰ ਜਿਹੜੇ ਮੰਨਣ ਵਾਲੇ ਤੇ ਮਿਹਨਤ ਕਰਨ ਵਾਲੇ, ਉਹ ਵਾਕਈ ਬਣਨਗੇ। ਉਹ ਹੌਲੀ ਹੌਲੀ ਇੱਕ ਪਿੰਡ ਚੋਂ 50 ਜਾਂ 100 ਬੱਚਾ ਜਦੋਂ ਚਲਾ ਗਿਆ, ਜਦੋਂ 50 100 ਬੱਚਾ ਚਲਾ ਗਿਆ ਤਾਂ ਕੁਦਰਤੀ ਸੋਚ ਵੀ ਬਦਲੂਗੀ। ਥੋੜਾ ਬਹੁਤਾ ਜਿਹੜਾ ਹੁਣ ਵਿਹਲੇ ਰੋਟੀਆਂ ਖਾਣ ਵਾਲਾ ਨਾ, ਜਾਂ ਨਸ਼ਾ ਨੁਸ਼ਾ ਵਾਲੇ ਪਾਸੇ, ਤੇ ਆਟੋਮੈਟਿਕਲੀ ਫਰਕ ਪਊ। ਜਿਹੜੇ ਤੁਸੀਂ ਬਜ਼ੁਰਗੀ ਦੀ ਗੱਲ ਕੀਤੀ, ਖਾਸ ਕਰਕੇ ਅਕਸਰ ਇਹ ਲੋਕ ਤੱਥ ਹੀ ਹੈ ਕਿ ਬੰਦੇ ਨੂੰ ਬੁਢਾਪਾ ਨਹੀਂ ਕਲਾਪਾ ਮਾਰਦਾ ਹੈ। ਇਸ ਦੌਰਾਨ 2011 ਦੇ ਵਿੱਚ ਜਿਹੜੇ ਸੈਂਸਸ ਸੀਗੇ ਵਿਰਕ ਸਾਹਿਬ ਪੰਜਾਬ ਦੇ, 2011 ਦੇ ਵਿੱਚ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਸੰਖਿਆ ਦੇ ਵਿੱਚ ਜਿਵੇਂ ਪੰਜਾਬ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਬਜ਼ੁਰਗਾਂ ਦੀ, ਜਿਵੇਂ ਜਾਪਾਨ ਕਹਿੰਦੇ ਬਜ਼ੁਰਗਾਂ ਦਾ ਦੇਸ਼ ਹੈ, ਇਸ ਤਰ੍ਹਾਂ ਪੰਜਾਬ ਵੀ ਬਜ਼ੁਰਗਾਂ ਦਾ ਦੇਸ਼ ਹੋ ਚੁੱਕਾ ਹੈ, ਹੋਣਾ ਨਹੀਂ ਹੋ ਹੀ ਚੁੱਕਾ ਹੈ। 2011 ਦੇ ਵਿੱਚ ਪੰਜਾਬ ਦੇ ਵਿੱਚ 26 ਲੱਖ ਬਜ਼ੁਰਗ ਸੀਗੇ 60 ਸਾਲ ਤੋਂ ਵੱਧ ਉਮਰ ਦੇ, ਤੇ ਹੁਣ ਇਹਨਾਂ ਦੀ ਸੰਖਿਆ ਜਿਹੜੀ ਹੈ 2041 ਤੱਕ, ਜਾਣੀ ਕਿ 20 ਸਾਲ ਤੱਕ ਇਹਨਾਂ ਦੀ ਸੰਖਿਆ 62 ਲੱਖ ਹੋ ਜਾਣੀ ਹੈ। ਤੁਸੀਂ ਵੇਖੋ ਕਿ ਬਜ਼ੁਰਗਾਂ ਦੀ ਤਾਦਾਦ ਜਿਹੜੀ 2011 ਚ 26 ਲੱਖ ਸੀਗੀ, ਇਹ 2042 ਦੇ ਵਿੱਚ 62 ਲੱਖ ਹੋ ਜਾਣੀ ਹੈ। ਜਾਣੀ ਕਿ ਇਹਦੇ ਚ ਵੱਡਾ ਵਾਧਾ ਬਜ਼ੁਰਗਾਂ ਦਾ ਹੋਣਾ, ਕਿਉਂਕਿ ਯੂਥ ਹੈ ਜਿਹੜਾ ਸਾਰਾ ਉਹ ਮਾਈਗ੍ਰੇਟ ਹੋ ਰਿਹਾ। ਹੁਣ ਤੇ 18 19 ਸਾਲ ਦੇ ਬੱਚੇ 10ਵੀਂ 12ਵੀਂ ਕਰਨ ਤੋਂ ਬਾਅਦ ਜਾਈ ਜਾਂਦੇ ਨੇ, ਸਿਰਫ ਮਜਬੂਰੀ ਬਸ। ਬਜ਼ੁਰਗ ਖਾਸ ਕਰਕੇ ਜਿਹੜੇ ਪੰਜਾਬ ਖਿੱਤੇ ਦੇ ਨੇ, ਜਿਹੜੇ ਯੂਪੀ ਜਾਂ ਹੋਰ ਸੂਬਿਆਂ ਤੋਂ ਆ ਕੇ ਵਸਦੇ ਲੋਕ ਨੇ, ਉਹ ਠੀਕ ਹੈ ਕਿ ਉਹਨਾਂ ਦੇ ਬੱਚੇ ਵੀ ਇੱਥੇ ਹੈਗੇ ਨੇ, ਉਹ ਵੀ ਜ਼ਿਆਦਾ ਮਤਲਬ ਮਾਈਗ੍ਰੇਟ ਹੋ ਰਹੇ ਨੇ। ਮਤਲਬ ਜਿਹੜੇ ਪੰਜਾਬ ਦੇ ਰਵਾਇਤੀ ਇੱਥੋਂ ਦੇ ਪੰਜਾਬੀ, ਭਾਵੇਂ ਹਿੰਦੂ ਆ ਭਾਵੇਂ ਮੁਸਲਿਮ ਆ ਜਾਂ ਸਿੱਖ ਹੈ, ਖਾਸ ਕਰਕੇ ਸਿੱਖ ਵੰਸ਼ੋਂ 'ਚ ਸਿਰਫ ਬਜ਼ੁਰਗੀ ਇੱਥੇ ਰਹਿ ਗਈ ਹੈ, ਕਿਉਂਕਿ ਕਈ ਮੁਲਕ ਕਾਨੂੰਨ ਬਹੁਤ ਸਖਤ ਬਣਾ ਰਹੇ ਨੇ। ਦੂਸਰਾ, ਜਿਹੜੀ ਪੰਜਾਬ ਦੀ ਜਾਇਦਾਦ ਹੈ, ਜਿਵੇਂ ਟਰੂਡੋ ਕਹਿੰਦਾ ਸੀ ਆਪਣੇ ਪਿਓ ਨੂੰ ਕਿ ਜਿਹੜਾ ਤੁਹਾਡੇ ਵੇਲੇ ਬਾਪੂ ਇਹ ਸਾਰੇ ਪੰਜਾਬ ਵਾਲੇ ਕਮਾ ਕੇ ਡਾਲਰ ਕੈਨੇਡਾ ਦੇ ਇੰਡੀਆ ਲੈ ਕੇ ਸਾਰੇ ਵਿਆਹ ਸਮੇਤ ਲਿਆਓ। ਅੱਜ ਇੱਕ ਕੱਲ ਦੀ ਉਹ ਵੀਡੀਓ ਬਜ਼ੁਰਗ ਦੀ ਬਹੁਤ ਵਾਇਰਲ ਹੈ, ਜਿਹੜੀ ਤਰਾਸਦੀ ਦੱਸਦੀ ਹੈ ਕਿ ਉੱਥੇ ਵਾਪਰ ਕੀ ਰਿਹਾ। ਇਹ ਜਿਹੜਾ ਪੰਜਾਬ ਬਜ਼ੁਰਗਾਂ ਦਾ ਦੇਸ਼ ਬਣ ਰਿਹਾ, ਇਸ ਦੇ ਵਾਸਤੇ ਬੜੇ ਪ੍ਰਬੰਧ ਕਰਨ ਦੀ ਜ਼ਰੂਰਤ ਹੈ। ਤੇ ਜਿਵੇਂ ਹੁਣ ਦਰਾਹੇ NRI ਓਲਡ ਏਜ ਹੋਮ ਹੈ, ਖਾਸ ਕਰਕੇ ਜਿਹੜੇ ਜੈਨੀ ਨੇ ਉਹ ਸਾਡੇ ਤੋਂ ਬਹੁਤ ਸਕੀਮੀ ਨੇ। ਜੈਨੀਆਂ ਨੇ ਜਿਹੜੇ ਉਹਨਾਂ ਦੇ ਬੱਚਿਆਂ ਦੇ ਸਕੂਲ ਸੀਗੇ ਬੋਰਡਿੰਗ ਸਕੂਲ, ਉਹਨਾਂ ਦੇ ਨਾਲ ਉਹਨਾਂ ਨੇ ਓਲਡ ਏਜ ਹੋਮ ਬਣਾ ਦਿੱਤੇ, ਮਤਲਬ ਮੂਲ ਤੇ ਵਿਆਜ ਇਕੱਠਾ ਕਰ ਦਿੱਤਾ। ਜਿਹੜੀ ਪੰਜਾਬ ਦੇ ਵਿੱਚ ਤੁਸੀਂ ਵੀ ਵੇਖਿਆ ਆਪਣੀ ਪੁਲਿਸ ਸੇਵਾ ਦੇ ਦੌਰਾਨ ਬਜ਼ੁਰਗਾਂ ਦੀਆਂ ਸਮੱਸਿਆਵਾਂ ਬਹੁਤ ਵੱਧ ਰਹੀਆਂ ਨੇ, ਤੇ ਕੀ ਮਹਿਸੂਸ ਕਰਦੇ ਹੋ ਕਿ ਜਿਹੜਾ ਇਹ ਬਜ਼ੁਰਗਾਂ ਦਾ ਪਾੜਾ ਜਾਂ ਬਜ਼ੁਰਗਾਂ ਨੂੰ ਇਹ ਪੀੜ ਸਭ ਤੋਂ ਵੱਧ ਝੱਲਣੀ ਪੈਂਦੀ? ਇੱਕ ਤਾਂ ਤੁਸੀਂ ਵੇਖੋ ਕਿ ਆਪਣੇ ਵੇਖਦਿਆਂ ਹਾਲਾਤ ਕੀ ਸੀਗੇ, ਮਤਲਬ ਅਸੀਂ ਸਾਰਿਆਂ ਨੇ ਇੱਕ ਪੈਡਲ ਵਾਲਾ ਸਾਈਕਲ ਚਲਾਇਆ, ਉਹ ਕਈ ਵਾਰੀ ਪੈਡਲ ਟੁੱਟ ਜਾਂਦਾ ਸੀ, ਇੱਕੇ ਪੈਡਲ ਨਾਲ ਕਈ ਦਿਨ ਸਾਈਕਲ ਚਲਾਈ ਜਾਂਦੇ ਸੀਗੇ, ਅੱਧਾ ਪੈਡਲ ਮਾਰ ਕੇ। ਤੇ ਉਸ ਦੌਰਾਨ ਕੀ ਸਥਿਤੀ ਸੀਗੀ? ਉਹਨਾਂ ਬਜ਼ੁਰਗਾਂ ਨੇ ਮਿਹਨਤਾਂ ਕਰਕੇ ਪੰਜਾਬ ਨੂੰ ਜਹਾਜ਼ੀ ਚੜਾਇਆ, ਇੰਨੀ ਤਰੱਕੀ ਕੀਤੀ, ਤੇ ਹੁਣ ਆਖਰ ਨੂੰ ਪੀੜ ਵੀ ਉਹਨਾਂ ਬਜ਼ੁਰਗਾਂ ਨੇ ਝੱਲਣੀ ਹੈ। ਇਸ ਪੀੜੀ ਨੇ ਕੀ ਵੇਖਦੇ ਹੋ ਇਹ ਤਰਾਸਦੀ ਪੰਜਾਬ ਦੀ? ਬਾਈ ਜੀ, ਮੈਂ ਨਾ ਤੁਹਾਨੂੰ ਜਿਹੜੀ ਮੇਰੀ ਆਬਜ਼ਰਵੇਸ਼ਨ ਹੈ, ਦੋ ਕੌਮਾਂ ਹੈ ਜਿਹੜੀਆਂ ਆਪਦੀ ਧਰਤੀ ਨਾਲ ਜੁੜੀਆਂ। ਇੱਕ ਤਾਂ ਯਹੂਦੀ ਹੈ, ਜਿਨ੍ਹਾਂ ਨੂੰ ਜਿਹੜਾ ਨਹੀਂ ਦਾ ਪ੍ਰੋਮਿਸ ਲੈਂਡ, ਉਹਨਾਂ ਨੂੰ ਸਮਝਦੇ ਆ ਵੀ ਇਜ਼ਰਾਈਲ ਹੈ ਸਾਡੀ ਪ੍ਰੋਮਿਸ ਲੈਂਡ ਹੈ ਜੀ, ਹਨਾ। ਉਹ ਯਹੂਦੀ ਕਿਤੇ ਰਹਿੰਦਾ ਹੋਵੇ, ਉਹਦੀ ਖਿੱਚ ਇਜ਼ਰਾਈਲ ਲਈ ਰਹਿੰਦੀ ਹੈ। ਇੱਕ ਪੰਜਾਬੀ ਹੈ, ਸਿੱਖ ਹੈ ਸਪੈਸ਼ਲੀ, ਜਿਹੜੇ ਚਾਹੇ ਕਿਤੇ ਰਹੇ, ਚਾਹੇ ਉਹਨੇ ਬਾਹਰ ਜੋ ਮਰਜ਼ੀ ਕਾਰਾਂ ਕੋਠੀਆਂ ਬਣਾ ਲਏ, ਉਹਦੀ ਪੰਜਾਬ ਨਾਲ ਉਹ ਜੁੜਿਆ ਹੀ ਰਹਿੰਦਾ ਹੈ। ਉਹ ਧਾਰਮਿਕ ਅਕੀਦੇ ਨਾਲ ਜੁੜਿਆ ਹੋਣ ਕਰਕੇ, ਸਾਡੇ ਗੁਰੂਆਂ ਪੀਰਾਂ ਦਾ ਇੱਥੇ ਅਸਥਾਨ ਹੋਣ ਕਰਕੇ, ਜਾਂ ਇੱਥੇ ਸਿੱਖ ਧਰਮ ਦੀ ਪੈਦਾਇਸ਼ ਹੋਣ ਕਰਕੇ, ਉਹਦੀ ਇੱਧਰ ਨੂੰ ਖਿੱਚ ਬਣੀ ਰਹਿੰਦੀ ਹੈ। ਤੀਜੀ ਜਿਹੜਾ ਮਤਲਬ ਚਾਹੇ ਦੋ ਪੀੜ੍ਹੀਆਂ ਵੀ ਇੱਧਰ ਚਲੀਆਂ ਜਾਣ, ਉਹਨਾਂ 'ਚ ਕਲਚਰ ਨਾਲੋਂ ਟੁੱਟਣ ਵਾਲੀ ਅੰਦਰ ਤਾਰ ਖੜਕਦੀ ਰਹਿੰਦੀ ਹੈ ਵੀ ਅਸੀਂ ਆਪਦੇ ਘਰ ਤੋਂ ਦੂਰ ਹਾਂ, ਚਾਹੇ ਇੱਧਰ 10 ਘਰ ਬਣਾ ਲੈਣ ਕੈਨੇਡਾ 'ਚ, ਬਾਹਰ ਫੋਰਨ ਦੇ, ਠੀਕ ਹੈ ਜੀ। ਤੀਜਾ ਜਿਹੜੀ ਹੈਗੀ ਹੈ ਬਜ਼ੁਰਗ, ਮੈਂ ਜਦੋਂ ਕਿਤੇ ਪਿੰਡ ਜਾਂਦਾ ਨਾ ਤੇ ਬਾਪੂ ਜੀ ਨੇ ਮੈਨੂੰ ਚਾਹ ਪਿਆ ਕੇ ਖੇਤ ਨੂੰ ਤੋਰ ਲੈਣਾ, ਤਾਂ ਖੇਤ ਦਾ ਜਦੋਂ ਗੇੜਾ ਲਵਾਉਂਦੇ ਨਾ, ਤਾਂ ਉਹਨਾਂ ਦੇ ਅੰਦਰ ਇਉਂ ਹੁੰਦਾ ਵੀ ਜਿਵੇਂ ਉਹ ਆਪਦੀ ਰਿਆਸਤ ਦਿਖਾ ਰਹੇ ਹੁੰਦੇ ਆ। ਜਦੋਂ ਕਿਸੇ ਵੀ ਪੰਜਾਬੀ ਲਈ, ਜੱਟ ਲਈ ਸਪੈਸ਼ਲੀ, ਜਾਂ ਜਦੋਂ ਆਪਦੀ ਜ਼ਮੀਨ ਖੁੱਸਣ ਦਾ ਡਰ ਪੈਂਦਾ ਨਾ, ਚਾਹੇ ਬੱਚਿਆਂ ਨੇ ਬਾਹਰ ਜੋ ਮਰਜ਼ੀ ਲੈ ਲਿਆ, ਉਦੋਂ ਉਹਦੇ ਅੰਦਰ ਹੌਲ ਪੈਂਦਾ ਹੀ ਪੈਂਦਾ। ਮਤਲਬ ਬਜ਼ੁਰਗਾਂ ਨੂੰ ਉਹ ਮਤਲਬ ਦਿਲ ਤੇ ਪੱਥਰ ਰੱਖ ਕੇ ਬੱਚਿਆਂ ਦੇ ਆਖੇ ਲੱਗ ਜਾਂਦੇ ਆ, ਮੰਨ ਲੈਂਦੇ ਆ ਵੀ ਜ਼ਮੀਨ ਵੇਚ ਕੇ ਉੱਧਰ ਚਲੇ ਜਾਓ, ਜਾਂ ਇਹ ਉਹਨਾਂ ਨੂੰ ਪਤਾ ਹੁੰਦਾ ਵੇਚ ਕੇ ਚਲੇ ਜਾਣਗੇ,
ਪਰ ਉਹ ਬਹੁਤ ਔਖਾ ਉਹਨਾਂ ਨੂੰ ਟੁੱਟਦੇ ਅੰਦਰੋਂ। ਜਿਹੜੀਆਂ ਦੋਹੇ ਜਨਰੇਸ਼ਨਾਂ ਹੀ ਲੰਮਕ ਰਹੀਆਂ। ਪਹਿਲੀ ਜਨਰੇਸ਼ਨ ਜਦੋਂ ਜਾਂਦੇ ਆ ਨਾ ਬੱਚੇ, ਮੈਂ ਤਾਂ ਇੱਥੇ ਪਿਛਲੇ 15 ਸਾਲਾਂ ਤੋਂ ਦੇਖਦਾ, ਜਦੋਂ ਕਿਸੇ ਦੇ ਬੱਚੇ ਜਾਂਦੇ ਆ ਤੇ ਉਹ ਚੜਾ ਕੇ ਉੱਧਰ ਏਅਰਪੋਰਟ ਤੇ ਆ ਕੇ ਪਾਰਟੀ ਕਰਦਾ, ਖੁਸ਼ੀ ਨੂੰ ਬਾਈ ਬੱਚੇ ਪਹੁੰਚ ਗਏ ਜੀ ਉੱਥੇ, ਕੈਨੇਡਾ ਪਹੁੰਚ ਗਏ, ਬੜਾ ਵਧੀਆ, ਜਾਂ ਆਸਟ੍ਰੇਲੀਆ ਪਹੁੰਚ ਗਏ, ਫਰਾਂਸ। 10 ਕੁ ਸਾਲਾਂ ਚੋਂ ਬੜੇ ਸ਼ੌਕ ਜੀ ਇਹਨਾਂ ਦੱਸਦਾ ਵੀ ਬੱਚਿਆਂ ਨੂੰ ਉਧਰ ਘਰ ਲੈ ਲਿਆ ਜੀ, ਉਹ ਤੇ ਆਹ ਹੋ ਗਿਆ ਜੀ, ਆਹ ਹੋ ਗਿਆ। ਉਦੋਂ ਬਾਅਦ ਬੱਚੇ ਆਪਦੇ ਸਿਸਟਮ 'ਚ ਨੈਚੁਰਲੀ, ਕੁਦਰਤੀ ਉਹਨਾਂ ਨੇ ਕੰਮ ਕਰਨਾ ਹੁੰਦਾ, ਉਹਦੇ 'ਚ ਇਨਵੋਲਵ ਹੋ ਜਾਂਦੇ ਆ। ਜਦੋਂ ਉਹਦੇ 'ਚ ਇਨਵੋਲਵ ਹੋ ਜਾਂਦੇ ਆ ਆਪਦੇ ਕੰਮਕਾਰ ਦੇ ਵਿੱਚ, ਫਿਰ ਉਹ ਵੀ ਥੋੜਾ ਜਿਹੀ ਉਮਰ ਦੇ ਹਿਸਾਬ ਨਾਲ ਬਜ਼ੁਰਗ ਹੋਣ ਲੱਗ ਜਾਂਦਾ, ਫਿਰ ਉਹਨੂੰ ਇਕੱਲਤਾ ਮਹਿਸੂਸ ਹੁੰਦੀ ਹੈ, ਫਿਰ ਉਹਨੂੰ ਸਾਰਾ ਕੁਛ ਆਪਣਾ ਖੁਰਦਾ ਮਹਿਸੂਸ ਹੁੰਦਾ। ਫਿਰ ਉਹ ਹੁਣ ਮੈਨੂੰ ਜਿਵੇਂ ਮੇਰੇ ਬੱਚੇ ਇਸ ਏਜ 'ਚ ਹੈ, ਕੋਈ ਡਿਸਾਈਡ ਕਰਨਾ ਵੀ ਇੱਧਰ ਜੋਬ ਕਰਨ ਜਾਂ ਬਾਹਰ ਜਾਣ, ਤਾਂ ਹੁਣ ਜਿਵੇਂ ਮੈਨੂੰ ਕਹੀ ਬਾਈ ਇੱਥੇ ਤੁਸੀਂ ਜੋ ਮਰਜ਼ੀ ਕੰਮ ਕਰਾ ਲਓ, ਬਾਹਰ ਨਾ ਭੇਜੋ, ਉਹ ਫਿਰ ਬੱਚੇ ਦੂਰ ਹੋ ਜਾਂਦੇ। ਜਿਨ੍ਹਾਂ ਦੇ ਬੱਚੇ ਬਾਹਰ ਗਏ ਆ, ਮੇਰੇ ਦੋਸਤ ਨੇੜੇ ਦੇ, ਉਹਨਾਂ ਦੇ ਮਤਲਬ ਜਿਹੜੇ ਮੈਨੂੰ 5 ਸਾਲ ਪਹਿਲਾਂ ਮਾਨ ਨਾ ਕਹਿੰਦੇ ਹੁੰਦੇ ਸੀ, ਬੇਟੇ ਨੇ ਉੱਥੇ ਕੋਠੀ ਲੈ ਲਈ ਜੀ, ਤਾਂ ਮੀਨਸ ਉਹ ਦਰਦ ਉਹ ਦੇਖ ਚੁੱਕੇ ਆ ਜਾਂ ਉਹ ਮਹਿਸੂਸ ਕਰਨ ਲੱਗ ਗਏ। ਜਿਹੜੀ ਆਪਾਂ ਨਾ ਆਪਾਂ ਥੋੜੇ ਜਿਹੇ ਪੰਜਾਬੀ ਲਾ ਲਓ ਜਾਂ ਆਪਾਂ ਲੋਕ ਹੈ, ਆਪਾਂ ਜ਼ਿੰਦਗੀ ਜਿਉਣ 'ਚ, ਸਮਾਜਿਕ ਸਿਸਟਮ 'ਚ, ਪਖੰਡ 'ਚ ਵੀ ਕੁਛ ਉਲਝੇ ਹੁੰਦੇ ਆ। ਆਪਾਂ ਕੁਦਰਤ ਨੂੰ ਜਾਂ ਦੁਨੀਆ ਨੂੰ ਜਾਣਨ ਨਾਲ ਆਪਣੇ ਅੰਦਰ ਜਜ਼ਬਾ ਜਨ ਹੁੰਦਾ ਕਿ ਅਸੀਂ ਇੱਥੋਂ 4 ਦੋਸਤ ਬੈਠੇ ਵੀ ਆਪਾਂ ਕਰੂਜ਼ ਤੇ ਚਲੇ ਗਏ ਘੁੰਮਣ, ਜਾਂ ਫਲਾਨੀ ਲੇਕ ਦੇ ਕੋਲੇ ਗੱਡੀ ਲਾ ਕੇ ਉੱਥੇ ਟੈਂਟ ਲਾਈ ਬੈਠੇ ਆ। ਆਪਣੇ ਤਾਂ ਵੱਧ ਤੋਂ ਵੱਧ ਜੇ ਜਾਂਦੇ ਨਾ ਵੀ ਚੱਲ ਆਪਾਂ ਫਲਾਨੇ ਧਾਰਮਿਕ ਸਥਾਨ ਤੇ ਮੱਥਾ ਟੇਕ ਕੇ, ਆਪਣੀ ਆਊਟਿੰਗ ਇਹ ਹੁੰਦੀ ਆ। ਜਾਂ ਆਪਾਂ ਘਰ 'ਚ ਹੀ ਰਹਿੰਦੇ ਹਾਂ, ਜਾਂ ਆਪਾਂ ਘਰ ਦੇ ਵਿੱਚ ਹੀ ਰਹਿੰਦੇ ਹਾਂ। ਜਿਹੜਾ ਉਹ ਘਰ ਦੇ ਵਿੱਚ ਰਹਿੰਦੇ ਆ, ਘਰ ਦੇ ਵਿੱਚ ਰਹਿੰਦੇ ਹੌਲੀ ਹੌਲੀ ਇਕੱਲੇ ਕੈਦ ਹੋ ਜਾਂਦੇ, ਕਿਉਂਕਿ ਹੌਲੀ ਹੌਲੀ ਭਵਿੱਖ ਕੀ ਵੇਖਦੇ ਹੋ ਵਿਰਕ ਸਾਹਿਬ? ਸਰੋਤਿਆਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਲਾਈਨਾਂ ਹੁਣ ਖੁੱਲੀਆਂ ਨੇ, ਕਿਸੇ ਨੇ ਕੋਈ ਸਵਾਲ ਪੁੱਛਣਾ ਹੋਵੇ 9863609655 ਨੰਬਰ ਤੇ ਆਪ ਜੀ ਕਾਲ ਕਰ ਸਕਦੇ ਹੋ। ਆਪਣੀ ਗੱਲਬਾਤ ਹੋ ਰਹੀ ਹੈ ਸਾਬਕਾ ਰਿਟਾਇਰਡ ਅਧਿਕਾਰੀ SP ਸੁਖਦੇਵ ਸਿੰਘ ਵਿਰਕ ਹੋਰਾਂ ਨਾਲ, ਤੇ ਇਸ ਦੌਰਾਨ ਤੁਸੀਂ ਕੋਈ ਸਵਾਲ ਕਰਨਾ ਹੋਵੇ, ਗੱਲਬਾਤ ਕਰਨੀ ਹੋਵੇ ਕਿ ਕੀ ਹਾਲਾਤ ਵੇਖਦੇ ਹੋ ਪੰਜਾਬ ਦੇ ਵਿੱਚ? ਇਹ ਜਿਹੜਾ ਕ੍ਰਾਈਮ ਰੇਟ ਪੰਜਾਬ ਦੇ ਵਿੱਚ, ਪ੍ਰਵਾਸ ਪੰਜਾਬ ਦੇ ਵਿੱਚ, ਖਲਾ, ਜ਼ਮੀਨੀ ਮਸਲੇ, ਕੀ ਕੁਛ ਹੋਈ ਜਾਂਦਾ, ਉਸ ਮੁਤਲਕ ਗੱਲਬਾਤ ਹੋ ਰਹੀ ਹੈ। ਸਾਡੇ ਪ੍ਰੋਗਰਾਮ ਨੂੰ ਸਪੋਰਟ ਕੀਤਾ। ਸਿਆਟਲ ਦੇ ਵਿੱਚ ਲੋਕਲ ਲੋਡ ਚਾਹੁੰਦੇ ਹੋ, ਲੰਮੇ ਰੂਟਾਂ ਤੋਂ ਉਕਤਾਇਓ ਤਾਂ ਵਾਸ਼ਿੰਗਟਨ ਫੀਲਡ ਸਰਵਿਸ ਨਾਲ ਸੰਪਰਕ ਕਰੋ। ਓਨਰ, ਆਪਰੇਟਰ, ਡਰਾਈਵਰ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਵੀ ਅੰਗਰੇਜ਼ੀ ਪੰਜਾਬੀ ਭਾਸ਼ਾ 'ਚ ਦਿੰਦੇ ਨੇ। ਜਗਦੇਵ ਸਿੰਘ ਸੰਧੂ ਦਾ ਨੰਬਰ ਹੈ 253 266 6924। ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060। ਅੰਟਾਰੀਓ ਪ੍ਰੋਵਿੰਸ ਦੇ ਵਿੱਚ ਹੋਮ ਅਤੇ ਆਟੋ ਇੰਸ਼ੋਰੈਂਸ ਚਾਹੀਦੀ ਹੈ। ਤੁਸੀਂ ਕੈਨੇਡਾ ਨਵੇਂ ਆਏ ਹੋ, ਰਿਨਿਊਵਲ ਹੋਣ ਵਾਲੀ ਹੈ ਡਰਾਈਵਿੰਗ ਦੇ ਵਿੱਚੋਂ, ਹੋਮ ਅਤੇ ਆਟੋ ਇੰਸ਼ੋਰੈਂਸ ਲਈ ਭੈਣ ਮਨਦੀਪ ਕੌਰ ਨੂੰ ਸੰਪਰਕ ਕਰੋ। ਟੋਰਾਂਟੋ 'ਚ 647 615 5000 647 615 5000 ਨੰਬਰ ਹੈ ਮਨਦੀਪ ਕੌਰ ਜੀ ਦਾ। ਯੂਨੀਅਨ ਵਿਲੇਜ ਟਰੱਕ ਸਟਾਪ ਹੈ ਬੇਕਰਸਫੀਲਡ ਇਲਾਕੇ 'ਚ। ਮਾਰੋ ਆਪਣੇ ਟਰੱਕ ਟਰਾਲਿਆਂ ਨੂੰ ਬ੍ਰੇਕ। ਯੂਨੀਅਨ ਵਿਲੇਜ ਟਰੱਕ ਸਟਾਪ ਤੇ ਨਾਲ ਬਣਿਆ ਇੰਡੀਅਨ ਰੈਸਟੋਰੈਂਟ ਦੇਸੀ ਘਿਓ ਦੇ ਪਰੌਂਠੇ ਦਹੀਂ ਨਾਲ ਬਹੁਤ ਲਜ਼ੀਜ਼ ਛਕਾਉਂਦੇ ਨੇ। ਹੋਰ ਭਾਰਤੀ ਵਿਦੇਸ਼ੀ ਖਾਣਿਆਂ ਦਾ ਆਨੰਦ ਲਿਆ ਜਾ ਸਕਦਾ ਹੈ। ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ, ਉਸੇ ਜਗ੍ਹਾ ਤੇ ਹੈ ਯੂਨੀਅਨ ਵਿਲੇਜ ਟਰੱਕ ਸਟਾਪ, 2201 ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ, ਜ਼ਿਪ ਕੋਡ 93307। ਰੋਡਵੇਜ਼ ਟਰਾਂਸਪੋਰਟ ਵਾਲੇ ਬਾਈ ਜੀ ਸੁੱਖੀ ਘੁੰਮਣ ਹੋਰਾਂ ਦਾ ਇਦਾਰਾ, ਜਿਨ੍ਹਾਂ ਦਾ ਨੰਬਰ ਹੈ 661 304 7500 6613047500। ਬਲਵੀਰ ਸਿੰਘ ਉਸਮਾਨਪੁਰ ਪਰਿਵਾਰ, ਜਿਨ੍ਹਾਂ ਦੇ ਅਮਰੀਕਾ 'ਚ ਨੇ ਕਈ ਸਾਰੇ ਕਾਰੋਬਾਰ, ਵਾਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਅਰਲਿੰਗਟਨ ਫਿਊਲ ਸਟਾਪ, 1801 ਪਾਇਨੀਅਰ ਈਸਟ ਹਾਈਵੇ, ਐਗਜ਼ਿਟ 1801 ਤੇ ਪੈਂਦਾ ਹੈ, ਤੇ ਐਗਜ਼ਿਟ 208 ਤੇ 1801 ਪਾਇਨੀਅਰ ਈਸਟ ਹਾਈਵੇ, ਐਗਜ਼ਿਟ 208 ਤੇ। ਇੱਥੇ ਤੁਹਾਨੂੰ ਫ੍ਰੀ ਕਾਫੀ, ਈਮੇਲ, ਫੈਕਸ ਤੇ ਟਰੱਕ ਪਾਰਕਿੰਗ ਫ੍ਰੀ ਹੈ। ਟਰੱਕਾਂ ਦਾ ਸਮਾਨ ਸਮੱਗਰੀ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਹੈ ਕੈਲੀਫੋਰਨੀਆ ਦੇ ਵਿੱਚ, ਲਾਸਟਲ ਟਰੈਵਲ ਸੈਂਟਰ, 14814 ਲੋਮਾ ਸਟਰੀਟ, ਲਾਸਟਲ, ਐਗਜ਼ਿਟ 278 ਤੇ। ਇੱਥੇ ਤੁਹਾਨੂੰ ਫ੍ਰੀ ਚਾਹ, ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਨਾਲ ਲਿਕਰ ਸ਼ਾਪ ਵੀ ਹੈ, ਉਹ ਫ੍ਰੀ ਨਹੀਂ ਹੈ, ਸਦ ਉਪਯੋਗ ਕਰੋ। ਇਸ ਤੋਂ ਇਲਾਵਾ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦਾ ਫਿਊਲ ਕੰਪਨੀਆਂ ਦਾ ਕਾਰੋਬਾਰ ਹੈ, ਡੈਲਟਾ ਫਿਊਲ ਕੰਪਨੀ ਤੇ ਮੋਬਿਲ ਐਕਸ਼ਨ ਮੈਰਾਥਨ, ਜਿਸ ਤੋਂ ਫਿਊਲ ਕੰਪਨੀਆਂ ਤੋਂ ਗੈਸ ਸਟੇਸ਼ਨ ਓਨਰ, ਆਪਰੇਟਰ ਵੀਰ ਫਿਊਲ ਫਰੈਂਚਾਈਜ਼ ਖਰੀਦ ਸਕਦੇ ਨੇ, ਤੇ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਵੀ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਕੋਈ ਡੀਲ ਬਣਾਉਣੀ ਹੈ ਤਾਂ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਹਰਜਾਪ ਸਿੰਘ ਦਾ ਨੰਬਰ ਹੈ 425 232 84 13 425 232 8413। ਅਮਰੀਕਾ ਦੇ ਵਿੱਚ ਸਾਡੇ ਪ੍ਰੋਗਰਾਮਾਂ ਨੂੰ ਸੁਣਨ ਦੇ ਵਾਸਤੇ ਤੁਸੀਂ ਕਾਲ ਕਰੋ। ਨੰਬਰ ਹੈ 667 930 9260 667 930 9260।
स्टूडियो च गल करनी है तो अपना नंबर है 9877609655। गलबात हो रही है सुखदेव सिंह विरक रिटायर्ड SP ते ਸਾਹਿਤ ਦੇ ਰਸੀਏ ਨੇ, ਪੜ੍ਹਨ ਲਿਖਣ ਦਾ ਸ਼ੌਕ ਰੱਖਦੇ ਨੇ, ਕਦੇ ਕਦੇ ਆਰਟੀਕਲ ਵੀ ਪਾਉਂਦੇ ਆ ਫੇਸਬੁੱਕ ਤੇ। ਵਿਰਕ ਸਾਹਿਬ, ਜਿਹੜਾ ਇਹ ਪ੍ਰਵਾਸ ਹੋ ਰਿਹਾ, ਅਬਦੁਲ ਕਲਾਮ ਸਾਹਿਬ ਨੇ 20 ਸਾਲ ਪਹਿਲਾਂ ਇਸ ਦਾ ਫਿਕਰ ਕੀਤਾ ਸੀ, ਜ਼ਿਕਰ ਕੀਤਾ ਸੀ ਬ੍ਰੇਨ ਡਰੇਨ ਦਾ। ਇਹ ਪੀੜ ਸਭ ਤੋਂ ਵੱਧ ਪੰਜਾਬ ਚੱਲ ਰਿਹਾ, ਜਿਹੜਾ ਮਾਈਨੋਰਟੀਜ਼ ਚ ਹੈ, ਘੱਟ ਗਿਣਤੀਆਂ ਚ, ਜਿਹੜਾ ਟਾਰਗੇਟ ਵੀ ਹੈ ਹਮੇਸ਼ਾ ਮੈਜੋਰਟੀ ਦਾ। ਕੀ ਵੇਖਦੇ ਹੋ ਕਿ ਆਉਣ ਵਾਲੇ ਸਮੇਂ, ਜਿਵੇਂ ਪੰਜਾਬ ਨੇ ਪਹਿਲਾਂ 2 ਮੂਵਮੈਂਟਾਂ ਝੱਲੀਆਂ, ਪਹਿਲਾਂ 47 ਝੱਲਿਆ, ਉਸ ਤੋਂ ਬਾਅਦ ਫਿਰ ਮੂਵਮੈਂਟਾਂ ਝੱਲੀਆਂ, ਨਕਸਲ ਮੂਵਮੈਂਟ, ਦੂਸਰੀ ਸਿੱਖ ਮੂਵਮੈਂਟ ਝੱਲੀ, ਇਸ ਤੋਂ ਬਾਅਦ ਹੁਣ ਡਰੱਗ ਵਾਰ ਹੈ, ਕਿਉਂਕਿ ਪੰਜਾਬ 3 ਧਿਰੀ ਸਿਆਸਤ ਚ ਫਸਦਾ ਹੈ। ਹੁਣ ਡਰੱਗ ਵਾਰ ਨੇ ਬਹੁਤ ਨੁਕਸਾਨ ਕੀਤਾ ਤੇ ਇਸ ਦੌਰਾਨ ਇਹ ਜਿਹੜਾ ਪ੍ਰਵਾਸ ਹੈ, ਪੰਜਾਬੀ ਆਪਣੀ ਪ੍ਰਾਪਰਟੀ ਜ਼ਮੀਨਾਂ ਵੇਚ ਕੇ ਧੜਾ ਧੜ ਜਾਣ ਦੇ ਲਈ ਮਜਬੂਰ ਵੀ ਨੇ, ਇੱਕ ਟ੍ਰੈਂਡ ਵੀ ਬਣ ਗਿਆ। ਕੀ ਆਉਣ ਵਾਲੇ ਸਮੇਂ 'ਚ ਕੀ ਤੁਹਾਨੂੰ ਪੰਜਾਬ ਦੀ ਲੈਂਡ ਦਾ, ਪੰਜਾਬ ਦੀ ਜ਼ਮੀਨ ਦਾ ਕੋਈ ਭਵਿੱਖ ਨਜ਼ਰ ਆਉਂਦਾ ਹੈ? ਜਿਸ ਤਰ੍ਹਾਂ ਚਾਈਨਾ ਨੇ ਯੂਰਪ ਤੱਕ ਜਿਹੜਾ ਰੋਡ ਲਿੰਕ ਪੈਦਾ ਕਰ ਲਏ ਨੇ ਗਦਾਵਰ ਬੰਦਰਗਾਹ ਵਾਲੇ, ਸੋ ਇਸ ਦੌਰਾਨ ਆਉਣ ਵਾਲੇ ਸਮੇਂ ਦੇ ਵਿੱਚ ਕਾਰਪੋਰੇਟ ਨੇ ਇਹ ਜ਼ਮੀਨਾਂ ਤਾਂ ਮੁਫਤ ਦੇ ਭਾਅ ਲੈਣੀਆਂ ਨੇ ਜੇ ਪੰਜਾਬੀ ਛੱਡ ਗਏ। ਪੰਜਾਬ ਦੀ ਜ਼ਮੀਨ ਜ਼ਰਖੇਜ਼ ਹੈ, ਉਪਜਾਊ ਖਿੱਤਾ ਹੈ, ਜ਼ਰਾਇਤ ਬੜੀ ਬਾਕਮਾਲ ਹੈ, ਪਰ ਜਾਲ ਅਜਿਹਾ ਬੁਣਿਆ ਜਾ ਰਿਹਾ ਕਿ ਇਹ ਆਪਣੇ ਆਪ ਲੋਕੀ ਛੱਡਣ ਨੂੰ ਮਜਬੂਰ ਹੋ ਜਾਣਗੇ। ਕੀ ਪੰਜਾਬ ਦੀ ਉਸ ਭਵਿੱਖ ਦਾ, ਤੁਸੀਂ ਜਿਹੜੀ ਪੰਜਾਬੀਅਤ ਸੀ, ਕੀ ਵੇਖਦੇ ਹੋ ਉਸ ਦਾ ਭਵਿੱਖ? ਬਹੁਤ ਸਾਰੇ ਲੋਕ ਸੋਚਦੇ ਆ ਕਿ ਪ੍ਰਾਪਰਟੀ ਵੇਚੋ, ਕੈਨੇਡਾ ਜਾਓ। ਤੁਸੀਂ ਕੀ ਮਹਿਸੂਸ ਕਰਦੇ ਹੋ ਇਸ ਸਾਰੇ ਵਰਤਾਰੇ ਨੂੰ? ਵਿਦੇਸ਼ ਵੀ ਜਾਂਦੇ ਰਹਿੰਦੇ ਹੋ, ਉਰੇ ਵੀ ਤੁਸੀਂ ਵਿਚਰਦੇ ਹੋ, ਕੀ ਵੇਖਦੇ ਹੋ ਪੰਜਾਬ ਦਾ ਜਿਹੜਾ ਸਿਸਟਮ? ਕੀ ਸਲਾਹ ਦੇਣਾ ਚਾਹੋਗੇ ਇਸ ਬਾਰੇ? ਕੀ ਸੋਚਣੀ ਹੈ ਤੁਹਾਡੀ? ਜੀ, ਇੱਕ ਤਾਂ ਬਾਈ ਜੀ, ਜਿਹੜਾ ਜਿੰਨੇ ਨਾ ਤੁਸੀਂ ਹੁਣ ਆਪਾਂ ਦੇਖ ਲਈਏ ਕਿਤੇ ਖੇਤੀਬਾੜੀ 2 ਤਰੀਕਿਆਂ ਕਰਕੇ ਫੇਲ ਹੋ ਗਈ। ਨੰਬਰ 1 ਤਾਂ ਜਿਹੜਾ ਝੋਨੇ ਵਾਲਾ ਸਿਸਟਮ ਸੀ ਨਾ, ਜਦੋਂ ਤੋਂ ਝੋਨਾ, ਜਿਹੜੇ ਏਰੀਏ 'ਚ ਝੋਨਾ ਤੇ ਕਣਕ ਹੋਈ, ਉਹਦੇ ਬੱਚੇ ਪਿਛਲੇ 20 ਸਾਲਾਂ ਤੋਂ ਖੇਤ 'ਚੋਂ ਨਿਕਲੇ ਹੋਏ ਆ। ਉਹ ਵੱਧ ਤੋਂ ਵੱਧ ਮੋਟਰਸਾਈਕਲ ਤੇ ਚਾਹ ਫੜਾਉਣ ਜਾਂਦੇ ਆ ਬਾਪੂ ਦੀ ਜੰਸੀਰੀਆਂ, ਉਦੋਂ ਅੱਗੇ ਥੱਲੇ ਨਹੀਂ ਉਤਰ ਕੇ ਦੇਖਦੇ। ਜਿਹੜੇ ਏਰੀਏ ਦੇ ਵਿੱਚ ਸਬਜ਼ੀ ਲਾਉਂਦੇ ਆ ਜਾਂ ਨਰਮਾ ਬੀਜਦੇ ਆ ਜਾਂ ਕਮਾਦ ਬੀਜਦੇ ਆ, ਉਹਨਾਂ ਦੇ ਬੱਚੇ ਅਜੇ ਵੀ ਖੇਤਾਂ ਦੇ ਵਿੱਚ ਜਾਂਦੇ ਆ। ਉਹ ਇੱਕ ਤਾਂ ਜਿਹੜਾ ਸਾਡੇ ਬੱਚੇ ਖੇਤਾਂ 'ਚੋਂ ਨਿਕਲ ਗਏ ਨਾ, ਉਹਦਾ ਸਾਨੂੰ ਬਹੁਤ ਨੁਕਸਾਨ ਹੋਇਆ। ਪਹਿਲਾਂ ਇਹ ਹੁੰਦਾ ਸੀ ਵੀ ਜਿਵੇਂ 2-3 ਮੁੰਡੇ ਆ, ਇੱਕ ਨੌਕਰੀ ਤੇ ਲੱਗ ਗਿਆ। ਹੈਲੋ ਵਿਰਕ ਸਾਹਿਬ, ਕਾਲਰ ਨੇ 1-2 ਆਪਾਂ ਲੈ ਲਈਏ ਪਲੀਜ਼। ਜੀ ਬਰਾੜ ਸਾਹਿਬ, ਤੁਸੀਂ ਆਨ 에ਅਰ ਹੋ, ਵੈਲਕਮ। ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਵਿਰਕ ਸਾਹਿਬ ਦੇ ਵਿਚਾਰ ਸੁਣ ਰਿਹਾ ਸੀ ਤੇ ਮੈਂ ਵੀ ਜਿਹੜਾ 97 ਦਾ ਇੱਥੇ ਮੂਵ ਕੀਤਾ, ਮੈਂ ਇੰਜੀਨੀਅਰ ਸੀ ਇੰਡੀਆ ਦੇ ਵਿੱਚ, ਤੇ ਮਹਿਸੂਸ ਮੈਂ ਵੀ ਕਰ ਰਿਹਾ ਵਾਂ ਕੈਨੇਡਾ ਦੀ ਧਰਤੀ। ਤੁਸੀਂ ਅਕਸਰ ਪੰਜਾਬ ਦਾ ਦਰਦ, ਜਿਵੇਂ ਵਿਰਕ ਸਾਹਿਬ ਨੇ ਦੱਸਿਆ ਕਿ ਤਰਾਸਦੀ ਹੈ, ਸਾਨੂੰ ਕੀ ਕਰਨਾ ਚਾਹੀਦਾ ਕੀ ਨਹੀਂ, ਕੀ ਮਹਿਸੂਸ ਕਰਦੇ ਬਰਾੜ ਸਾਹਿਬ? ਮਤਲਬ ਆ ਵੀ ਮੈਂ ਤਾਂ ਕੈਨੇਡਾ ਦੀ ਧਰਤੀ ਉੱਪਰ ਤੋਂ ਨਾਰਥ ਪੋਲ ਤੋਂ ਲੈ ਕੇ ਮੈਂ ਨੌਕਰੀ ਵੀ ਕੀਤੀ, ਥੱਲੇ ਤੱਕ ਆਇਆ ਵਾਂ ਤੇ ਅਮਰੀਕਾ 'ਚ ਵੀ ਕੰਮ ਕਰਦਾ ਹੁਣ, ਤੇ ਮੈਂ ਮਹਿਸੂਸ ਮੈਂ ਵੀ ਕਰ ਰਿਹਾ ਵਾਂ। ਜਦੋਂ ਮੈਂ ਤੁਹਾਡੇ ਦਰਖਤ ਦੇਖਦਾ, ਦਰਖਤਾਂ ਦੇ ਪੱਤੇ ਦੇਖਦਾ, ਮੈਂ ਕਿਹਾ ਪੰਜਾਬ ਦੇ ਲੋਕਾਂ ਦਾ ਇਹਦੀ ਕੋਈ ਮਹੱਤਤਾ ਨਹੀਂ ਹੋਣੀ। ਪਰ ਜਦੋਂ ਮੈਂ ਕੈਨੇਡਾ ਦੀ ਧਰਤੀ ਦੀ ਟ੍ਰੀ ਲਾਈਨ ਤੋਂ ਉੱਪਰਲੇ ਪਾਸੇ ਦੇਖਦਾ ਤੇ ਮੈਨੂੰ ਇਹਨਾਂ ਪੱਤਿਆਂ 'ਚ ਬਹੁਤ ਹੀ ਜ਼ਿਆਦਾ ਕੀਮਤ ਦਿਖਦੀ ਆ। ਮੇਰੇ ਕਹਿਣ ਦਾ ਭਾਵ ਆ, ਅਸੀਂ ਗਵਾ ਰਹੇ ਆ, ਬਣਾ ਨਹੀਂ ਰਹੇ। ਦੂਜੀ ਗੱਲ ਇਹ ਹੈਗੀ ਆ ਵਿਰਕ ਸਾਹਿਬ ਜੀ, ਜਿਹੜੇ ਕੰਟਰੀ ਤੁਸੀਂ ਮੂਵ ਕੀਤੇ ਆ, ਉਹ ਤੇ ਕੈਪੀਟਲਿਸਟ ਸਿਸਟਮ ਆ। ਜਦੋਂ ਤੁਸੀਂ ਇੱਕ ਸਿਟੀ ਤੋਂ ਦੂਜੇ ਸਿਟੀ ਜਾਂਦੇ ਹੋ, ਕਿੰਨੀ ਧਰਤੀ ਆਲੇ ਦੁਆਲੇ ਹੈਗੀ ਆ? ਕੀ ਆਪਾਂ ਨੂੰ ਨਾਗਰਿਕ ਹੋ ਕੇ ਆਲੇ ਦੁਆਲੇ ਦੀ ਧਰਤੀ 'ਤੇ ਪੈਰ ਪਾਉਣ ਦਾ ਅਧਿਕਾਰ ਹੈਗਾ? ਕੀ ਅਸੀਂ ਉੱਥੇ ਪ੍ਰਾਪਰਟੀ ਲੈ ਕੇ ਉਹਦੇ 'ਚ ਜਾ ਕੇ ਬਾਹਰ ਖੇਤ ਜਾ ਕੇ ਬੈਠ ਸਕਦੇ ਆ? ਦੂਜੀ ਗੱਲ ਆ ਵੀ ਤੁਸੀਂ ਪੰਜਾਬ ਦੀ ਧਰਤੀ ਵੇਚ ਕੇ ਇੰਨੀ ਸੋਨੇ ਵਰਗੀ ਤੇ ਤੁਸੀਂ ਬਰਫਾਂ ਦੇ ਟਿੱਲੇ ਲੈ ਰਹੇ ਹੋ ਉੱਥੇ ਜਾ ਕੇ ਕੈਨੇਡਾ ਵਿੱਚ, ਉੱਥੇ ਹੁੰਦਾ ਕੀ ਹੈਗਾ? ਕਹਿਣ ਦਾ ਭਾਵ ਆ ਅਸੀਂ ਉਹ ਕਲਚਰ ਵੀ ਗਵਾ ਲਿਆ ਤੇ ਸੁੰਦਰ ਧਰਤੀ ਵੀ ਗਵਾ ਲਈ, ਅਸੀਂ ਰੀਪਲੇਸ ਕਰ ਰਹੇ ਆ। ਸਾਡੇ ਮਗਰ ਪੰਜਾਬ ਦੇ ਵਿੱਚ ਬੈਠੇ ਆ, ਤੁਸੀਂ ਪੈਸੇ ਲਓ ਤੇ ਨਿਕਲੋ ਇੱਥੋਂ, ਪੈਸੇ ਲਓ ਤੇ ਨਿਕਲੋ ਇੱਥੋਂ। ਇਹ ਜੇ ਵਰਤਾਰਾ ਚੱਲਦਾ ਪਿਆ, ਸਾਨੂੰ ਤਾਂ ਆਪ ਡਰ ਲੱਗਦਾ ਵੀ ਸਭ ਕੁਝ ਗਵਾਲਾ। ਦੂਜੇ ਪਾਸੇ ਜਿਹੜਾ ਕਰੋਨਾ ਸਿਸਟਮ ਹੁਣ ਆਇਆ, ਕਰੋਨਾ ਜਿਹੜਾ ਹੈਗਾ ਇਹਨੇ ਸੁਸਾਇਟੀ ਨੂੰ ਵੰਡ ਦੇਣਾ ਇੱਕ ਦੂਜੇ ਕੰਟਰੀ। ਇਹ ਕਰੋਨਾ ਲੋਕੀ ਤਾਂ ਸਮਝਦੇ ਨਾ ਵੀ ਕਰੋਨਾ ਇੱਕ ਆ ਗਿਆ ਤੇ 2 ਟੀਕੇ ਲਾ ਕੇ ਖਤਮ ਹੋ ਗਿਆ। ਮੈਂ ਇਹਨੂੰ HIV ਦੀ ਸਮਾਨ ਸਮਝਦਾ, HIV ਦੇ ਸਮਾਨ ਸਮਝਦਾ। ਇਹਨੇ ਜਿਹੜੀ ਸਹਿਬਤਾ ਨੂੰ ਆ, ਜਿਹੜਾ ਸੁਸਾਇਟੀ ਨੂੰ ਆ ਜਾਂ ਕੰਟਰੀਆਂ ਨੂੰ ਵੰਡ ਦੇਣਾ, ਕਿਸੇ ਨੇ ਦੂਜੇ ਕੰਟਰੀ 'ਚ ਵੰਡ ਨਹੀਂ ਦੇਣਾ ਆਉਣ ਵਾਲੇ ਸਮੇਂ 'ਚ। ਇਹ ਸਿਨੈਰੀਓ ਵਿੱਚ ਤਾਂ ਹੋਰ ਔਖਾ ਹੋ ਗਿਆ, ਤੁਹਾਡਾ ਲਿੰਕ ਜਮਾਂ ਹੀ ਟੁੱਟ ਜਾਣਾ, ਕਿਉਂਕਿ ਤੁਹਾਨੂੰ ਏਅਰਪੋਰਟ ਤੇ ਕਿਸੇ ਨੇ ਵੰਡ ਨਹੀਂ ਦੇਣਾ, ਵਾਪਸ ਜਾਓਗੇ ਉੱਥੇ ਨਹੀਂ ਵੰਡ ਦੇਣਾ। ਥੈਂਕ ਯੂ ਬਰਾੜ ਸਾਹਿਬ, ਮਿਹਰਬਾਨੀ। ਸੋ ਬਿਲਕੁਲ, ਜਿਨ੍ਹਾਂ ਨੇ ਉਹ ਸਾਰਾ ਦੇਖ ਲਿਆ ਨਾ, TC ਦਾ ਬੇਰ ਤੋੜ ਕੇ ਵੇਖ ਲਿਆ, ਜਾਂ ਇਸ ਦਾ ਸੂਖਮ ਮਨ ਨੇ
ਜਿਨ੍ਹਾਂ ਨੇ ਉਹ ਸਾਰਾ ਵਰਤਾਰਾ ਵੇਖ ਲਿਆ ਤੇ ਉਹ ਮਹਿਸੂਸ ਕਰਦੇ ਨੇ ਕਿ ਇਹਦਾ ਅਖੀਰ ਜੋ ਨਜ਼ਰ ਆਉਂਦਾ ਨਾ ਉਹ ਬਹੁਤ ਦਿਲ ਹਿਲਾਊ ਹੈ ਇਸ ਪ੍ਰਵਾਸ ਦਾ। ਵਿਰਕ ਸਾਹਿਬ ਜੀ, ਵਿਰਕ ਸਾਹਿਬ, ਹਾਂ ਬਰਾੜ ਸਾਹਿਬ ਵੀ ਇਹੀ ਤੌਖਲਾ ਫਿਕਰ ਤੇ ਜ਼ਿਕਰ ਇਹਨਾਂ ਨੇ ਵੀ ਕੀਤਾ। ਉਹੀ ਗੱਲ ਹੈ, ਬਿਲਕੁਲ ਠੀਕ ਉਹੀ ਗੱਲ ਕਰ ਰਹੇ। ਮੈਂ ਨਾ ਬਾਈ ਤੁਹਾਨੂੰ ਤਾਂ ਪਤਾ ਜਿਵੇਂ ਮੈਂ 3 ਵਾਰ USA ਕੈਨੇਡਾ ਘੁੰਮ ਆਏ, ਜਿਵੇਂ ਬਾਈ ਬਹੁਤ ਵਧੀਆ ਪਿਆਰ ਹੈ, ਬਹੁਤ ਵਧੀਆ ਵੀਰ ਨੇ, ਇਹਨਾਂ ਕੋਲੇ ਜਾ ਕੇ ਆਉਣੇ ਆ, ਗੱਲਾਂ ਕਰਦੇ ਆ। ਉਹ ਜਦੋਂ ਗੱਲਾਂ ਕਰਦੇ ਆ ਨਾ ਅਲਟੀਮੇਟਲੀ ਪੀਸ ਬਹੁਤਿਆਂ ਦੇ ਮਨ 'ਚ ਹੈ, ਜਿਹੜੇ ਬਹੁਤ ਸੈਟਲਡ ਹੈ। ਇਹੋ ਜਿਹੇ ਵੀ ਸੱਜਣ ਹੈ ਕਈ ਜਿਹੜੇ ਬਿਜ਼ਨਸ ਦੇ ਵਿੱਚ ਬਹੁਤ ਸੈਟਲਡ ਹੈ। ਇੱਕ ਚੀਜ਼ ਇਹ ਤਾਂ ਮੈਂ ਹਰ ਬੰਦੇ ਦੇ ਦੇਖੀ ਹੈ ਕਿ ਇੱਥੋਂ ਵਾਲਾ ਖੋਣ ਦਾ, ਇੱਥੋਂ ਜੜ੍ਹਾਂ ਨਾਲੋਂ ਟੁੱਟਣ ਦੀ ਢੀਸ ਤਾਂ ਹਰੇਕ ਦੇ ਮਨ 'ਚ ਹੁੰਦੀ ਹੈ। ਤੁਸੀਂ ਮਹਿਸੂਸ ਕਰਦੇ ਹੋ ਕਿ ਜਿੰਨਾ ਕੁ ਬਚ ਸਕੇ ਪੰਜਾਬ ਦੀ ਪ੍ਰਾਪਰਟੀ ਕਿਸੇ ਦੀ ਵੀ ਕਿਸੇ ਵੀ ਰੂਪ 'ਚ, ਠੀਕ ਹੈ, ਜਾਓ ਤਰੱਕੀ ਦੇ ਵਾਸਤੇ ਜਾਓ, ਪੈਸੇ ਕਮਾਉਣ ਲਈ ਜਾਓ, ਫਿਊਚਰ ਲਈ ਜਾਓ, ਸਟੱਡੀ ਲਈ ਜਾਓ, ਪਰ ਮੇਰੇ ਖਿਆਲ ਹੈ ਵੀ ਪੰਜਾਬ ਦੇ ਵਿੱਚ ਜੜ੍ਹਾਂ ਖਤਮ ਕਰਨੀਆਂ, ਜ਼ਮੀਨ ਵੇਚਣ ਲਈ ਮੇਰੇ ਖਿਆਲ ਹੈ ਤੁਸੀਂ ਵੀ ਜ਼ਮੀਨ ਵੇਚ ਕੇ ਜਾਣਾ ਨਹੀਂ, ਬਿਲਕੁਲ ਨਹੀਂ ਭਾਜੀ, ਬਿਲਕੁਲ ਨਹੀਂ। ਮੈਂ ਤੁਹਾਨੂੰ ਵੱਧ ਕਿਸਮਤੀ ਨਾਲ ਜਿਹੜੇ ਸਾਡੇ 20 ਸਾਲ ਪਹਿਲਾਂ ਪਾਲਿਸੀਜ਼ ਬਣਨੀਆਂ ਚਾਹੀਦੀਆਂ ਸੀ ਜਾਂ ਜਿਨ੍ਹਾਂ ਤੇ ਪਹਿਰਾ ਦੇਣਾ ਚਾਹੀਦਾ ਸੀ, ਉਹ ਕਿਸੇ ਤਰ੍ਹਾਂ ਨਹੀਂ ਬਣੀਆਂ। ਅੱਜ ਵੀ ਜਿਹੜੀ ਕਿਸਾਨੀ ਹੈ, ਜਿਹੜਾ 5-4 ਏਕੜ ਵਾਲੀ ਕਿਸਾਨੀ ਹੈ, ਉਹਨੇ ਬਿੱਲ ਲਾਗੂ ਹੋਣ ਨਾ ਲਾਗੂ ਹੋਣ, ਉਹਨਾਂ ਦੇ ਉੱਜੜਨ ਦਾ ਜਾਂ ਉਹਨਾਂ ਦੇ ਮਤਲਬ ਖਤਮ ਹੋਣ ਦਾ ਡਰ ਹਾਈ ਹੈ। ਇਸ ਨੂੰ ਬਚਾਉਣ ਦਾ ਇੱਕੋ ਹੀਲਾ, ਸਿਰਫ ਇੱਕੋ ਹੀਲਾ, ਕਿ ਜੇ ਕਿਸਾਨ ਇਕੱਠੇ ਹੋ ਕੇ, ਭਾਈਚਾਰਾ ਇਕੱਠੇ ਹੋ ਕੇ ਆਪਦੇ ਖਰਚੇ ਘਟਾ ਕੇ ਇੱਕ ਮਾਰਕੀਟਿੰਗ ਦਾ ਉਦਮ ਆਪ ਕਰਕੇ, ਕੋਈ ਚੰਗੇ ਪੜ੍ਹੇ ਲਿਖੇ ਬੰਦੇ ਹਨ, ਕਿ ਮਾਰਕੀਟਿੰਗ ਦਾ ਸਿਸਟਮ ਆਪ ਕਰਕੇ ਉਹਨਾਂ ਦਾ ਸਿਸਟਮ ਇੱਕ ਯੂਨਿਟ ਵਜੋਂ ਹੀ ਬਣਾ ਲੈਣ ਵੀ ਸਾਡੇ ਪਿੰਡ ਦਾ ਯੂਨਿਟ ਹੈ, ਤੁਸੀਂ ਆਹ ਬੀਜੋ, ਤੁਸੀਂ ਆਹ ਬੀਜੋ, ਮਾਰਕੀਟਿੰਗ ਇਹਦੀ ਆਉਂ ਕਰਾਂਗੇ। ਪਰ ਬਦਕਿਸਮਤੀ ਇਹ ਹੈ ਵੀ ਅਜੇ ਵੀ ਸਾਡੇ ਚੋਂ ਨਾ ਜਿਹੜਾ ਜੱਟ ਵਾਲਾ ਹੰਕਾਰ ਆ ਉਹ ਜਾਂਦਾ ਨਹੀਂ। ਅਸੀਂ ਕਿਸੇ ਨਾਲ ਰਲ ਕੇ ਨਹੀਂ ਖਾਣਾ ਚਾਹੁੰਦੇ। 3 ਕਿੱਲਿਆਂ ਤੇ ਵੀ ਟਰੈਕਟਰ ਲੈਣ ਨੂੰ ਤਿਆਰ ਆ, 5 ਕਿੱਲਿਆਂ ਤੇ ਵੀ ਤਿਆਰ। ਵੈਸੇ ਵਿਰਕ ਸਾਹਿਬ, ਇਸ ਅੰਦੋਲਨ ਨੇ ਨਾ ਮਨੁੱਖੀ ਵਿਵਹਾਰ ਦੇ ਵਿੱਚ 2 ਲਹਿਰਾਂ ਆਈਆਂ ਨੇ। ਇੱਕ ਤਾਂ ਆਈ ਆ ਜਿਹੜੀ ਨੈਗੇਟਿਵ ਵੀ ਆ ਥੋੜੀ, ਕਰੋਨਾ, ਉਹਨੇ ਵੀ ਬੰਦਿਆਂ ਨੂੰ ਉਹਨਾਂ ਦਾ ਅਖੀਰ ਦਿਖਾ ਦਿੱਤਾ। ਤੁਸੀਂ ਵੀ ਕਰੋਨਾ ਪੀੜਤ ਹੋਏ, ਮੈਂ ਵੀ ਕਰੋਨਾ ਪੀੜਤ ਹੋਇਆ। ਕਰੋਨਾ ਦਾ ਕੀ ਨੈਗੇਟਿਵ ਪੋਜ਼ਿਟਿਵ ਤੁਸੀਂ ਵੇਖਦੇ ਹੋ? ਉਹਨੇ ਵੀ ਬਹੁਤ ਕੁਝ ਸਾਨੂੰ ਜ਼ਿੰਦਗੀ ਦਾ ਸੱਚ ਸਮਝਾਇਆ। ਇੱਕ ਕਾਲਰ ਆਪਾਂ ਲੈ ਲਈਏ। ਇੱਕ ਸਵਾਗਤ ਹੈ ਸਰ ਤੁਹਾਡਾ, ਵੈਲਕਮ, ਤੁਸੀਂ ਓਨਰ ਹੋ 53 ਨੰਬਰ। ਹੈਲੋ, ਸੌਰੀ ਲਾਈਨ ਕੱਟ ਗਈ। ਵਿਰਕ ਸਾਹਿਬ, ਜਿਹੜਾ ਇੱਕ ਤਾਂ ਕਰੋਨਾ ਦਾ ਫੈਕਟ, ਕਿਉਂਕਿ ਤੁਸੀਂ ਵੀ ਇਸ ਦੇ ਪੀੜਤ ਰਹੇ ਹੋ, ਜਦੋਂ ਬਰਨਾਲਾ SP ਸੀ ਤੁਸੀਂ, ਆਪਾਂ ਗਲੋਬਲ ਤੇ ਗੱਲ ਵੀ ਕੀਤੀ ਸੀ, ਬੜਾ ਪੋਜ਼ਿਟਿਵ ਤੁਸੀਂ ਉਹਦੇ 'ਚ ਨਜ਼ਰੀਆ ਦੱਸਿਆ ਸੀ। ਸਾਡੇ ਰਿਸ਼ਤਿਆਂ ਤੇ ਮਨੁੱਖੀ ਸੁਭਾਅ ਤੇ ਕਰੋਨਾ ਕੀ ਅਸਰ ਪਾ ਕੇ ਗਿਆ, ਜਾਂਦੇ ਜਾਂਦੇ ਜ਼ਰੂਰ ਦੱਸਿਓ। ਦੂਸਰਾ, ਇਸ ਅੰਦੋਲਨ ਨੇ ਵੀ ਸਾਨੂੰ ਬਹੁਤ ਕੁਝ ਸਿਖਾ ਦਿੱਤਾ। ਕਿਸਾਨੀ, ਜਿਵੇਂ ਤੁਸੀਂ ਆਖਿਆ, ਯੂਥ ਜਾਗਰੂਕ ਹੋ ਗਿਆ, ਕਿਸਾਨਾਂ ਨੂੰ ਪਤਾ ਲੱਗਿਆ ਜਿਨ੍ਹਾਂ ਨੂੰ ਕਦੇ ਫਿਕਰ ਹੀ ਨਹੀਂ ਸੀ ਕਿ ਸਾਡੀ ਜ਼ਮੀਨ ਵੀ ਖੁੱਸ ਜੂ, ਉਹਨੇ ਵੀ ਬਹੁਤ ਕੁਝ ਸਮਝਾ ਦਿੱਤਾ। ਇੱਕ ਦੂਸਰਾ, ਲੋਕ ਕਰੋਨਾ ਦੇ ਕਾਰਨ ਆਰਗੈਨਿਕ ਹੈਲਦੀ ਫੂਡ ਦੇ ਵੀ ਯੂਜ਼ ਟੂ ਹੋਣ ਲੱਗੇ ਨੇ, ਉਸ ਪਾਸੇ ਨੂੰ ਵੀ ਜੁੜਨ ਲੱਗੇ ਨੇ। ਹੋਰ ਕੀ ਵੇਖਦੇ ਹੋ ਕਰੋਨਾ ਐਂਡ ਇਸ ਵਰਤਾਰੇ ਤੇ? ਇੱਕ ਕਾਲਰ ਲੈ ਲਈਏ, 2 ਕਾਲਸ ਕਾਫੀ ਆ ਰਹੀਆਂ ਪਲੀਜ਼ ਹੁਣ, ਤੇ 1-2 ਕਾਲ ਹੀ ਲੈ ਪਾਵਾਂਗੇ। ਸਵਾਗਤ ਹੈ ਸਰ ਤੁਹਾਡਾ, 647, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ ਟਵਾਨਾ ਸਾਹਿਬ, ਮੈਂ ਟੋਰਾਂਟੋ ਤੋਂ ਬੋਲ ਰਿਹਾ। ਟੋਰਾਂਟੋ ਤੋਂ ਕੌਣ ਬੋਲ ਰਹੇ ਜੀ? ਹੈਲੋ, ਹਾਂਜੀ ਹਾਂਜੀ, ਹਰਪ੍ਰੀਤ ਜੀ ਟੋਰਾਂਟੋ ਤੋਂ। ਕੀ ਕਹਿਣਾ ਚਾਹੁੰਦੇ ਹੋ ਹਰਪ੍ਰੀਤ ਜੀ? ਮੈਂ ਥੋੜੇ ਜਿਹੇ ਮੇਰੇ ਸ਼ਬਦ ਖਰਵੇ ਵੀ ਹੋਣਗੇ, ਕਿਸੇ ਨੂੰ ਗਲਤ ਬਣਾ ਲੱਗਣ, NRI ਨੂੰ ਖਾਸ ਕਰਕੇ। ਐਕਚੁਅਲੀ ਮੈਨੂੰ ਕਈ ਵਾਰੀ ਇਹ ਲੱਗਦਾ ਹੁੰਦਾ ਜੀ, ਅਸੀਂ ਪੰਜਾਬੀ ਆ ਨਾ, ਗੱਲਾਂ ਕਰਦੇ, ਪਰ ਮੈਨੂੰ ਲੱਗਦਾ ਅਸੀਂ ਕਿਸੇ ਧਰਤੀ ਦੇ ਸਕੇ ਨਹੀਂ ਹੈਗੇ ਜੀ। ਮੇਰਾ ਇਹ ਕਹਿਣਾ ਵੀ ਜਿੱਥੇ ਸਾਨੂੰ ਅਸੀਂ ਨਾ ਹਰ ਚੀਜ਼ ਨੂੰ ਤੋਲਦੇ ਹਾਂ ਪੈਸਿਆਂ ਨਾਲ, ਰਾਈਟ? ਅੱਜ ਅਸੀਂ ਬਿਨਾਂ ਸ਼ੱਕ, ਤੁਸੀਂ ਕੈਨੇਡਾ ਦੇ, ਜਿਹੜੇ ਵਿੱਚ ਕੈਨੇਡਾ 'ਚ ਬਹੁਤ ਸਾਰੀਆਂ ਕਮੀਆਂ, ਮੈਨੂੰ 10 ਸਾਲ ਹੋ ਗਏ ਰਹਿੰਦੇ ਨੂੰ, ਪਰ ਜੇ ਤੁਸੀਂ ਉਹ 4 ਬੰਦਿਆਂ 'ਚ ਕਮੀਆਂ ਉਜਾਗਰ ਕਰਦੇ ਹੋ ਨਾ, ਤਾਂ ਤੁਹਾਡੇ ਲਈ, ਜਿਵੇਂ ਇੰਡੀਆ ਦੇ ਵਿੱਚ ਤੁਸੀਂ ਪਾਕਿਸਤਾਨ ਦਾ ਨਾਮ ਲੈਤਾ ਹੋਵੇ, ਜਾਂ ਜਿਵੇਂ ਉਹ ਮਤਲਬ BJP ਦੀ ਖੱਟੜਤਾ, ਤੁਹਾਨੂੰ ਇਸ ਤਰ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਇੱਥੇ ਜੀ। ਦੇਸ਼ ਕੇ ਕਿਰਦਾਰ ਉਹ ਤੁਹਾਨੂੰ ਰਾਈਟ ਵੇ, ਜਿਵੇਂ ਆਪਾਂ ਨੂੰ BJP ਕਹਿੰਦੇ ਆ ਨਾ ਜੀ, ਤੁਸੀਂ ਹਾਂਜੀ ਦੇਸ਼ ਦੇ ਉਹ ਕਹਿਣਗੇ ਕਿ ਤੁਹਾਨੂੰ ਟਿਕਟ ਲੈ ਕੇ ਦਿੰਦੇ ਆ ਤੇ ਇਹਨੂੰ ਛੱਡ ਜਾਓ ਤੁਸੀਂ, ਹਨਾ? ਇਹ ਗੱਲ ਆ। ਬਾਕੀ ਜਿਹੜੀ ਗੱਲ ਇਹ ਹੈ ਨਾ ਜੀ, ਬਹੁਤ ਸਾਰੇ ਲੋਕ ਇੱਥੇ ਗੱਲਾਂ ਕਰਦੇ ਆ ਆਪਾਂ ਆ ਕੇ
ਵੀ ਅਸੀਂ ਰੋਟੀ ਖਾਤਰ ਆਏ ਆ। ਮੈਂ ਨਹੀਂ ਮੰਨਦਾ ਪੰਜਾਬ ਦੇ ਵਿੱਚ ਕੋਈ ਰੋਟੀ ਤੋਂ ਭੁੱਖਾ ਮਰਦਾ। ਇੱਥੇ ਆਇਆ, ਬਾਕੀ ਕੰਟਰੀਆਂ ਤੋਂ ਕਹਿ ਸਕਦੇ ਆ, ਬਹੁਤ ਕੰਟਰੀ ਇੱਥੇ ਲੋਕ ਆਏ ਆ, ਬਾਕੀ ਕੰਟਰੀਆਂ ਦੀ ਇਹ ਪ੍ਰੋਬਲਮ ਹੋ ਸਕਦੀ ਹੈ, ਪਰ ਪੰਜਾਬ ਦੀ ਇਹ ਪ੍ਰੋਬਲਮ ਨਹੀਂ ਹੈਗੀ। ਹੁਣ ਤਾਂ ਆਮ ਘਰਾਂ ਦੇ ਬੱਚੇ ਆਉਣ ਲੱਗ ਪਏ, ਕਿੱਲੇ 2 ਕਿੱਲੇ ਵਾਲੇ। ਪਹਿਲਾਂ ਖਾਸ ਕਰਕੇ ਮੈਂ ਮਾਲਵੇ ਨੂੰ ਬਿਲੋਂਗ ਕਰਦਾ, ਮਾਲਵੇ ਤੋਂ ਤਾਂ ਲੋਕ ਹੀ ਉਹ ਆਏ ਆ ਜਿਨ੍ਹਾਂ ਕੋਲੇ 50-100 ਕਿੱਲੇ, 40 ਕਿੱਲੇ, 30 ਕਿੱਲੇ ਵਾਲੇ। ਸਭ ਤੋਂ ਪਹਿਲਾਂ ਸਟਾਰਟ ਉਹਨਾਂ ਨੇ ਕੀਤਾ, ਚਾਹੇ ਬੱਚੇ ਆਏ ਜਾਂ ਸਭ ਤੋਂ ਵੱਧ ਪਹਿਲਾਂ ਪੜ੍ਹੇ ਲਿਖੇ ਸਾਡੇ ਟੀਚਰਾਂ ਨੇ ਬੱਚੇ ਕੱਢਣੇ ਬਾਹਰ ਸ਼ੁਰੂ ਕੀਤੇ ਆ ਨਾ। ਤੇ ਦੂਜਾ ਪੱਖ ਇਹ ਵੀ ਆ, ਹੁਣ ਤੁਸੀਂ ਕਹਿੰਦੇ ਜ਼ਮੀਨਾਂ ਰੱਖ ਲਓ। ਹੁਣ ਜਿਹੜੀ ਕੋਈ ਬੰਦਾ ਜ਼ਮੀਨ ਰੱਖ ਕੇ, ਬੰਦੇ ਦੀ ਏਜ ਤਾਂ 50 ਸਾਲ 70 ਸਾਲ ਇੱਕ ਕਪੈਸਿਟੀ ਆ, 60 ਸਾਲ ਤੋਂ ਬਾਅਦ ਕੰਮ ਕਰਨ ਦਾ ਹੀ ਨਹੀਂ ਕੁਛ ਰਹਿੰਦਾ। ਫਿਰ ਉਹ ਜ਼ਮੀਨ ਨੂੰ ਪੰਜਾਬ 'ਚ ਕਰੂਗਾ ਕੀ? ਫਿਰ ਉਹ ਕਹਿੰਦਾ ਬੱਚਿਆਂ ਨੂੰ ਪਤਾ ਕੁਛ ਨਹੀਂ ਹੈਗਾ, ਅਸੀਂ ਕੁਛ ਮਜਬੂਰੀਆਂ 'ਚ ਫਸ ਗਏ, ਲਿਜਾ ਨਹੀਂ ਸਕੇ। ਫਿਰ ਉਹਦੇ ਕੋਲੇ ਤਾਂ ਵੇਚਣ ਤੋਂ ਬਿਨਾਂ ਚਾਰਾ ਕੋਈ ਨਹੀਂ। ਔਰ ਇੱਕ ਗੱਲ ਆ ਜਿਹੜੀ, ਹਾਂਜੀ ਇੱਕ ਗੱਲ ਮੈਂ ਹੋਰ ਆ ਨਾ, ਇੱਕ ਨਾ ਦੇਖੋ ਪੰਜਾਬ ਦੇ ਵਿੱਚ ਹੁਣ ਤਾਂ ਬਹੁਤ ਫਰਕ ਪੈ ਗਿਆ, ਥੋੜਾ ਪੋਜ਼ਿਟਿਵ ਕੱਢਣ ਲੱਗ ਪਏ ਗੱਲਾਂ। ਆ ਕੁਛ ਚੈਨਲਾਂ ਵਾਲੇ ਵੀ ਫਲਾਨੇ ਨੇ ਆਹ ਖੇਤੀ ਕੀਤੀ, ਮੁੰਡੇ ਨੇ ਆਹ ਕਾਰੋਬਾਰ ਚਲਾਇਆ। ਨਹੀਂ ਤਾਂ ਵਿਦੇਸ਼ਾਂ ਵਿੱਚ ਇੰਨੀ ਕੁ ਨੈਗੇਟਿਵਿਟੀ ਫੈਲਾਈ ਜਾਂਦੀ ਹੈ ਜੀ। ਜਦੋਂ ਮੈਂ ਇੱਥੇ ਆਇਆ ਨਾ ਟਵਾਣਾ ਸਾਹਿਬ, ਮੈਂ ਆਪਣੀ ਗੱਲ ਦੱਸਦਾ, ਵਿਦਿਨ 6 ਮੰਥ ਮੈਂ ਇੱਥੋਂ ਦੇ ਲੋਕਲ ਚੈਨਲ ਸੁਣ ਕੇ ਮੇਰਾ ਦਿਮਾਗ ਇਸ ਤਰ੍ਹਾਂ ਹੋ ਗਿਆ ਵੀ ਮੈਨੂੰ ਤਾਂ ਪੰਜਾਬ ਗਏ ਨੂੰ ਕੋਈ 에ਅਰਪੋਰਟ ਤੇ ਹੀ ਵੜ ਦੂਗਾ। ਹਾਂ, ਡਰਾਉਂਦੇ ਬਹੁਤ ਹੈ, ਇਹ ਗੱਲ ਹੈਗੀ ਹੈ, ਸਹੀ ਗੱਲ ਹੈ। ਜਦੋਂ ਮੈਂ 1.5 ਸਾਲ ਬਾਅਦ ਗਿਆ, ਮੈਂ ਕਿਹਾ ਯਾਰ ਉੱਥੇ ਤਾਂ ਕੋਈ ਗੱਲ ਨਹੀਂ, ਹਰ ਸਾਲ ਜਾਂਦੇ ਆ, ਦੇਖਦੇ ਆ। ਕਈ ਬੰਦੇ ਨਹੀਂ ਗਏ, ਉਹਨਾਂ ਨੂੰ ਤਾਂ ਇਹ ਮਹਿਸੂਸ ਹੁੰਦਾ ਵੀ ਉੱਥੇ ਜਾ ਕੇ ਤਾਂ ਖਤਮ ਆ ਕਹਾਣੀ। ਗੱਲ ਰਹਿ ਕੇ ਜਿਹੜੇ ਰਹਿ ਗਏ ਆ, ਥੋੜੇ ਲੋਕਾਂ ਨੇ ਪੰਜਾਬ ਸਾਂਭਣਾ ਜੀ। ਜਿਨ੍ਹਾਂ ਨੇ ਸਾਂਭਣਾ ਉਹਨਾਂ ਨੇ ਸਾਂਭ ਹੀ ਲੈਣਾ, ਨਹੀਂ ਤਾਂ ਫਿਰ ਅਸੀਂ ਤਾਂ ਜੇ ਅੱਜ ਕੈਨੇਡਾ ਦਾ ਡਾਲਰ ਨਾਲੋਂ ਕੱਲ ਨੂੰ ਪਾਕਿਸਤਾਨ ਦਾ ਵੱਡਾ ਹੋ ਗਿਆ ਜਾਂ ਹੋਰ ਕੰਟਰੀ ਦਾ, ਅਸੀਂ ਤਾਂ ਉਹ ਜਿੰਦਾਬਾਦ ਕਹਿ ਦੇਣਾ ਜੀ। ਥੈਂਕ ਯੂ ਹਰਪ੍ਰੀਤ, ਥੈਂਕ ਯੂ। ਹਾਂ, ਨੈਗੇਟਿਵਿਟੀ ਤਾਂ ਖੈਰ ਬਹੁਤ ਵਧਾ ਚੜਾ ਕੇ, ਕਿਉਂਕਿ ਜਿਹੜਾ ਜਿੰਨੀਆਂ ਪੱਤਰਕਾਰੀ 'ਚ ਮੈਂ ਕਹਿਣਾ ਹੁੰਦਾ ਨਾ, ਜਿੰਨੀਆਂ ਗਾਲਾਂ ਕੱਢੇ, ਜਿੰਨਾ ਇੰਡੀਆ ਨੂੰ ਭੰਡੇ, ਓਡਾ ਵੱਡਾ ਪੱਤਰਕਾਰ। ਨੈਗੇਟਿਵ ਪੱਖ ਵੀ ਹੈਗੇ ਨੇ, ਹਰ ਸੁਸਾਇਟੀ 'ਚ ਨੈਗੇਟਿਵ ਪੋਜ਼ਿਟਿਵ ਹੁੰਦਾ। ਤੁਸੀਂ ਆਨਰ ਹੋ ਜੀ, ਵੈਲਕਮ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਕੌਣ ਬੋਲ ਰਹੇ ਹੋ? ਬਲ ਸਾਹਿਬ। ਹਾਂਜੀ, ਪ੍ਰਗਟ ਸਿੰਘ ਬਲ ਸਾਹਿਬ ਜੀ। ਬਲ ਸਾਹਿਬ, ਸਵਾਗਤ ਤੁਹਾਡਾ। ਵਕਤ ਸਾਹਿਬ ਬਹੁਤ ਵਧੀਆ, ਚੰਗੀ ਚੱਲ ਲੈਂਦਾ, ਬਹੁਤ ਵਧੀਆ ਗੱਲ ਹੈ। ਪਰ ਸਾਡੇ ਨਾਲ ਦੇ ਪਿੰਡ ਘਮੋ ਨੇ, ਸਾਡੇ 40,000 ਨੂੰ ਕਿੱਲਾ ਵਾ ਤੇ ਉੱਥੇ 60,000 ਨੂੰ ਕਿੱਲਾ। ਬਿਲਕੁਲ, ਉਹ ਦੋਨੋਂ ਜੀ ਨੌਕਰੀ ਕਰਦੇ ਜਾਂ ਸਾਰਾ ਪਰਿਵਾਰ ਕਰਦੇ, ਫਿਰ ਵੀ ਸਾਰੇ ਹੱਥੀਂ ਕੰਮ ਕਰਦੇ ਆ। ਤੇ ਸਾਡੇ ਤੋਂ ਵਿਆਹਾਂ ਦੇ 8-8 ਦਿਨ ਵੇਰ ਨਹੀਂ ਲੱਗਦਾ। ਕਾਮਯਾਬ ਨੇ ਜੀ ਉਹ। ਦੇਖੋ ਉਸ ਭਾਈਚਾਰੇ 'ਚ ਸੁਸਾਈਡ ਰੇਟ ਬਹੁਤ ਘੱਟ ਹੈ। ਕਦੇ ਵੀ ਜਾਣ ਤੇ ਜਿਹੜਾ ਜਨਰੇਟਰ ਲਾਇਆ ਹੁੰਦਾ ਵਾ, ਉਹਦੇ ਕੜਾਕਲੇ ਨੱਚੀ ਜਾਂਦੇ ਆ। ਬਾਹਰ ਆਉਣਾ ਕੋਈ ਮਾੜੀ ਗੱਲ ਨਹੀਂ। ਤੁਸੀਂ ਵੇਖੋ, ਮਾਨ ਸਿੰਘ ਜਿਹੜਾ ਡਾਕਟਰ ਹੈ, ਉਹਦੀ ਮੈਂਟਰੀ ਸੁਣ ਰਿਹਾ, ਜਿਹੜਾ ਮੋਰਚੇ 'ਚ ਆਇਆ ਹੋਇਆ ਵਾ, ਉਹਦਾ ਫਾਦਰ ਸਾਡੇ ਨਾਲ ਹੀ ਪੜ੍ਹਦਾ ਰਿਹਾ, ਬਹੁਤ ਵਧੀਆ ਇਨਸਾਨ ਨੇ। ਇਹ ਪੰਜਾਬ ਦਾ, ਇੰਡੀਆ ਦਾ ਪ੍ਰਧਾਨ ਹੈ ਯੂਨੀਅਨ ਦਾ, ਉਹਦਾ ਫਾਦਰ ਵੀ ਮਦਰ ਵੀ। ਤੁਸੀਂ ਵੇਖੋ, ਜਿਹੜੀ ਪੰਜਾਬ ਨਾਲ ਜੁੜਨ ਵਾਲੀ ਗੱਲ ਆ, ਉਹ ਦੱਸ ਰਿਹਾ ਜੀ, ਮੇਰਾ ਪੜਦਾਦਾ ਸੰਗਰਾਈ ਗਿਆ ਤੇ ਉਹਨੇ ਲਿਆ ਕੇ ਪਿੰਡ 'ਚ 1930 ਕੁੜੀਆਂ ਦਾ ਸਕੂਲ ਖੁਲਵਾਇਆ ਜੀ, ਉਹ ਸਾਰਾ ਕੁਝ ਉਹਨੂੰ ਦੱਸਿਆ। ਤੁਸੀਂ ਵੇਖੋ, ਇਹ ਹੁਣ ਦੀ ਬਸਤੀ ਨਹੀਂ ਜਾਂਦੇ ਤੇ ਪਹਿਲਾਂ ਵੀ ਜਿਹੜੇ ਬਾਹਰ ਗਏ, ਬਾਰੀਆਂ ਦਾ ਘਰ, ਚੀਨੀਆਂ ਦਾ ਘਰ, ਸਿੰਗਾਪੁਰੀਆਂ, ਮਲਾਇਆ ਦਾ ਘਰ, ਉਹਦੇ ਲੋਕ ਮੁੜੋਂ ਨਹੀਂ, ਸਾਰਾ ਟੱਬਰ ਨਹੀਂ ਜਾਂਦੇ, ਕੋਈ ਨਾ ਕੋਈ ਪਿੱਛੇ ਰਹਿੰਦਾ ਸੀ। ਹੁਣ ਦੁਆਬੇ ਦੇ ਵੱਡੇ ਜਹਾਜ਼ ਬਣੇ ਆ ਜਿਹੜੇ ਘਰ, ਉਹਨਾਂ ਨੇ ਲੋਕਾਂ ਨੂੰ ਪੁੱਟਿਆ। ਉਦੋਂ ਇੱਕ ਤਾਂ ਜਾਂਦਾ, ਬਾਕੀ ਟੱਬਰ ਸਾਰਾ ਜਿਹੜੇ ਘਰ ਬਣਾਏ ਨੇ, ਉਹ ਜਦੋਂ ਹੁਣ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਸਾਰੇ ਨੇ ਲੁੱਟਣ ਵਾਲਾ ਸਾਧਨ ਬਣਾ ਲਿਆ। ਤੇ ਮੁੰਡਿਆਂ ਕੋਲ ਤਗੜੀਆਂ ਫੀਸਾਂ ਲਓ, ਜਾਲੀ ਕਾਲਜ ਪੜ੍ਹਨ ਵਾਲਾ ਕੋਈ ਵੀ ਨਹੀਂ ਆਉਂਦਾ, ਸਾਰੇ ਪੱਕੇ ਹੋ ਲੱਗ ਜਾਂਦੇ ਆ। ਬਾਈ ਜੀ ਪ੍ਰਗਟ ਸਿੰਘ ਬਲ ਹੋਰਾਂ ਨੇ ਵਿਚਾਰ ਦਿੱਤੇ ਨੇ ਕਿ ਦੇਖੋ, ਕਈ ਕਮਿਊਨਿਟੀਜ਼ ਨੇ ਇਸੇ ਪੰਜਾਬ 'ਚ ਵਸਦੀਆਂ ਨੇ। ਉਹਨਾਂ ਨੇ ਕੰਬੋਜ ਭਾਈਚਾਰੇ ਦਾ ਜ਼ਿਕਰ ਕੀਤਾ। ਉਹਨਾਂ ਦੇ ਇਲਾਕਿਆਂ 'ਚ ਜ਼ਮੀਨਾਂ ਦੇ ਰੇਟ ਵੀ ਜ਼ਿਆਦਾ ਨੇ ਤੇ ਸੁਸਾਈਡ ਰੇਟ ਵੀ ਘੱਟ ਹੈ। ਇਸੇ ਤਰ੍ਹਾਂ ਨਾਮਧਾਰੀ ਭਾਈਚਾਰੇ 'ਚ ਸੁਸਾਈਡ ਰੇਟ ਬਹੁਤ ਘੱਟ ਹੈ।
ਜੱਟਾਂ ਦੇ ਮੁਕਾਬਲਤਨ। ਖੇਤੀ ਪੱਤੀ ਵੀ ਉਹ ਵਧੀਆ ਕਰਦੇ ਨੇ, ਪਰ ਜੱਟ ਸਿੱਖ ਭਾਈਚਾਰੇ ਦੇ ਕਿਸਾਨ ਜ਼ਿਆਦਾ ਸੁਸਾਈਡ ਕਰਦੇ ਨੇ, ਫੇਲ ਵੀ ਨੇ। ਕੰਬੋਜ ਭਾਈਚਾਰੇ ਦੇ ਕਿਸਾਨ ਸਕਸੈਸ ਨੇ ਕਿਸਾਨ ਜੱਟਾਂ ਦੇ ਨਾਲੋਂ, ਜੱਟ ਸਿੱਖਾਂ ਦੇ ਨਾਲੋਂ। ਰਾਏ ਸਿੱਖ ਵੀ ਸਕਸੈਸ ਨੇ। ਔਜਲਾ ਸਾਹਿਬ ਸਵਾਗਤ ਤੁਹਾਡਾ, ਵੈਲਕਮ। ਸਤਿ ਸ਼੍ਰੀ ਅਕਾਲ ਬਾਈ ਜੀ, ਤੇ ਬਿਰਕ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਬੜੇ ਸਿਕੰਦਰ ਆਜ਼ਮ। ਦੇਖੋ ਜੀ, ਜਿਹੜੇ ਇੱਕ ਤਾਂ ਹਰਪ੍ਰੀਤ ਗੱਲ ਦੱਸ ਕੇ ਗਏ ਨੇ, ਮੈਂ ਤਾਂ ਇੱਕ ਦੂਆ ਪੱਖ ਵੀ ਸੋਚਿਆ। ਜਿਵੇਂ ਇੱਥੇ ਵਾਲੇ ਨਿਊਜ਼ ਸੁਣ ਕੇ ਡਰੀ ਜਾਂਦੇ ਨੇ ਨਾ, ਇੱਥੇ ਵਾਲੇ ਜਦ ਅਸੀਂ ਜਾ ਕੇ ਟੌਰਾਂ ਕੱਢਦੇ ਹਾਂ, ਬੜੇ ਬੜੇ ਕੜੇ ਪਾ ਕੇ ਘੁੰਮਦੇ ਹਾਂ, ਇੱਥੇ ਵਾਲੇ ਕਹਿੰਦੇ ਨੇ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ। ਇਹ ਵੀ ਮੈਂ ਸੱਚ ਕਹਿਣਾ ਜੀ, ਇਹ ਵੀ ਪੱਟਿਆ ਜੀ, ਇਹ ਵੀ ਅਸੀਂ ਪੱਟਿਆ। ਮੈਂ ਇੱਕ ਵਾਰੀ ਗਿਆ ਇੱਥੋਂ ਜੀ ਅੰਮ੍ਰਿਤਸਰ, ਮੈਂ ਕਿਹਾ ਚਲੋ ਅੰਮ੍ਰਿਤਸਰ ਉਤਰਦੇ ਆ ਜਾ ਕੇ। ਉੱਥੇ ਸਾਰੀਆਂ ਫਲਾਈਟਾਂ ਇਕੱਠੀਆਂ ਹੋ ਗਈਆਂ। ਜਦ ਅੰਮ੍ਰਿਤਸਰ 5 ਮਿੰਟ ਰਹਿੰਦੀ ਨਾ ਫਲਾਈਟ 'ਚ ਉਤਰਨ ਨੂੰ, ਤੇ ਆਪਣੇ 2 ਭਾਈ ਇੱਧਰੋਂ ਮੇਰੇ ਨਾਲ ਦੇ ਮੁਲਕ ਤੋਂ ਗਏ ਹੋਏ ਸੀ ਪਰਿਵਾਰ, ਕੱਢ ਲਿਆ ਜੀ ਉਹਨਾਂ ਨੇ ਜਗਾੜ ਆਪਦਾ, ਲਾਗੇ ਪਾਉਣ ਕੜੇ, ਬੜੇ ਬੜੇ ਚੈਨੀਆਂ ਠੋਕਦੀਆਂ। ਫਿਰ ਉਹ ਵੀ ਉਹ ਇੱਥੇ ਵਾਲਿਆਂ ਨੂੰ ਉਹ ਨਹੀਂ ਜਿਉਣ ਦਿੰਦੇ ਜੀ। ਜੇ ਪੱਤਰਕਾਰ ਸਾਨੂੰ ਨਹੀਂ ਜਿਉਣ ਦਿੰਦੇ ਨਾ, ਡਰ। ਦੇਖੋ ਇਹ ਸਾਰਾ ਕੁਛ ਜੇ ਅਸੀਂ ਜਾ ਕੇ ਹਕੀਕਤ ਦੱਸੀਏ, ਜਿਵੇਂ ਬਰਾੜ ਸਾਹਿਬ ਕਹਿੰਦੇ ਨੇ, ਜਿਵੇਂ ਅਸੀਂ ਹਕੀਕਤ ਦੱਸੀਏ ਨਾ ਜਾ ਕੇ ਉੱਥੇ ਟਵਾਣਾ ਸਾਹਿਬ, ਫਿਰ ਉੱਥੇ ਵਾਲਿਆਂ ਨੂੰ ਸਮਝ ਆਉਂਦੀ ਹੈ। ਨਹੀਂ ਹਕੀਕਤ ਕਰਦੇ ਨੇ ਹੁਣ ਕੈਮਰੇ ਨੇ ਬਹੁਤ ਦਿਖਾਤੀਆਂ ਹਕੀਕਤਾਂ, ਹੁਣ ਫਰਕ ਨਹੀਂ ਰਹਿ ਗਿਆ, ਸਮਝਦੇ ਆ ਹੁਣ ਤਾਂ। ਜਿਹੜੇ ਇੰਟੈਲੈਕਚੁਅਲ ਬੱਚੇ ਨੇ ਨਾ ਦੋਨਾਂ ਮੁਲਕਾਂ ਦੇ, ਉਹ ਹਕੀਕਤਾਂ ਸਮਝਦੇ ਆ। ਜਿਹੜੇ ਨਹੀਂ ਸਮਝਦੇ ਉਹ ਥੋੜੇ ਹੀ ਨੇ ਜੀ। ਸਾਡੇ ਪਿੰਡੋਂ ਭਾਪਾ ਬਰਾਦਰੀ ਸੀ, ਮੇਰੇ ਨਾਲ ਪੜ੍ਹਦੇ ਬੰਦੇ, ਉਹ ਉਦੋਂ ਉਹਨਾਂ ਦੇ ਬਜ਼ੁਰਗ ਸਾਈਕਲਾਂ ਤੇ ਕੱਪੜੇ ਵੇਚਦੇ ਫਿਰਦੇ ਹੁੰਦੇ। ਉਹ ਸਾਡੇ ਪਿੰਡੋਂ ਖੰਨੇ ਹੀ ਗਏ ਨੇ ਜੀ। ਉਹਨਾਂ ਕੋਲ ਤਾਂ ਕੋਈ ਕਿੱਲਾ ਨਹੀਂ ਸੀ, ਉਹਨਾਂ ਕੋਲ ਤਾਂ ਕੋਈ ਬਿੱਗਾ ਨਹੀਂ ਸੀ ਨਾ। ਅੱਜ ਉਹ ਅਰਬਾਂਪਤੀ ਨੇ ਜੀ। ਮੈਂ ਉਹਨਾਂ ਨੂੰ ਵੀ ਮਿਲਦਾ, ਜਾ ਕੇ ਗੱਲਾਂ ਕਰੀਦੀਆਂ ਨੇ ਉਹਨਾਂ ਨਾਲ। ਇਸ ਕਰਕੇ ਮਿਹਨਤ ਤਾਂ ਕਿਤੇ ਕਰੋ, ਮਿਹਨਤ ਕਰ। ਪਰ ਅਸੀਂ ਸੋਚਦੇ ਹਾਂ ਸਾਡਾ ਤਾਂ ਇਹ ਕੰਮ ਹੋਇਆ ਵੀ ਮਾੜਾ ਜਿਹਾ ਕੋਈ ਸੌਖਾ ਕੰਮ ਹੋਵੇ, ਕੋਈ ਮਤਲਬ ਧੱਕਾ, ਮਾੜਾ ਸਰੀਰ ਨੂੰ ਧੱਕਾ ਨਾ ਲੱਗ ਜਾਵੇ। ਸ਼ਾਰਟਕੱਟ ਭਾਲਦੇ ਇੱਥੇ ਵੀ ਆ ਕੇ, ਜਿਹੜੇ ਹੁਣ ਕੈਨੇਡਾ ਬਾਰਡਰਾਂ ਤੇ ਫਸੇ ਪਏ ਨੇ ਜਾਂ ਅਮਰੀਕਾ ਵਾਲੇ ਫਸੇ ਗਏ ਨੇ, ਜਿਹੜਾ ਆਪਣਾ ਭਾਈਚਾਰਾ ਸੁੱਖ ਨਾਲ ਬੱਲੇ ਬੱਲੇ ਕਰਾਈ ਪਈ ਹੈ। ਹੁਣ ਸਾਨੂੰ 25-30 ਸਾਲ ਹੋ ਗਏ ਜੀ। ਹਰੇ ਇਹ ਮੁਲਕ, ਚਲੋ ਇਹ ਇੰਨੀ ਗੱਲ ਬਹੁਤ ਵਧੀਆ ਵੀ ਇਸ ਮੁਲਕ ਦੀ ਇਹ ਖੂਬਸੂਰਤੀ ਹੈ ਵੀ ਤੁਸੀਂ ਮਿਹਨਤ ਕਰਦੇ ਰਹੋ, ਤੁਹਾਨੂੰ ਪ੍ਰਮਾਤਮਾ ਦਿੰਦਾ। ਚਾਹੇ 10 ਸਾਲ ਨੂੰ 20 ਸਾਲ ਨੂੰ ਤੁਹਾਡੀ ਮਿਹਨਤ ਤੁਹਾਡੇ ਪੱਲੇ ਪੈਂਦੀ ਹੈ ਜੀ। ਪਰ ਇੱਕਦਮ ਆ ਕੇ ਹੁਣ ਮੈਂ 30 ਸਾਲ ਵਾਲੇ ਨੂੰ ਦੇਖਾਂ ਜਾਂ ਅੱਜ ਵਾਲਾ ਆ ਕੇ ਮੈਨੂੰ ਦੇਖੇ 30 ਸਾਲ ਨੂੰ ਵੀ ਇਹ ਇੰਨਾ ਕੋ ਬਣਾਈ ਫਿਰਦਾ, ਬਣਦਾ ਹੀ, ਪਰ ਟਾਈਮ ਲੱਗਦਾ। ਕਾਮਯਾਬ ਬਹੁਤ ਲੋਕ ਨੇ, 5 ਕਿੱਲੇ ਵਾਲੇ ਲੋਕ ਵੀ ਕਾਮਯਾਬ ਨਹੀਂ ਜੀ ਇੱਥੇ। 5 ਕਿੱਲੇ ਵਾਲੇ ਬੰਦੇ ਜਿਹੜੇ ਮਿਹਨਤ ਕਰਦੇ ਨੇ, ਖਰਚੇ ਘੱਟ ਕੀਤੇ ਨੇ, ਜਿਹਨੇ ਉਹ ਕਾਮਯਾਬ। ਬਿਲਕੁਲ ਬਿਲਕੁਲ। ਧਰਮ ਵੀ ਕਹਿੰਦਾ ਮਨ ਜੀਤੇ ਜਗ ਜੀਤ, ਪਰ ਜਿਹੜਾ ਸ਼ਾਰਟਕਟ ਸਿਸਟਮ ਹੈ, ਤੁਸੀਂ ਵੇਖੋ ਪਿਛਲੇ 2 ਮਹੀਨਿਆਂ 'ਚ ਪੰਜਾਬੀ 'ਚ ਸਿੱਖ, ਸਿੱਖਾਂ 'ਚ ਜੱਟ ਕਿਵੇਂ ਬੱਲੇ ਬੱਲੇ ਕਰਾਈ ਹੈ। ਬੜੇ ਬੜੇ ਗੋਤ ਨੇ, ਭਾਈਚਾਰਾ ਕੋਈ ਬਚਿਆ ਨਹੀਂ, ਬੀਬੀਆਂ ਵੀ 1-2 ਹੈਗੀਆਂ ਭੁੱਲਰ। ਸੋ ਇਸ ਕਰਕੇ ਇਹ ਜਿਹੜਾ ਨਾ ਸ਼ਾਰਟਕਟ ਜਾਂ ਇੱਥੇ ਬਦਨਾਮੀ, ਜੇ ਇੱਥੇ ਚਿੱਟਾ ਨਸ਼ਾ ਡਰੱਗ ਵਾਰ ਇੱਥੇ ਹੈ ਨਾ, ਉਹੀ ਕੰਮ ਕੈਨੇਡਾ 'ਚ ਤਸਵੀਰ ਸਾਹਮਣੇ ਆ ਨਾ ਤੁਹਾਡੇ। ਉੱਥੇ ਤਾਂ ਕੈਪਟਨ ਜਾਂ ਬਾਦਲ ਜਾਂ ਮੋਦੀ ਜਾਂ ਮਨਮੋਹਨ ਸਿੰਘ ਨਹੀਂ ਹੈ ਨਾ, ਉੱਥੇ ਤਾਂ ਜਸਟਿਨ ਟਰੂਡੋ ਹੈ, ਡੋਨਾਲਡ ਟਰੰਪ ਹੈ ਨਾ, ਸਿਆਣੇ ਰਾਸ਼ਟਰਪਤੀ ਨੇ। ਪਰ ਉੱਥੇ ਸਾਡੇ ਭਾਈਚਾਰੇ ਨੇ, ਕੁਛ ਇੱਕ ਲੋਕਾਂ ਨੇ ਉੱਥੇ ਵੀ ਸਿਸਟਮ ਬਦਨਾਮ ਕੀਤਾ। ਉੱਥੇ ਵੀ ਹੁਣ ਬਹੁਤੇ ਪੰਜਾਬੀ ਕਮਿਊਨਿਟੀ 'ਚੋਂ ਛੱਡ ਕੇ ਗੋਰਿਆਂ ਵਾਲੀ ਕਮਿਊਨਿਟੀ 'ਚ ਰਹਿਣਾ ਪਸੰਦ ਕਰਦੇ ਨੇ। ਆਹ ਨਿਊਜ਼ੀਲੈਂਡ ਮੈਂ ਵੇਖਿਆ, ਜਿਨ੍ਹਾਂ ਕੋਲ ਪੈਸੇ ਜ਼ਿਆਦਾ ਆ ਜਾਂਦੇ ਨੇ ਉਹ ਨਾਰਥ ਸ਼ੋਰ ਚਲੇ ਜਾਂਦੇ ਨੇ, ਦੂਜੇ ਇਲਾਕੇ 'ਚ, ਕਿ ਯਾਰ ਇੱਥੇ ਕੀ ਰਹਿਣਾ ਪਾਪਾ ਟੋਏ 'ਚ। ਇਹ ਕਾਰਨ ਸਾਨੂੰ ਪੜਚੋਲਣੇ ਹੋਣਗੇ। ਖੈਰ ਵਿਰਕ ਸਾਹਿਬ, ਕੀ ਨਿਕਲਦਾ ਨਤੀਜਾ ਓਵਰਆਲ? ਕੁਛ ਕਾਲਸ ਆਈਆਂ ਸੀ, ਤੇ ਕੀ ਮਹਿਸੂਸ ਕਰਦੇ ਹੋ ਆਖਰ 'ਚ ਜੀ? ਜਿਹੜੀ ਤੁਸੀਂ ਗੱਲ ਕਰਦੇ ਸੀ ਨਾ ਕੰਬੋਜ ਭਾਈਚਾਰੇ ਦੀ ਤੇ ਦੂਜੇ ਨਾਮਧਾਰੀ ਭਾਈਚਾਰੇ ਦੀ, ਇਹ ਤੁਸੀਂ ਫੇਰ ਉਹੀ ਗੱਲ ਜਿਹੜੀ ਮੈਂ ਪਹਿਲਾਂ ਕਹੀ ਸੀ, ਇਹ ਇੱਕ ਦੂਜੇ ਦੀ ਮਦਦ ਕਰਦੇ ਆ, ਇੱਕ ਦੂਜੇ ਦਾ ਸਹਿਯੋਗ ਕਰਦੇ ਆ। ਜਿਹੜਾ ਪਿੱਛੇ ਰਹਿੰਦਾ ਉਹਦੀ ਮਦਦ ਕਰਦੇ ਆ। ਜਦੋਂ ਸਾਡੇ 'ਚ ਮਦਦ ਕਰਨ ਵਾਲਾ ਮਾਦਾ ਆ ਗਿਆ ਜਾਂ ਕੰਮ ਕਰਨ ਵਾਲਾ ਆ ਗਿਆ, ਤਾਂ ਕਿਸਾਨ ਦੇ ਜਾਂ ਫੇਲ ਹੋਣ ਦੇ ਜਾਂ ਜੱਟ ਦੇ ਬਹੁਤ ਚਾਂਸ ਘਟ ਜਾਣਗੇ। ਨੰਬਰ 1। ਨੰਬਰ 2 ਤੇ ਜਿਹੜੀ ਮੈਨੂੰ ਮਤਲਬ, ਮੈਂ ਪੁਲਿਸ ਦੇ ਵਿੱਚ ਕਿੰਨੀਆਂ ਭਰਤੀਆਂ ਦੇਖੀਆਂ, ਹੁਣ ਵੀ 2 ਲੱਖ ਬੰਦੇ ਨੇ ਅਪਲਾਈ ਕੀਤਾ, 4 ਲੱਖ ਨੇ ਕੀਤਾ ਕਾਂਸਟੇਬਲ ਦਾ। ਇਹਨਾਂ 'ਚ ਭਾਪਾ ਕਮਿਊਨਿਟੀ ਦੇ ਮੈਂ ਬੰਦੇ ਨਹੀਂ ਦੇਖੇ ਕਦੇ ਵੀ ਪੁਲਿਸ ਦੀ ਭਰਤੀ ਦੀ ਲਾਈਨ 'ਚ ਖੜੇ ਹੋਣ ਜੀ। ਔਰ ਉਹਨਾਂ ਕੋਲੇ ਜਾਇਦਾਦ ਵੀ ਕੋਈ ਨਹੀਂ ਹੁੰਦੀ। ਉਹਨਾਂ ਨੂੰ ਆਪਦੇ ਤੇ ਕਿਹੜੀ ਗੱਲ ਤੇ ਕੌਨਫੀਡੈਂਸ ਹੁੰਦਾ ਵੀ ਅਸੀਂ ਆਪੇ ਰੋਟੀ ਕਮਾ ਕੇ ਖਾ ਲਾਂਗੇ, ਸਾਨੂੰ ਕਿਉਂ ਨਹੀਂ ਹੁੰਦਾ ਉਹ? ਬਿਲਕੁਲ ਬਿਲਕੁਲ। ਜਿਹੜੀ ਸਾਨੂੰ ਇੱਕ ਜਦੋਂ ਕਰੋਨਾ ਸੀਗਾ, ਸਾਨੂੰ ਡਿਊਟੀਆਂ ਲਾਉਣੀਆਂ ਪੈਂਦੀਆਂ ਸੀ ਸਬਜ਼ੀ ਮੰਡੀ ਦੇ ਵਿੱਚ। ਅੱਛਾ, ਸਬਜ਼ੀ ਮੰਡੀ ਦੇ ਵਿੱਚ ਜੱਟ ਸਬਜ਼ੀ ਲਿਆਉਂਦੇ ਵਧੀਆ, ਮਤਲਬ ਆ ਕੇ ਹਨਾ, ਤੇ ਜਦੋਂ ਵੇਚਦੇ, ਤੇ ਜਿਹੜੇ ਵੀ ਜਿੰਨੇ ਅੱਗੇ ਰੇਹੜੀਆਂ ਵਾਲੇ ਵੇਚਣ ਵਾਲੇ ਸੀ, ਉਹ ਸਾਰੇ ਪ੍ਰਵਾਸੀ ਸੀ। ਜਿਹੜੇ ਪ੍ਰਵਾਸੀ, ਲੋਕਲ ਕੋਈ ਨਹੀਂ ਸੀ।
ਮਤਲਬ ਅਸੀਂ ਖੇਤ ਤਾਂ 4 ਮਹੀਨੇ ਧੱਕੇ ਖਾ ਸਕਦੇ ਆ, ਮਿਹਨਤ ਕਰ ਸਕਦੇ ਆ, ਘੰਟਾ ਖੜ ਕੇ ਵੇਚ ਨਹੀਂ ਸਕਦੇ, ਉਹਦੇ 'ਚ ਸਾਡੀ ਇੱਜ਼ਤ ਘਟਦੀ ਹੈ ਜੀ। ਹਨਾ। ਵਿਰਕ ਸਾਹਿਬ ਜਾਂਦੇ ਜਾਂਦੇ, ਹਾਂ ਬਿਲਕੁਲ, ਸਾਨੂੰ ਥੋੜੇ ਜਿਹੇ ਆਪਣੇ ਜਿਵੇਂ ਸਾਨੂੰ ਜਿਹੜਾ ਆਪਦੇ ਆਪਣਾ ਮਾਈਂਡ ਸੈੱਟ ਬਦਲਣੇ ਪੈਣਗੇ। ਜਦੋਂ ਤੱਕ ਕਿਸਾਨੀ ਆਪਦਾ ਖੇਤ ਇਹਦੇ ਨਾਲ ਵਪਾਰ ਨਾਲ ਨਹੀਂ ਜੁੜਦੀ ਗੀ, ਆਪਦੀ ਫਸਲ ਨੂੰ ਵੇਚ ਨਹੀਂ ਸਕਦੀ, ਉਦੋਂ ਤੱਕ ਸਾਨੂੰ ਠੱਗੀ ਜਾਣਗੇ, ਚਾਹੇ ਕੋਈ ਠੱਗੀ। ਜੀ। ਜਾਂਦੇ ਜਾਂਦੇ ਪੰਜਾਬ ਦੀ ਸਿਆਸਤ 'ਚ ਕੀ ਵੇਖਦੇ ਹੋ? ਕਾਫੀ ਤਬਦੀਲੀਆਂ, ਸਿਆਸਤ ਦੀ ਹੱਬ ਪਟਿਆਲਾ ਬਣਿਆ ਹੋਇਆ, ਸਿੱਧੂ ਸਾਹਿਬ, ਕੈਪਟਨ ਸਾਹਿਬ ਤੇ ਹੋਰ ਸਾਰੀਆਂ ਤਰ੍ਹਾਂ। ਸੰਖੇਪ 'ਚ ਕੀ ਵੇਖਦੇ ਹੋ? ਆਪਾਂ ਫਿਰ ਕਿਸੇ ਦਿਨ ਲੰਮੀ ਚੌੜੀ ਮੁਲਾਕਾਤ ਕਰਾਂਗੇ। ਹਜੇ ਤਾਂ ਤੁਹਾਡੇ ਤੋਂ ਹਸਾਉਣੀਆਂ ਸੁਣਨੀਆਂ ਨੇ ਵਿਰਕਾਂ ਵਾਲੀਆਂ। ਕਹਿੰਦਾ ਬੇਬੇ ਥਾਲ ਤਾਂ ਇੱਕੋ ਹੀ ਆ ਸੋਨੇ ਦਾ, ਪਰ ਵਿਰਕ ਦੋ ਨੇ। ਭਾਈ ਜੀ ਜਿਹੜੀ ਨਾ, ਵੈਸੇ ਤਾਂ ਚਲੋ ਆਪਾਂ ਜਿਹੜੀਆਂ ਵੀ ਸਿਆਸੀ ਪਾਰਟੀਆਂ ਰਿਲੀਫ ਦੇ ਰਹੀਆਂ, ਕੋਈ ਬਿਜਲੀ ਦਾ ਕੁਝ ਕਹਿੰਦਾ ਜਾਂ ਕੁਝ ਕਹਿ ਦਿੰਦੇ, ਇਹਦੇ 'ਚ ਐਕਚੁਅਲੀ ਪ੍ਰੋਡਕਟਿਵਿਟੀ ਤਾਂ ਹੈ ਹੀ ਨਹੀਂ। ਆਟਾ ਦਾਲ ਸਕੀਮਾਂ ਨੇ, ਆ ਮਾਫ ਕਰਨੇ, ਕਿਰਾਏ ਮਾਫ ਨੇ, ਮਤਲਬ ਇਹ ਤਾਂ ਆਪਾਂ ਸਾਰੇ ਹੀ ਸਮਝਦੇ ਹਾਂ ਵੀ ਸਟੇਟ ਨੰਗ ਹੋ ਜਾਊਗਾ, ਪਰ ਤਰੱਕੀ ਕਿਸੇ ਦੀ ਨਹੀਂ ਹੋਣੀ। ਸਾਨੂੰ ਤਾਂ ਮਾਰਕੀਟਿੰਗ ਚਾਹੀਦੀ ਹੈ ਵਧੀਆ, ਸਾਨੂੰ ਤਾਂ ਉਹ ਲਿਆ ਕੇ ਦੇਣ। ਸਾਨੂੰ ਤਾਂ ਸਿਸਟਮ ਚਾਹੀਦਾ ਵਧੀਆ, ਸਾਡੇ ਤਾਂ ਕਨੈਕਟੀਵਿਟੀ ਚਾਹੀਦੀ ਹੈ ਵਧੀਆ, ਸਾਡੀ ਤਾਂ ਐਜੂਕੇਸ਼ਨ ਵਧੀਆ ਚਾਹੀਦੀ ਹੈ ਵੀ ਹਰੇਕ। ਵਿਰਕ ਸਾਹਿਬ, ਸਿੱਧੂ ਸਾਹਿਬ ਪ੍ਰਧਾਨ ਬਣੇ ਨੇ, ਤੁਹਾਨੂੰ ਨਹੀਂ ਲੱਗਦਾ ਜਿਹੜੇ ਅਹਿਮ ਮੁੱਦੇ ਸੀ, ਕਿਸਾਨੀ ਬਾਰੇ ਕਮੇਟੀਆਂ ਬਣਾਉਂਦੇ, ਉਹਦੇ ਆਧਾਰ ਤੇ ਮੈਨੀਫੈਸਟੋ ਬਣਦਾ ਆਪਣਾ ਇਹਨਾਂ ਦਾ, ਸਪੋਰਟਸ ਤੇ ਕਮੇਟੀਆਂ ਬਣਾਉਂਦੇ, ਉਹਦੇ ਆਧਾਰ ਤੇ ਪ੍ਰਗਟ ਸਿੰਘ ਹੋਰਾਂ ਨੂੰ ਇਹ ਜ਼ਿੰਮੇਵਾਰੀ ਸੌਂਪਦੇ ਸਪੋਰਟਸ ਦਾ, ਕਿਉਂਕਿ ਦੋ ਟ੍ਰੈਂਡ ਨੇ, ਕਿਸਾਨੀ ਤੇ ਸਪੋਰਟਸ, ਜਿਹੜੀਆਂ ਸਿੱਧੂ ਭੁੱਲ ਹੀ ਗਿਆ ਗੱਲ ਕਰਨਾ। ਸ਼ਾਇਦ ਉਹ ਜ਼ਿਆਦਾ ਬਿਹਤਰ ਸੀਗਾ ਜਿਹੜਾ ਇਹ ਨਹੀਂ ਕਰ ਰਹੇ ਪੰਜਾਬ ਦੇ ਨਵੇਂ ਪ੍ਰਧਾਨ ਜੀ। ਵੈਸੇ ਭਾਈ ਚਲੋ ਆਪਣਾ, ਮੈਂ ਸਿਆਸੀ ਤੌਰ ਤੇ ਬਹੁਤਾ ਜਾਣਦਾ ਨਹੀਂ, ਜਾਂ ਸਾਨੂੰ ਪੁਲਿਸ 'ਚ ਰਹਿੰਦੇ ਆਦਤ ਹੀ ਇਹ ਪੈ ਗਈ ਵੀ ਅਸੀਂ ਸਿਆਸੀ ਮਸਲਿਆਂ ਤੇ ਬੋਲਣ ਤੋਂ ਟਲਦੇ ਹੁੰਨੇ ਆ। ਪਰ ਇੱਕ ਗੱਲ ਦੀ ਬੜਾ ਵਧੀਆ ਹੈ, ਅੱਜ ਅਸੀਂ ਸਵੇਰੇ ਸੈਰ ਕਰ ਰਹੇ ਸੀ ਇੱਥੇ ਪਾਰਕ ਦੇ ਵਿੱਚ, ਉੱਥੇ ਇੱਕ ਕੁੜੀ ਹੈ ਅਮਨਦੀਪ, ਮੇਰਾ ਖਿਆਲ ਅਮਨਦੀਪ ਸੀਗਾ, ਜਾਂ ਹੋ ਸਕਦਾ ਨਾ ਹੋਰ ਵੀ ਕੁਝ ਹੋਵੇ ਉਹਦਾ, ਉਹਨੇ ਨਾ ਆਪਣੇ ਗੋਲਾ ਸੁੱਟਣ ਦੇ ਵਿੱਚ ਉਹਦੀ ਬੜੀ ਵਧੀਆ ਪ੍ਰਾਪਤੀ ਹੈ। ਪਰ ਉਹ ਦੱਸ ਰਹੇ ਸੀ, ਉਹਦੇ ਕੋਚ ਸਾਹਿਬ ਦੱਸ ਰਹੇ ਸੀ ਵੀ ਇਹਨੂੰ ਕੋਈ ਫਾਈਨੈਂਸ਼ੀਅਲ ਮਦਦ ਨਹੀਂ ਮਿਲ ਰਹੀ। ਹੁਣ ਜਿਹੜਿਆਂ ਦੇ ਮੈਡਲ ਆ ਗਏ, ਆਪਾਂ ਉਹਨਾਂ ਸਾਰਿਆਂ ਨੂੰ ਮੋਢਿਆਂ ਤੇ ਚੱਕਦੇ ਆ, ਵਧੀਆ ਗੱਲ ਹੈ, ਚੱਕਣੇ ਵੀ ਚਾਹੀਦੇ ਆ, ਉਹਨਾਂ ਨੇ ਮਾਣ ਦਵਾਇਆ। ਜਿਹੜੇ ਲਿਆਉਣ ਵਾਲੇ ਆ, ਅਸੀਂ ਉਹਨਾਂ ਨੂੰ ਕਿਉਂ ਨਹੀਂ ਸੰਭਾਲਦੇ? ਇਹਨਾਂ ਤੇ ਪਾਲਿਸੀ ਬਣਾਉਣ ਲਈ ਵੀ ਜਿਨ੍ਹਾਂ ਦੇ ਵਿੱਚ ਟੈਲੈਂਟ ਹੈ, ਅਗਲੀਆਂ 4 ਦਾ ਹੁਣ ਤੋਂ ਹੀ ਤਿਆਰ ਕਰ ਲੈਣ, ਅਗਲੀਆਂ ਓਲੰਪਿਕਸ ਦਾ ਹੁਣ ਤੋਂ ਹੀ ਤਿਆਰੀ ਕਰ ਦੇਣ। ਜਿਵੇਂ ਵਧੀਆ ਜੇ ਇਸੇ ਤਰ੍ਹਾਂ ਹੀ ਕੋਈ ਸਿਆਸੀ ਪਾਰਟੀ ਆਪਦੀ ਇੱਕ ਕਮੇਟੀ ਬਣਾ ਲੇ ਕਿ ਅਸੀਂ ਪਲੇਅਰਸ ਨੂੰ ਇੱਥੋਂ ਚੁਣ ਕੇ ਇਸ ਤਰ੍ਹਾਂ ਅਸੀਂ ਉਹਦਾ ਟੈਲੈਂਟ ਦੀ ਪਹਿਚਾਣ ਕਰਕੇ ਉਹਨਾਂ ਦੀ ਹੈਲਪ ਕਰਾਂਗੇ। ਪ੍ਰੀਲਿਮਿਨਰੀ ਤਿਆਰੀ ਤੋਂ, ਜਿਹੜੇ ਦੇ ਪੈਸੇ ਖਰਚਣ ਦਾ, ਜਿਹੜੇ ਤੇ ਤਿਆਰੀ ਕਰਨਾ, ਜਿਹਦੇ 'ਚ ਦਿਖਦਾ ਹੋਵੇ ਵੀ ਇਹ ਕਰ ਸਕਦਾ। ਨੰਬਰ 2 ਤੇ ਕਿਸਾਨੀ ਦੇ, ਪੰਜਾਬ ਦੀ ਕਿਸਾਨੀ ਦੇ ਹੱਲ, ਜਿਹੜੇ ਆਪਾਂ ਇਕੱਲੇ ਜਿਹੜੇ ਬਿੱਲ ਹੈ ਉਹ ਤਾਂ ਹੋਣੇ ਹੀ ਵਾਪਸ ਗਏ, ਉਹਦੇ ਬਿਨਾਂ ਤਾਂ ਗੱਲ ਬਣਨੀ ਨਹੀਂ। ਉਹ ਬਿੱਲ ਵਾਪਸ ਹੋਣ ਤੋਂ ਬਾਅਦ ਵੀ ਕੁਛ ਇਹੋ ਜਿਹੇ ਇਸ਼ੂ ਬਹੁਤ ਹੈ, ਫਿਰ ਵੀ ਕਿਸਾਨੀ ਨੂੰ ਰਜਿਸਟ ਕਰਨਾ ਬਹੁਤ ਔਖਾ ਹੋਊਗਾ। ਉਹਨਾਂ ਤੇ ਆਪਾਂ ਹੁਣ ਹੀ ਕਿਉਂ ਨਾ ਵਿਚਾਰ ਕਰੀਏ, ਆਪਾਂ ਉਹਦੀ ਕਿਹੜੀ ਥਾਂ ਤੇ ਕੀ ਕਰੀਏ, ਹੁਣੇ ਹੀ ਵਿਚਾਰ ਕਰੀਏ ਵੀ ਸਾਡਾ ਕੀ ਸਿਸਟਮ ਅਸੀਂ ਕੰਨ 'ਚ ਲਿਆ ਸਕਦੇ ਹਾਂ, ਹਨਾ। ਉਹਦੇ ਤੇ ਹੁਣ ਤੋਂ ਪ੍ਰੋਪਰਲੀ ਖੋਜ ਦੀ ਲੋੜ ਹੈ, ਪ੍ਰੋਪਰਲੀ ਉਹਨਾਂ ਨੂੰ ਡਿਸਕਸ ਕਰਨ ਦੀ ਲੋੜ ਹੈ। ਇੱਕ ਨਾ ਆਪਾਂ ਕਿਸੇ ਗੱਲ ਨੂੰ, ਜਿਵੇਂ ਬਾਈ ਹੁਣਾਂ ਨੇ ਦੱਸਿਆ ਸੀ ਵੀ ਉਹ ਗੱਲ ਸੁਣ ਕੇ ਵੀ ਰਾਜੀ, ਵੀ ਹਰੇਕ ਕ੍ਰਿਟੀਸਾਈਜ਼ ਕਰਨਾ, ਆਪਾਂ ਆਪਣੀ ਪੜਚੋਲ ਕਰਨ ਨਹੀਂ ਜਾਣਦੇ ਵੀ ਅਸੀਂ ਗਲਤੀ ਕੀਤੀ ਕਰਕੇ। ਜਿੱਥੇ ਗਲਤੀ ਹੋਊਗੀ ਉਹਨੂੰ ਸੁਧਾਰ ਲਈਏ। ਜੇ ਆਪਾਂ ਹੋਰ 5 ਸਾਲ ਬਾਅਦ ਸੁਧਾਰਾਂਗੇ ਤਾਂ ਉਹਦਾ ਹੋਰ ਨੁਕਸਾਨ ਹੋਣਾ। ਜਿਹੜਾ ਆਪਦਾ ਇਨਫਰਾਸਟ੍ਰਕਚਰ ਖਤਮ ਕਰਕੇ, ਸਿਸਟਮ ਨੂੰ ਖਤਮ ਕਰਕੇ ਅਸੀਂ ਕਿੱਧਰ ਜਾਵਾਂਗੇ? ਜੇ ਬਿਜਲੀ ਬੋਰਡ ਫੇਲ ਹੋ ਗਿਆ ਤਾਂ ਉਹ ਅਲਟੀਮੇਟਲੀ ਉਹਦਾ ਨੁਕਸਾਨ ਤਾਂ ਸਾਰਿਆਂ ਨੂੰ ਹੋਏਗਾ। ਜੇ ਪਬਲਿਕ ਟਰਾਂਸਪੋਰਟ ਸਿਸਟਮ ਫੇਲ ਹੁੰਦਾ ਤਾਂ ਉਹਦਾ ਨੁਕਸਾਨ ਵੀ ਸਾਰਿਆਂ ਨੂੰ ਹੋਏਗਾ। ਜੇ ਪੁਲਿਸ ਤੋਂ ਲੋਕਾਂ ਦਾ ਵਿਸ਼ਵਾਸ ਚੱਕ ਦਿਆਂਗੇ ਕਿ ਪੁਲਿਸ ਨੂੰ ਮਾੜੀ ਕਹਿ ਕੇ, ਮਤਲਬ ਕਿ ਪੁਲਿਸ ਨੂੰ ਨਿੰਦਣਾ ਹੀ ਆਪਾਂ ਗੁਣ ਬਣਾ ਲਾਂਗੇ, ਤਾਂ ਅਲਟੀਮੇਟਲੀ ਵਿਸ਼ਵਾਸ ਕਿੱਥੇ ਜਾਊਗਾ? ਇਹਨਾਂ ਸਾਰੀਆਂ ਚੀਜ਼ਾਂ ਦਾ ਆਪਣੀ ਸਿਆਸਤ ਦੇ ਵਿੱਚ ਜਾਂ ਆਪਣੇ ਸਿਸਟਮ ਦੇ ਵਿੱਚ ਆਪਾਂ ਕਿਸੇ ਨੂੰ ਨਿੰਦ ਕੇ ਤੇ ਬੜਾ ਸੌਖਾ, ਜਿਵੇਂ ਪਹਿਲਾਂ ਤੁਸੀਂ ਪ੍ਰੈਸ 'ਚ ਦੱਸਦੇ ਸੀ, ਗਾਲਾਂ ਕੱਢ ਕੇ ਬੜਾ ਸੌਖਾ ਮਤਲਬ ਅੱਗੇ ਤੁਰਿਆ ਜਾ ਸਕਦਾ। ਪਰ ਬਿਨਾਂ ਮਾੜਾ ਕਹੇ, ਬਿਨਾਂ ਨਿੰਦੇ
ਜਿਹੜੇ ਚੰਗੇ ਗੱਲ ਆ ਉਹ ਚੰਗੀ ਨੂੰ ਚੰਗੀ ਕਿਹਾ ਜਾਵੇ, ਮਾੜੀ ਆ ਮਾੜੀ ਨੂੰ ਕਿਹਾ ਜਾਵੇ। ਸੁਧਾਰ ਬਿਲਕੁਲ ਬਿਲਕੁਲ। ਥੈਂਕ ਯੂ, ਹਾਂਜੀ, ਥੈਂਕ ਯੂ ਵਿਰਕ ਸਾਹਿਬ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਮਿਹਰਬਾਨੀ ਮਿਹਰਬਾਨੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸੋ ਦੋਸਤੋ, ਇਹ ਸਨ ਸਾਬਕਾ ਪੁਲਿਸ ਅਧਿਕਾਰੀ ਰਿਟਾਇਰਡ ਐਸਪੀ ਸੁਖਦੇਵ ਸਿੰਘ ਵਿਰਕ, ਆਪਣੇ ਨਾਲ ਜੁੜੇ ਸੀ, ਪਟਿਆਲੇ ਨਾਲ ਵਾਬਸਤਾ ਨੇ। ਸੋ ਬਿਲਕੁਲ ਕਈ ਗੱਲਾਂ ਨੇ, ਖਾਸ ਕਰਕੇ ਬਜ਼ੁਰਗੀ ਵਾਲੀ ਹੈ ਜਿਹੜੀ ਸਾਨੂੰ ਮਾਨਸਿਕ ਤੌਰ ਤੇ ਇਸ ਗੱਲ ਲਈ ਤਿਆਰ ਰਹਿਣਾ ਪੈਣਾ। ਜਿਵੇਂ ਉਹਨਾਂ ਨੇ ਫਿਕਰ ਕੀਤਾ, ਜਾਂ ਅੰਕੜੇ ਵੀ ਨੇ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ 'ਚ ਬਜ਼ੁਰਗਾਂ ਦੀ ਤਾਦਾਦ ਬਹੁਤ ਵੱਧ ਰਹੀ ਹੈ। ਉਸ ਸੰਬੰਧੀ ਜਾਂ ਤਾਂ ਸਾਨੂੰ ਇਦਾਂ ਦਾ ਸਿਸਟਮ ਅਪਣਾਉਣਾ ਪਵੇ ਕਿ ਜਿਹੜੇ ਸਾਡੇ ਬੋਰਡਿੰਗ ਸਕੂਲ ਨੇ ਉਹਨਾਂ ਦੇ ਨਾਲ ਓਲਡ ਏਜ ਹੋਮ, ਤੁਸੀਂ ਵੇਖੋ ਕਿ ਪਿੰਡਾਂ ਦੇ ਵਿੱਚ ਬਿਰਧ ਘਰ ਬਣ ਗਏ ਨੇ। ਹਾਲਾਤ ਇਹ ਨੇ। ਸੋ ਇਸ ਕਰਕੇ ਜਿਸ ਪੀੜ੍ਹੀ ਨੇ ਇੰਨਾ ਕੁਛ ਕੀਤਾ, ਇੰਨੀਆਂ ਮੁਸ਼ੱਕਤਾਂ ਝੱਲੀਆਂ, ਤੇ ਉਹ ਪੀੜ੍ਹੀ ਨੂੰ ਫਿਰ ਪੀੜ ਝੱਲਣੀ ਪੈ ਰਹੀ ਹੈ। ਇਹ ਤਰਾਸਦੀ ਰਹੇਗੀ। ਗੁਰਦੀਪ ਸਿੰਘ ਨੇ ਵੀ ਲਿਖਿਆ ਕਿ ਜਿਵੇਂ ਅਮਰੀਕਨ ਬਲਦਾਂ ਨਾਲ ਤੁਲਨਾ ਆਉਣ ਵਾਲੇ ਸਮੇਂ ਦੀ ਸੱਚਾਈ ਹੈ ਤੇ ਚੁਭਵੀਂ ਤਸ਼ਬੀਹ, ਪਰ ਸਥਿਤੀ ਕੀ ਹੈ ਸਾਨੂੰ ਸਮਝਣਾ ਹੋਊਗਾ। ਸਾਡੀ ਮਾੜੀ ਲੀਡਰਸ਼ਿਪ ਨੇ ਸਾਡਾ ਬੇੜਾ ਗਰਕ ਕੀਤਾ, ਕੋਈ ਦੋ ਰਾਵਾਂ ਨਹੀਂ ਹੈ। ਲਓ, ਅਗਲੀ ਚਰਚਾ ਦੇ ਵਾਸਤੇ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਐਡਵੋਕੇਟ ਸੁਰਿੰਦਰ ਸਿੰਘ ਹੋਰਾਂ ਨਾਲ ਆਪਾਂ ਜੁੜਦੇ ਹਾਂ। ਅੱਜ ਵੀਕਐਂਡ ਹੈ, ਵੀਕਐਂਡ ਤਾਂ ਨਹੀਂ ਹੈ, ਜੁਮਾ ਹੈ। ਕਈ ਗੱਲਾਂ ਨਿੱਠ ਕੇ ਆਪਾਂ ਕੱਲ ਵੀ ਕਰਾਂਗੇ। 15 ਅਗਸਤ ਦਾ ਦਿਨ ਹੈ, ਉਹਦੇ ਮੁਤਲਕ ਵੀ ਨੈਗੇਟਿਵ ਪੋਜ਼ਿਟਿਵ ਪੱਖ ਨੇ ਜਿਹੜੇ ਸਾਂਝੇ ਕਰਾਂਗੇ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਸਿਆਟਲ ਦੇ ਵਿੱਚ। ਅਗਰ ਤੁਹਾਨੂੰ ਲੋਕਲ ਲੋਡ ਚਾਹੀਦੇ ਨੇ, ਲੰਮੇ ਰੂਟਾਂ ਤੋਂ ਉਕਤਾਇਓ, ਤੁਸੀਂ ਸਾਂਝ ਬਣਾਓ ਵਾਸ਼ਿੰਗਟਨ ਫੀਡ ਸਰਵਿਸ ਵਾਲਿਆਂ ਨਾਲ, ਜਿਨ੍ਹਾਂ ਦੇ ਕੋਲੋਂ ਤੁਸੀਂ ਸਿਆਟਲ ਇਲਾਕੇ ਦੇ ਲੋਕਲ ਲੋਡ ਚੁੱਕ ਸਕਦੇ ਹੋ। ਤੁਸੀਂ ਡਰਾਈਵਰ ਹੋ, ਓਨਰ, ਆਪਰੇਟਰ ਹੋ, ਸਿਆਟਲ ਇਲਾਕੇ ਦੇ ਲੋਕਲ ਲੋਡ ਵਾਸਤੇ ਹਮੇਸ਼ਾ ਯਾਦ ਰੱਖੋ ਜਗਦੇਵ ਸਿੰਘ ਸੰਧੂ ਦਾ ਨੰਬਰ ਹੈ 253 266 6924 2532666924। ਗੈਰੀ ਧਾਲੀਵਾਲ ਹੋਰਾਂ ਦਾ ਨੰਬਰ ਹੈ 206 354 4060 2063544060। ਤੁਹਾਡੀ ਸਹੂਲਤ ਦੇ ਮੁਤਲਕ ਡਿਸਪੈਚ ਵੀ ਤੁਹਾਨੂੰ ਅੰਗਰੇਜ਼ੀ ਪੰਜਾਬੀ ਭਾਸ਼ਾ 'ਚ ਦਿੰਦੇ ਨੇ। ਸਿਆਟਲ ਇਲਾਕੇ ਦੇ ਵਾਧੂ ਲੋਡ ਮਿਲਣਗੇ ਤੁਹਾਨੂੰ ਵਾਸ਼ਿੰਗਟਨ ਫਰੇਟ ਸਰਵਿਸ ਵਾਲਿਆਂ ਦੇ ਕੋਲ। ਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਅੰਟਾਰੀਓ ਪ੍ਰੋਵਿੰਸ ਦੇ ਵਿੱਚ ਹੋਮ ਅਤੇ ਆਟੋ ਇੰਸ਼ੋਰੈਂਸ ਚਾਹੀਦੀ ਹੈ, ਤੁਸੀਂ ਕੈਨੇਡਾ ਨਵੇਂ ਆਏ ਹੋ, ਰੀਨਿਊਵਲ ਹੋਣ ਵਾਲੀ ਹੈ, ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਭੈਣ ਰਾਣੀ ਮਨਦੀਪ ਕੌਰ ਨਾਲ, ਜਿਨ੍ਹਾਂ ਦਾ ਨੰਬਰ ਹੈ 647 615 5000 647 615 5000। ਹੋਮ ਅਤੇ ਆਟੋ ਇੰਸ਼ੋਰੈਂਸ ਲਈ ਹਮੇਸ਼ਾ ਯਾਦ ਰੱਖੋ। ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਭਾਰਤੀ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਪਟਿਆਲਾ ਸਟੂਡੀਓ 'ਚ ਆਪਾਂ ਲਾਈਵ ਪ੍ਰੋਗਰਾਮ ਪੇਸ਼ ਕਰੀਦੇ ਆ। ਰਾਜਨੀਤਿਕ ਚਰਚਾ ਦੇ ਵਾਸਤੇ ਬੁਲੰਦ ਆਵਾਜ਼ ਹੋ ਕੇ ਬ੍ਰਾਡਕਾਸਟਰ ਸੁਰਿੰਦਰ ਸਿੰਘ ਆਪਣੇ ਨਾਲ ਜੁੜਦੇ ਨੇ, ਐਡਵੋਕੇਟ। ਤੇ ਇਸ ਦੌਰਾਨ ਤੁਸੀਂ ਇਸ ਪ੍ਰੋਗਰਾਮ ਤੇ ਗੱਲ ਕਰਨੀ ਹੈ ਤਾਂ ਆਪਣਾ ਪਟਿਆਲਾ ਸਟੂਡੀਓ ਦਾ ਨੰਬਰ ਹੈ, ਮੇਰਾ ਸੰਪਰਕ ਨੰਬਰ ਵੀ ਹੈ। ਇਸ ਪ੍ਰੋਗਰਾਮ ਤੇ ਤੁਸੀਂ WhatsApp ਦੇ ਜ਼ਰੀਏ ਪ੍ਰੋਗਰਾਮਾਂ ਦੇ ਲਿੰਕ ਵੀ ਮੰਗਵਾ ਸਕਦੇ ਹੋ। ਉਹ ਨੰਬਰ ਹੈ 9876 09655 9876309655 ਨੰਬਰ ਤੇ ਕਾਲ ਕਰ ਸਕਦੇ ਹੋ, WhatsApp ਮੰਗਵਾ ਸਕਦੇ ਹੋ ਪ੍ਰੋਗਰਾਮਾਂ ਦਾ ਲਿੰਕ। ਤੇ ਅਮਰੀਕਾ ਦੇ ਵਿੱਚ ਇਸ ਪ੍ਰੋਗਰਾਮ ਨੂੰ ਕਾਲ ਟੂ ਲਿਸਨ ਨੰਬਰ 667 930 9260 ਤੇ ਸੁਣਿਆ ਜਾ ਸਕਦਾ ਹੈ। ਸਾਡੀ ਵੈਬਸਾਈਟ ਹੈ tiwanaradio.com, ਜਿੱਥੇ ਪ੍ਰੋਗਰਾਮ ਸੁਣ ਵੀ ਸਕਦੇ ਹੋ, ਤੇ ਉੱਥੇ ਆਪਣੀ ਆਈਫੋਨ ਤੇ ਐਂਡਰਾਇਡ ਐਪਸ ਨੇ, ਜ਼ਰੂਰ ਇੰਸਟਾਲ ਕਰੋ। ਤੇ ਇਸ ਦੇ ਨਾਲ ਆਪਣੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬੇਕਰਸਫੀਲਡ ਤੋਂ ਬਾਈ ਜੀ ਸੁਖੀ ਘੁੰਮਣ, ਜਿਨ੍ਹਾਂ ਦਾ ਬੇਕਰਸਫੀਲਡ ਦੇ ਵਿੱਚ ਹੈ ਯੂਨੀਅਨ ਵਿਲੇਜ ਟਰੱਕ ਸਟਾਪ, ਨਾਲ ਬਣਿਆ ਇੰਡੀਅਨ ਰੈਸਟੋਰੈਂਟ ਜੋ ਦੇਸੀ ਘਿਓ ਦੇ ਪਰੌਂਠੇ ਬਹੁਤ ਸਵਾਦਲੇ ਛਕਾਉਂਦੇ ਨੇ। ਤੇ ਨਾਲ ਹੋਰ ਵੀ ਤੁਸੀਂ ਭਾਰਤੀ ਵਿਦੇਸ਼ੀ ਖਾਣੇ ਤੋਂ ਛਕ ਸਕਦੇ ਹੋ, ਟਰੱਕ ਤੋਂ ਆ ਸਕਦੇ ਹੋ, ਡੀਜ਼ਲ ਪਵਾ ਸਕਦੇ ਹੋ। ਐਡਰੈਸ ਹੈ 2201 100 ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ, ਜ਼ਿਪ ਕੋਡ 93307। ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਨੰਬਰ ਹੈ 661 304 7500। ਯੂਨੀਅਨ ਵਿਲੇਜ ਟਰੱਕ ਸਟਾਪ, ਬੇਕਰਸਫੀਲਡ ਦੇ ਵਿੱਚ ਹਮੇਸ਼ਾ ਯਾਦ ਰੱਖੋ। ਇਸੇ ਤਰ੍ਹਾਂ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਕੰਮ ਕਰਨ ਦੇ ਤਜਰਬੇ ਯਾਫਤਾ ਤਰਸੇਮ ਸਿੰਘ ਗਿੱਲ, ਜਿਨ੍ਹਾਂ ਕੋਲੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ ਵਪਾਰ ਦੀ ਕੋਈ ਵੀ ਰਿਟਰਨ ਭਰਵਾ ਸਕਦੇ ਹੋ। ਕਿਸੇ ਰਿਸ਼ਤੇਦਾਰ ਨੂੰ ਅਮਰੀਕਾ ਮੰਗਵਾਉਣਾ, ਇਮੀਗ੍ਰੇਸ਼ਨ ਦਾ ਕੋਈ ਕੇਸ, ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ ਅਪਲਾਈ ਕਰਨਾ ਜਾਂ ਹੋਰ ਇਮੀਗ੍ਰੇਸ਼ਨ ਦਾ ਕੋਈ ਕੰਮ ਹੈ ਤਾਂ ਕਾਲ ਕਰੋ। CPA ਤਰਸੇਮ ਸਿੰਘ ਗਿੱਲ ਦਾ ਨੰਬਰ ਹੈ 484 764 9861 484 764 9861 ਨੰਬਰ ਹੈ। ਤਰਸੇਮ ਸਿੰਘ ਗਿੱਲ ਹੋਰਾਂ ਦਾ ਆਪਣੇ ਪੁਰਾਣੇ ਸਰੋਤੇ ਨੇ
ਹਰਬੰਸ ਸਿੰਘ ਗਿੱਲ, ਉਹਨਾਂ ਦੇ ਬੇਟੇ ਨੇ ਬਾਈ ਤਰਸੇਮ ਸਿੰਘ ਗਿੱਲ। ਸੋ ਸਾਡਾ ਜ਼ਿਕਰ ਕਰਨ ਤੇ ਹੋਰ ਰਿਆਇਤ ਮਿਲੇਗੀ। ਬੜਾ ਜ਼ਿੰਮੇਵਾਰ ਪਰਿਵਾਰ ਹੈ ਤੇ ਇਹਨਾਂ ਤੋਂ ਤੁਸੀਂ ਇਮੀਗ੍ਰੇਸ਼ਨ ਦਾ ਕੰਮ ਤੇ ਟੈਕਸ ਦੀ ਜਿਹੜਾ ਰਿਟਰਨਾਂ ਦਾ ਕੰਮ ਕੋਈ ਵੀ ਕਰਵਾ ਸਕਦੇ ਹੋ। ਅਮਰੀਕਨ ਟੈਕਸ ਫਰਮਾਂ ਦੇ ਵਿੱਚ ਕੰਮ ਕੀਤਾ ਇਹਨਾਂ ਨੇ। ਤੇ ਦੂਸਰੇ ਆਪਣੇ ਸਪਾਂਸਰ ਨੇ ਬਲਵੀਰ ਸਿੰਘ ਉਸਮਾਨਪੁਰ ਪਰਿਵਾਰ, ਜਿਨ੍ਹਾਂ ਦੇ ਅਮਰੀਕਾ 'ਚ ਨੇ ਕਈ ਸਾਰੇ ਕਾਰੋਬਾਰ। ਵਾਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਅਰਲਿੰਗਟਨ ਫਿਊਲ ਸਟਾਪ, 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ ਪੈਂਦਾ। ਇੱਥੇ ਫ੍ਰੀ ਕਾਫੀ, ਈਮੇਲ, ਫੈਕਸ ਤੇ ਟਰੱਕ ਪਾਰਕਿੰਗ ਫ੍ਰੀ ਕਰਨ ਦੀ ਸੁਵਿਧਾ ਆ। ਇਸ ਤੋਂ ਇਲਾਵਾ ਟਰੱਕਾਂ ਦਾ ਸਮਾਨ ਸਮੱਗਰੀ ਇੱਥੋਂ ਖਰੀਦ ਸਕਦੇ ਹੋ। ਅਰਲਿੰਗਟਨ ਫਿਊਲ ਸਟਾਪ, 1801 ਪਾਇਨੀਅਰ ਈਸਟ ਹਾਈਵੇ ਤੇ ਐਗਜ਼ਿਟ 208। ਦੂਸਰੀ ਲੋਕੇਸ਼ਨ ਹੈ ਇਹਨਾਂ ਦੀ ਲੌਸਟਲ ਟਰੈਵਲ ਸੈਂਟਰ, ਕੈਲੀਫੋਰਨੀਆ ਦੇ ਵਿੱਚ ਹੈ। ਲੌਸਟਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ, ਲੌਸਟਲ, ਐਗਜ਼ਿਟ 278 ਤੇ। ਇੱਥੇ ਫ੍ਰੀ ਚਾਹ ਛਕੋ, ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਲਿਕਰ ਸ਼ਾਪ ਹੈ, ਸਦ ਉਪਯੋਗ ਕਰੋ, ਫ੍ਰੀ ਨਹੀਂ ਹੈ। ਤੇ ਇਸ ਦੌਰਾਨ ਡੈਲਟਾ ਫਿਊਲ ਕੰਪਨੀ ਤੇ ਮੋਬਾਈਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਨੇ, ਜਿਨ੍ਹਾਂ ਤੋਂ ਗੈਸ ਸਟੇਸ਼ਨ ਓਨਰ, ਆਪਰੇਟਰ ਵੀਰ ਫਿਊਲ ਫਰੈਂਚਾਈਜ਼ ਖਰੀਦ ਸਕਦੇ ਨੇ। ਤੇ ਕੋਈ ਤੁਸੀਂ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਲੈਣਾ, ਉਹ ਵੀ ਇਹਨਾਂ ਕੋਲੋਂ ਚੁੱਕ ਸਕਦੇ ਹੋ। ਇਸ ਤੋਂ ਇਲਾਵਾ ਕੋਈ ਡੀਲ ਬਣਾਉਣੀ ਹੈ ਤਾਂ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਹਰਜਾਪ ਸਿੰਘ ਹੋਰਾਂ ਦਾ ਨੰਬਰ ਨੋਟ ਕਰ ਲਓ, 425 232 8413, 425 232 8413 ਨੰਬਰ ਹੈ ਹਰਜਾਪ ਸਿੰਘ ਹੋਰਾਂ ਦਾ।